ਹੈ ਨਹੀਂ ਨਹੀਂ ਗਲਤ ਤੁਸੀਂ ਗਲਤ ਗੱਲ ਕਰ ਰਹੇ ਹੋ ਮੈਂ ਨਹੀਂ ਕਿਹਾ ਲੋਕਾਂ ਨੂੰ ਤਾਂ ਪਤਾ ਲੱਗ ਲੈਣ ਨਾ ਮੈਂ ਹਾਂਜੀ ਮੇਰੇ ਸਾਥ ਗੱਲ ਨਹੀਂ ਕੀਤੀ ਉਹ ਗੱਲ ਤੇ ਸੁਣੋ ਜਿਹੜਾ ਤੁਸੀਂ 300 ਯੂਰੋ ਭਰਿਆ ਉਹ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿਹੜੀ ਗੱਲ ਮੈਂ ਕੋਈ ਨਹੀਂ ਭਰਿਆ ਨਾ ਤੁਸੀਂ ਝੂਠ ਬੋਲ ਰਹੇ ਮੈਂ ਨਹੀਂ ਕੋਈ ਨਹੀਂ ਭਰਿਆ ਮੈਂ ਕੁਝ ਨਹੀਂ ਭਰਿਆ ਤੁਸੀਂ ਨਹੀਂ ਦਿੱਤਾ ਮੇਰੇ ਭਾਈ ਇੱਥੇ ਥੋੜੀ ਜੀ ਗੱਲ ਇੱਕ ਕਰਨੀ ਹੈ ਮੈਂ ਨਹੀਂ ਭਰਿਆ ਅੱਛਾ ਗੁਜ਼ਾਰਿਸ਼ ਹੈ ਵੇ ਨਜ਼ੀਰ ਸਾਹਿਬ ਤੁਸੀਂ ਅਜੇ ਹੁਣ ਕਿਹਾ ਕਿ ਅਸੀਂ ਮਿਰਜ਼ਾ ਕਾਦੀਆਨੀ ਨੂੰ ਸੱਚਾ ਮੰਨ ਲਿਆ ਹੈ ਜੀ ਸਾਦਕ ਮੰਨ ਲਿਆ ਐਨਜੀ ਹੈ ਨਾ जी जी अल्लाह की तरफों आ गए ने मामूर मिन अल्लाह जिहदी खबर हजूर सल्लल्लाहु अलैहि वसल्लम ने दी सी आ गए ने जमात कायम हो गई है सारे मान लो तुसी बस गल कर नहीं बिल्कुल वो तो ठीक है जे हुन तुसां ए फरमाया है ना कि ਅਸੀਂ मिर्जा कादियानी सच्चा मान लिया है जी जी बिल्कुल मनादी करने वाले ने मनादी की ਅਸੀਂ मान लिया अच्छा सुनो तो सही ना ਜੇ ਤੁਸੀਂ ਸੱਚਾ ਮੰਨ ਲਿਆ ਤੇ ਇਹਦਾ ਮਤਲਬ ਹੈ ਤੁਸੀਂ ਫਿਰ ਮਿਰਜ਼ੇ ਕਾਦੀਆਨੀ ਦੀਆਂ ਪੇਸ਼ਗੋਈਆਂ ਵੇਖ ਕੇ ਉਹਨੂੰ ਸੱਚਾ ਮੰਨਿਆ ਹੋਏਗਾ ਹਾਂਜੀ ਹੈ क्योंकि वो रूहानी खजाइन जिल्द 5 सफा 288 ਦੇ ਉੱਤੇ ਕਹਿੰਦਾ ਹੈ ਕਿ ਹਮ ਵਾਜ਼ੇ ਹੋ ਕਿ ਮੈਂ ਕੁਰਾਨ ਹਦੀਸ ਤੋਂ ਮੰਨਿਆ ਹੈ ਜੇ ਇਬਾਰਤ ਤੇ ਪੜ ਲੈਂਦੇ ਹੋ ਨਹੀਂ ਮੈਂ ਕੁਰਾਨ ਹਦੀਸ ਤੋਂ ਮੰਨਿਆ ਨਾ ਮੈਂ ਨਵਾਂ ਮੁਫਤੀ ਸਾਹਿਬ ਮੈਂ ਕੁਰਾਨ ਦੇ ਦੌੜੇ ਪੈ ਜਾਂਦੇ ਨੇ ਇਬਾਰਤ ਪੜ ਲੈਂਦੇ ਹੋ ਮੁਫਤੀ ਸਾਹਿਬ मैं वाजे हो कि हमारा सिद्दक या किज़ब जांचने के लिए हमारी पेशगोई से बढ़कर और कोई मुहिक इम्तिहान नहीं हो सकता ਜੇ ਤੁਸੀਂ ਉਹਨੂੰ ਸੱਚਾ ਮੰਨਿਆ ਤੇ ਯਕੀਨੀ ਸੀ ਬਾਤ ਫਿਰ ਉਹਦੀਆਂ ਪੇਸ਼ਗੋਈਆਂ ਤੁਸੀਂ ਵੇਖੀਆਂ ਹੋਣਗੀਆਂ ਤੇ ਪੇਸ਼ਗੋਈਆਂ ਉਹਦੀਆਂ ਪੂਰੀਆਂ ਵੀ ਹੋਈਆਂ ਹੋਣਗੀਆਂ ਇੰਜ ਹੀ ਹੈ ਮੈਂ ਕਹਿ ਰਿਹਾ ਕਿ ਮੈਂ ਕੁਰਾਨ ਹਦੀਸ ਤੋਂ ਉਹਨਾਂ ਨੂੰ ਮੰਨਿਆ ਉੱਥੋਂ ਮੰਨਿਆ ਕਿ ਉਹ ਜ਼ਮਾਨੇ ਦੀ ਉਹਨੇ ਤੇ ਕਿਹਾ ਕਿ ਮੇਰੀ ਪੇਸ਼ਗੋਈਆਂ ਨੇ ਮੇਰੇ ਸੱਚੇ ਜਾਂ ਝੂਠੇ ਹੁੰਦਾ ਮਿਆਰ ਉਹਨਾਂ ਦੀ ਵੀ ਪੇਸ਼ਗੋਈਆਂ ਹੈ ਨੇ ਇਸੇ ਕਾਰਨ ਨੇ ਆਪਣੀ ਪੇਸ਼ਗੋਈਆਂ ਨੂੰ ਆਪਣੇ ਸੱਚੇ ਜਾਂ ਝੂਠੇ ਹੁੰਦਾ ਮਿਆਰ ਬਣਾਇਆ ਉਹਨਾਂ ਦੇ 3 ਲੱਖ ਦੇ ਮਿਆਰ ਨੂੰ ਤੁਸੀਂ ਨਹੀਂ ਮੰਨਦੇ 3 ਲੱਖ ਨਿਸ਼ਾਨ ਨੇ ਉਹਨਾਂ ਦੇ 3 ਲੱਖ ਗੱਲ ਹੈ ਵੇ ਕਿ ਉਹ ਨਿਸ਼ਾਨ ਦੀ ਗੱਲ ਨਹੀਂ ਹੋ ਰਹੀ ਪੇਸ਼ਗੋਈ ਅਲੱਗ ਚੀਜ਼ ਹੈ ਨਿਸ਼ਾਨ ਅਲੱਗ ਚੀਜ਼ ਹੈ ਪੇਸ਼ਗੋਈਆਂ ਵੀ ਹਨ ਮਿਰਜ਼ੇ ਕਾਦੀਆਨੀ ਦੀਆਂ ਤੁਸੀਂ ਇਹ ਮਿਆਰ ਜਿਹੜਾ ਉਹਨੇ ਬਣਾਇਆ ਵੇ ਇਹ ਮਿਆਰ ਨੂੰ ਮੰਨਦੇ ਹੋ ਕਿ ਨਹੀਂ ਹਾਂ ਜਾਂ ਨਾ ਜੀ ਜੀ ਮੰਨਦੇ ਮੈਂ ਕਹਿ ਰਿਹਾ ਉਹਨੇ ਪੇਸ਼ਗੋਈਆਂ ਵੀ ਹਨ ਬਸ ਠੀਕ ਹੈ ਬਸ ਰੁਕ ਜਾਓ ਲੋ ਜੀ ਇੰਜ ਕਰ ਲੈਨੇ ਆ ਤੇ ਮਿਰਜ਼ੇ ਕਾਦੀਆਨੀ ਦੀ ਨਹੀਂ ਤੁਸੀਂ ਥੋੜਾ ਜਿਹਾ ਮੈਂ ਨਹੀਂ ਥੋੜਾ ਤਮੀਜ਼ ਨਾਲ ਨਾਮ ਕੋਈ ਪੇਸ਼ਗੋਈ ਸੱਚੀ ਯਾਰ ਥੋੜਾ ਜਿਹਾ ਤਮੀਜ਼ ਨਾਲ ਨਾਮ ਲਵੋ ਕੋਈ ਇੱਕ ਪੇਸ਼ਗੋਈ ਤੁਸੀਂ ਐਸੀ ਦੱਸ ਦਿਓ ਕਿ ਜਿਹੜੀ ਪੂਰੀ ਹੋਈ ਹੋਏ ਗੱਲ ਸੁਣੋ ਤਮੀਜ਼ ਨਾਲ ਗੱਲ ਕਰੋਗੇ ਤੇ ਚਲੋ ਠੀਕ ਹੈ ਕਰੋ ਗੱਲ ਤਮੀਜ਼ ਨਾਲ ਕਿਹੜੀ ਪੇਸ਼ਗੋਈ ਤਮੀਜ਼ ਨਾਲ ਮੇਰਾ ਕਲੇਮ ਹੈ ਕਿ ਉਹਦੀ ਇੱਕ ਪੇਸ਼ਗੋਈ ਪੂਰੀ ਨਹੀਂ ਹੋਈ ਉਹਨਾਂ ਦੀਆਂ ਸਾਰੀਆਂ ਪੂਰੀ ਅੱਲਾਹ ਦੇ ਫਜ਼ਲ ਨਾਲ ਤੇ ਉਹਦੀਆਂ ਪੇਸ਼ਗੋਈਆਂ ਵੇਖ ਕੇ ਉਹਨੂੰ ਸੱਚਾ ਮੰਨਿਆ ਤੇ ਕੋਈ ਇੱਕ ਪੇਸ਼ਗੋਈ ਉਹਦੇ ਉੱਤੇ ਅਸੀਂ ਗੁਫ਼ਤਗੂ ਕਰਨੇ ਆ ਔਰ ਤੁਸੀਂ ਦੱਸਣਾ ਕਿਹੜੀ ਪੇਸ਼ਗੋਈ ਦੀ ਗੱਲ ਕਰਨੀ ਉਹਨਾਂ ਦੀਆਂ ਸਾਰੀਆਂ ਪੇਸ਼ਗੋਈਆਂ ਅੱਲਾਹ ਦੇ ਫਜ਼ਲ ਨਾਲ ਪੂਰੀਆਂ ਹੋਈਆਂ ਕੋਈ ਦੱਸੋ ਕੋਈ ਜਿਹੜੀ ਤੁਸੀਂ ਤਹਕੀਕ ਕੀਤੀ ਔਰ ਗੱਲ ਸੁਣੋ ਕਿਉਂਕਿ ਤਹਕੀਕ ਤੁਸੀਂ ਕਰਨੀ ਸੀ ਇਹ ਤਹਕੀਕ ਕਰਕੇ ਤੁਸੀਂ ਉਹਨੂੰ ਸੱਚਾ ਮੰਨਿਆ ਨਾ ਹਾਂਜੀ ਬਿਲਕੁਲ ਅਸੀਂ ਤੇ ਅੱਲਾਹ ਦੇ ਫਜ਼ਲ ਨਾਲ ਕੋਈ ਇੱਕ ਦੱਸੋ ਕਿ ਕੋਈ ਪੇਸ਼ਗੋਈ ਕੋਈ ਗੱਲ ਕਰੋ ਉਹਨਾਂ ਦੀਆਂ ਮੈਂ ਕਹਿ ਰਿਹਾ ਕਿ ਸਾਰੀਆਂ ਪੇਸ਼ਗੋਈਆਂ ਅੱਲਾਹ ਦੇ ਫਜ਼ਲ ਨਾਲ ਤੁਹਾਨੂੰ ਤੁਸੀਂ ਉਹਨਾਂ ਨੂੰ ਨਹੀਂ ਸਮਝ ਰਹੇ ਤੁਸੀਂ ਤਕਜ਼ੀਬ ਕਰ ਰਹੇ ਤੁਸੀਂ ਉਹਦਾ ਸਿਰਫ ਇੱਕ ਪੇਸ਼ਗੋਈ ਵੈਸੇ ਇੱਕ ਪੇਸ਼ਗੋਈ ਤਾਂ ਮੈਂ ਕਹਾਂਗਾ ਕਿ ਉਹ ਮੌਲਾਨਾ ਸਨਾਉੱਲਾ ਅੰਮ੍ਰਿਤਸਰੀ ਦੇ ਨਾਲ ਮੁਕਾਬਲੇ ਦੇ ਵਿੱਚ ਮਿਰਜ਼ੇ ਕਾਦੀਆਨੀ ਨੇ ਪੇਸ਼ਗੋਈ ਕੀਤੀ ਸੀ ਕਿ ਜਿਹੜਾ ਝੂਠਾ ਹੋਏਗਾ ਸੱਚੇ ਦੀ ਜ਼ਿੰਦਗੀ 'ਚ ਮਰ ਜਾਏਗਾ ਤੇ ਹੈਜ਼ੇ ਜਾਂ ਤੌਨ ਦੇ ਨਾਲ ਮਰੇਗਾ ਉਂਜੀ ਇਹ ਪੇਸ਼ਗੋਈ ਤੇ ਵਾਕਈ ਪੂਰੀ ਹੋਈ ਏ ਇਹਦੀ ਮੈਂ ਪਹਿਲੇ ਹੀ ਗਰੰਟੀ ਦਿੰਦਾ ਮੈਂ ਦੱਸ ਦਿੰਦਾ ਅਗਰ ਨਜ਼ੀਰ ਕਹਿ ਦੇਵੇ ਕਿ ਪੇਸ਼ਗੋਈ ਸੱਚੀ ਨਿਕਲੀ ਹੈ ਤੇ ਮੈਂ ਇਹਨੂੰ ਮੂੰਹ ਮੰਗਿਆ ਨਾਮ ਦੇ ਸਿਰਫ ਇੰਨਾ ਕਹਿ ਦੇ ਕਿ ਪੇਸ਼ਗੋਈ ਸੱਚੀ ਨਿਕਲੀ ਨਜ਼ੀਰ ਸੱਚੀ ਹੈ ਇੱਕ ਮਿੰਟ ਮੈਂ ਕਹਿ ਰਿਹਾ ਕਿ ਭਾਈ ਜਿਹੜਾ ਨਜ਼ੀਰ ਹੈ ਇਹ ਗਲਤ ਸੁਣ ਲੈ ਯਾਰ ਮਿਰਜ਼ਾ ਸਾਹਿਬ ਨੇ ਆਖਿਆ ਵੀ ਮੈਨੂੰ ਅੱਲਾਹ ਤਾਲਾ ਨੇ ਲਾਮ ਕਰਕੇ ਆਖਿਆ ਹੈ ਬਿਕਰਮ व सय्यबुन एक कुवारी नाल तेरा निकाह होवे एक बेवा नाल निकाह होवे आख्या ने 2 औरतें तेरे निकाह में खुदा लाना चाहता है ये आख्या बिकर दा मैना कुवारी ते सय्यब दा मैना बेवा आमिर नजीर साहब मैं सारे भाइयों को कह रहे हैं कि जेड़े सले सुन रहे ने खुद किताबां पढ़ो बस गल यार ये किताब ही पढ़ के दसना ना मैं कोई मतलब कोई गप सुनान लगे हां ਤੁਸੀਂ ਜਿਹੜਾ ਦੱਸ ਰਹੇ ਹੋ ਜਿਹੜੀ ਕਹਾਣੀਆਂ ਪਾਰ ਨਹੀਂ ਮੈਂ ਕਹਿ ਰਿਹਾ ਜਿਹੜੇ ਬੰਦੇ ਖੁਦ ਸੁਣ ਰਹੇ ਨੇ ਖੁਦ ਮਿਰਜ਼ਾ ਸਾਹਿਬ ਭਾਈ ਤੁਹਾਡਾ ਇਹ ਦਾਵਾ ਹੈ ਨਜ਼ੀਰੇ ਤੁਹਾਡਾ ਇਹ ਦਾਵਾ ਹੈ ਕਿ ਮਿਰਜ਼ਾ ਸਾਹਿਬ ਦੀਆਂ ਸਭ ਪੇਸ਼ਗੋਈਆਂ ਸੱਚੀਆਂ ਨਿਕਲੀਆਂ ਨੇ ਸਿਰਫ ਇਹਦੇ ਬਾਰੇ ਇੰਨਾ ਕਹਿ ਦੋ ਕਿ ਮਿਰਜ਼ਾ ਸਾਹਿਬ ਦੀ ਇਹ ਪੇਸ਼ਗੋਈ ਸੱਚੀ ਨਿਕਲੀ ਹੈ ਬਿਲਕੁਲ ਬਿਕਰਮ व सय्यबुन ਇੱਕ ਕੁਵਾਰੀ ਤੇ ਇੱਕ ਹੈਲੋ ਗੱਲ ਤੇ ਯਾਰ ਕਰ ਲੈਂਦੇ ਵਿੱਚ ਨਾ ਬੋਲ ਮੈਂ ਕਿਹਾ ਕਿ ਸਿਰਫ ਇੰਨਾ ਦਾਵਾ ਕਰਦੇ ਕਿ ਇਹ ਪੇਸ਼ਗੋਈ ਸੱਚੀ ਨਿਕਲੀ ਹੈ ਬਿਕਰਮ व सय्यबुन ਇੱਕ ਕੁਵਾਰੀ ਤੇ ਇੱਕ ਬੇਵਾ ਨਾਲ ਨਿਕਾਹ ਹੋਵੇਗਾ ਇੰਨਾ ਕਹਿ ਦੇ ਕਿ ਇਹ ਸੱਚੀ ਨਿਕਲੀ ਚਲੋ ਆਖੋਂ ਵਾਲਾ ਆਮਿਰ ਨਜ਼ੀਰ ਸਾਹਿਬ ਮੈਂ ਕਹਿ ਰਿਹਾ ਕਿ ਜਿਹੜੀ ਪੇਸ਼ੈਂਟ ਗਈਆਂ ਨੇ
ਉਹਦੇ ਨਾਲ ਸ਼ਰਾਇਤ ਵੀ ਹੁੰਦੀਆਂ ਨੇ, ਅਗਰ ਸ਼ਰਾਇਤ ਪੂਰੀਆਂ ਹੁੰਦੀਆਂ ਨੇ। ਉਹ ਭਾਈ ਗੱਲ ਸੁਣ, ਇਹਦੇ ਨਾਲ ਸ਼ਰਤ ਇਹਦੇ ਨਾਲ ਕੋਈ ਸ਼ਰਤ ਨਹੀਂ, ਜਿਹੜੀਆਂ ਗੱਲਾਂ ਰੱਟੀਆਂ ਨੇ ਨਾ ਇਹਨਾਂ ਨੇ ਮੁਰੱਬੀਆਂ ਹੋਣ ਸ਼ੁਰੂ। तमाम जेड़े ने ना तमाम लोग जेड़े ने खुद पढ़नगे ते किसे नतीजे नज़ीरे यार खुद पढ़ियां ਤੁਹਾਡੀ ਵਿਕਰਮ ਦਾ ਸੈਯਬ ਨੇ ਗੱਲ ਸੁਣ, ਇੱਕ ਕੁਵਾਰੀ ਇੱਕ ਬੇਵਾ, ਇਹ ਪੇਸ਼ਗੋਈ ਪੂਰੀ ਹੋਈ ਹੈ, ਕਹਦੀ ਹੋਈ ਹੈ। ਅੱਛਾ ਤੁਸੀਂ ਇਹ ਪਤਾ ਕਿ ਇਹ ਹਵਾਲਾ ਇੱਥੇ ਲਗਾਓ ਸਾਂਝੇ, ਉਹਨਾਂ ਦੀ ਪੇਸ਼ਗੋਈ ਇੱਥੇ ਸਾਹਮਣੇ ਲਗਾਓ। ਲਓ ਜੀ ਮੁਫਤੀ ਸਾਹਿਬ, ਲਾਓ ਜੀ ਮੁਫਤੀ ਸਾਹਿਬ, ਲਾਓ ਜੀ, ਲਾਓ ਜੀ, ਲਾਓ ਉਹਨਾਂ ਦੀ ਪੇਸ਼ਗੋਈ ਕੀ ਉਹ ਦੱਸਦੇ ਨੇ, ਉਸੇ ਜੀ ਸਾਰੀ ਗੱਲ ਜਿਹੜੀ ਹੈ ਪਤਾ। ਅਗਰ ਉਹਦੇ ਵਿੱਚ ਗੱਲ ਮੌਜੂਦ ਹੋਵੇ, ਚਲੋ ਛੱਡੋ ਨਾ ਆਮੇ ਨਜ਼ੀਰ ਭਾਈ, ਨਹੀਂ ਐਂਡ ਥਰੂ ਪ੍ਰੋਪਰ ਚੈਨਲ ਟਰੋ ਤੇ ਬਿਹਤਰ ਹੈ। ਤੁਸੀਂ ਵੈਸੇ ਗੱਲ ਸ਼ੁਰੂ ਕੀਤੀ ਸੀ ਉਹ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਸਾਹਿਬ ਵਾਲੀ ਪੇਸ਼ਗੋਈ, ਉੱਥੋਂ ਤੁਸੀਂ ਅਗਲੀ ਤੇ ਆਏ ਹੋ। ਮੈਂ ਕਹਾਂਗਾ ਪਹਿਲੇ ਉਹਦੇ ਤੇ ਗੱਲ ਕਰੋ, ਪਹਿਲੇ ਨਹੀਂ ਬਸ ਇਹੀ ਨਹੀਂ ਮੈਂ ਕਹਿ ਰਿਹਾ ਝੂਠਾ ਜਿਹੜਾ ਹੋਏਗਾ ਸੱਚੇ ਦੀ ਜ਼ਿੰਦਗੀ ਚ ਮਰੇਗਾ। नहीं गल सुनो, सारे लोग जेड़े सुन रहे ने तल्ले खुद पेशगोई ते गल कर लेने हां। चलो मैं कह रहा कि तुसी जेड़ा ना जोर ना लगाओ, लोगों नु पढ़न दियो ते समझन दियो। नज़ीर कादियानी साहब जेड़ा पढ़ेगा वो मिर्जा जी ने जेड़ा फरमाया सी कि झूठा सच्चे दी जिंदगी च मरेगा, पेशगोई सच्ची साबित होई सी कि झूठी। मैं कह रहा उन्होंने फैसला सानू कबूल है, तुहाडे ते सुनी बहुत सारी पेशगोइयां कीतियां ने, पेशगोई सच्ची होई सी कि झूठी। अमृतसरी ਦੇ ਬਾਰੇ ਚ ਨਹੀਂ ਨੇ, ਬਹੁਤ ਸਾਰੀਆਂ ਹੋਰ ਵੀ ਪੇਸ਼ੈਂਟ ਜਿਹੜੇ ਲੋਕ ਬਹੁਤ ਸਾਰੀਆਂ ਬਾਤ ਕਰਾਂਗੇ। ਹਜ਼ਰਤ ਮੌਲਾਨਾ ਅੰਮ੍ਰਿਤਸਰੀ ਸਾਹਿਬ ਦੇ ਬਾਰੇ ਇਹ ਪੇਸ਼ਗੋਈ ਸੀ ਕਿ ਝੂਠਾ ਜਿਹੜਾ ਹੋਏਗਾ ਉਹ ਸੱਚੇ ਦੀ ਜ਼ਿੰਦਗੀ ਚ ਮਰ ਜਾਏਗਾ। ਇਹ ਪੇਸ਼ਗੋਈ ਮਿਰਜ਼ੇ ਕਾਦੀਆਨੀ ਦੀ ਪੂਰੀ ਹੋਈ ਕਿ ਨਹੀਂ ਹੋਈ? ਮੈਂ ਕਹਿੰਦਾ ਤੁਸੀਂ ਇੱਥੇ ਲਗਾਓ ਸਾਹਮਣੇ ਤੇ ਪੜਦੇ ਆਂ। ਦੱਸੋ ਤਾਂ ਸਹੀ ਨਾ, ਸਭ ਨੇ ਕੀ ਲਾਓ ਦੱਸੋ ਵੀ ਇੱਥੇ ਸਹੀ ਨਾ। ਤਹਕੀਕ ਤੇ ਤੁਸੀਂ ਨਹੀਂ ਕੀਤੀ, ਤੁਸੀਂ ਕੀ ਕਹਿੰਦੇ? ਕੋਈ ਨਹੀਂ ਪੂਰੀ ਹੋਈ, ਤੁਸੀਂ ਤੇ ਤਹਕੀਕ ਕਰਕੇ ਹੀ ਤੇ ਉਹਨੂੰ ਸੱਚਾ ਮੰਨਿਆ ਨਾ। हाँ हाँ बिल्कुल सच है। ठीक है, ਤੁਹਾਨੂੰ ਤੇ ਪਤਾ ਹੈ। ਦੱਸੋ ਇਹ ਉਹਦੀ ਪੇਸ਼ਗੋਈ ਸੱਚੀ ਸਾਬਤ ਹੋਈ ਹੈ ਕਿ ਝੂਠੀ? ਜੀ ਸੱਚੀ ਸਾਬਤ ਹੋਈ ਹੈ, ਸਾਰੀ ਸੱਚੀ ਸਾਬਤ ਹੋਈ ਹੈ, ਬਿਲਕੁਲ। ਔਰ ਅਸੀਂ ਤੇ ਮਨਾਦੀ ਕਰਨੇ ਵਾਲੇ ਦੀ ਮਨਾਦੀ ਸੁਣੀ ਹੈ। ਮੈਂ ਗੱਲ ਸੁਣ ਲਓ ਨਾ, ਸੱਚੀ मान ले बस गल खत्म। और नज़ीर साहब रुक भी तो जाओ ना यार, की हो गया भाई? सारे दोस्तों ने सुन लिया, ਐਵੇਂ ਕਹਾਣੀਆਂ ਪੜਦੇ। ਇੱਕ ਮਿੰਟ ਯਾਰ, ਰੁਕ ਵੀ ਤੇ ਜਾ ਨਾ ਯਾਰ, ਰੁਕ ਵੀ ਤੇ ਜਾ। मैं कोई गाला करना पिया, रुक। नहीं कोई नहीं गाला, तुसी मैं किताब पढ़ो, सारी दुनिया यार। नज़ीर एक मिनट रुक जाना यार, की मसला है यार? नहीं कुछ किताब खोलो ना, वो गल भी ना करो, जा चुप भी ते कर ना, एक मिनट नहीं अपने कोलो गल्ला ना करो, किताब खोलो, वेल लो यार। गल नहीं पेशेंट कोई खोलो, पेशेंट कोई खोलो, माइक म्यूट करे यार, गल नहीं करन दे यार। लो जी, नज़ीर कादियानी मुरब्बी साहब अज दी डेट 18 दिसंबर 2025 और पाकिस्तानी टाइम 9:37 होए ने रात दे, ते तस्लीम कर लिया कि जनाब मिर्जा कादियानी दी पेशगोई बिल्कुल सच्ची साबित हुई कि मिर्जे कादियानी ने पेशगोई की सी कि जेड़ा झूठा होएगा, झूठा वो सच्चे दी जिंदगी च मर जाएगा। मिर्जा कादियानी झूठा सी, वो सच्चा गुलाम मौलाना सनाउल्लाह अमृतसरी उस सच्चे दी जिंदगी दे विच मर गया। मौलाना सनाउल्लाह अमृतसरी गालबन कोई 20 साल बाद उन्हां दा विसाल होया, और ए झूठा ते कादियानी मुरब्बी दौड़ गए, नाल ही दौड़ भी गए हो। कम अज कम अज हक तस्लीम किया नज़ीर ने। मैं पूरी जमाते अहमदिया नूं मुबारकबाद पेश करना वा कि तुहाडा मुरब्बी जलीलुल कदर मुरब्बी तस्लीम कर गया कि बिल्कुल है पेशगोई सच्ची साबित हुई। अल्हम्दुलिल्लाह सब मुसलमानां नूं कादियानियां नूं मुबारकां होण भाई, मुबारक। मौलवी सनाउल्लाह झूठा पै गया सी, उन्हें पेशगोई कबूल ही नहीं सी कीती, चैलेंज कबूल ही नहीं सी कीती। यक ना दो शुद्ध रहील मुरब्बी आ गया है। हां जी तुसी दसो, ਤੁਹਾਡੇ ਕੋਲ ਇਹੋ ਹੀ ਸਵਾਲ ਤੁਹਾਡੇ ਕੋਲ ਹੋਵੇ ਕਿ ਮਿਰਜ਼ੇ ਕਾਦੀਆਨੀ ਨੇ ਪੇਸ਼ਗੋਈ ਕੀਤੀ ਸੀ। ਯਾਰ ਸੁਣ ਵੀ ਤੇ ਲੈ, ਉਹ ਵੀ ਬੋਲਣ ਨਹੀਂ ਸੀ ਦਿੰਦਾ, ਤੂੰ ਵੀ ਨਹੀਂ ਬੋਲਣ ਦੇਣਾ। ਮਿਰਜ਼ੇ ਕਾਦੀਆਨੀ ਦੀ ਪੇਸ਼ਗੋਈ ਦਾ ਪਤਾ ਜੇ ਕੀ ਸੀ? ਪੇਸ਼ਗੋਈ ਪੜੋ ਹਾਂ ਜ਼ਰਾ, ਕੀ ਇਹ ਪੇਸ਼ਗੋਈ ਕੀ ਸੀ? ਪੇਸ਼ਗੋਈ दसो। ले दौड़ गए। मुहिक इम्तिहान। मिर्जा कादियानी कहता मेरी पेशगोइयां मेरा मुहिक इम्तिहान ने, मैनू सच्चा या झूठा करन दा। रूहानी खजाइन जिल्द 5 सफा 288 जाके चुक के वेख लो भाई। वाज़े तरीन गल है, मिर्जे दे सच्चे होने या झूठे होने दा फैसला ओदी पेशगोइयां ने। अगर पेशगोइयां नू वेख लो, अगर वो सच्चियां ने ते मिर्जा सच्चा, अगर झूठियां ने तो मिर्जा झूठा है। बस फैसला खत्म हो जाता है, कोई लंबी चौड़ी गुफ्तगू इधर उधर है ही नहीं। उन्हें वेखो इत्थे
ਉਹਨੇ ਹਜ਼ਰਤ ਈਸਾ ਅਲੈਹਿਸਲਾਮ ਦਾ ਮੌਜੂ ਕਿ ਹਜ਼ਰਤ ਈਸਾ ਅਲੈਹਿਸਲਾਮ ਜ਼ਿੰਦਾ ਨੇ ਜਾਂ ਫੌਤ ਹੋ ਗਏ ਨੇ, ਇਹ ਨਹੀਂ ਉਹਨੇ ਕਿਹਾ। ਨਬੂਵਤ ਜਾਰੀ ਹੈ ਜਾਂ ਬੰਦ ਹੋ ਗਈ, ਇਹ ਨਹੀਂ ਸੁਕਿਆ। ਉਹਨੇ ਕਿਹਾ ਮੇਰੇ ਸੱਚੇ ਜਾਂ ਝੂਠੇ ਹੋਣ ਦਾ ਮਿਆਰ ਵਫਾਤੇ ਮਸੀਹ ਦਾ ਮੌਜੂ ਨਹੀਂ, ਮੇਰੀ ਪੇਸ਼ਗੋਈਆਂ ਨੇ, ਪੇਸ਼ਗੋਈਆਂ। ਤੇ ਕਾਦੀਆਨੀ ਮਿਰਜ਼ੇ ਦੀ ਪੇਸ਼ਗੋਈਆਂ ਦੇ ਗੱਲ ਹੀ ਨਹੀਂ ਕਰਦੇ, ਤੇ ਜਿਹੜਾ ਉਹਨੇ ਮਿਆਰ ਬਣਾਇਆ ਹੀ ਨਹੀਂ ਉਹਦੇ ਉੱਤੇ ਗੱਲ ਕਰਦੇ ਨੇ। ਅਜੀਬੋ ਗਰੀਬ ਮਖਲੂਕ ਯਾਰ। ਹਾਂਜੀ, इमरान साहब आए ने जी, करो जी गल जी। अस्सलाम वालेकुम शाह साहब जी। वालेकुम सलाम सर जी। मैं उस जमात उस पारदा नहीं, मैं इस पारदा, मेरे गल ना हो। अच्छा जी, अच्छा जी। मैं क्या शायद कोई अच्छा जी। दोस्तों साहिबान, अज मेरी नवी किताब आई है जनाब कादियानी तौहीद, और 256 सफ़ियां दी किताब है, और ਇਹਦੇ ਚ ਮੁxtਲਿਫ ਬਾਬ ਬੰਨੇ ਗਏ ਨੇ। ਹਰ ਬਾਬ ਦੇ ਆਖਰ ਤੇ ਇੱਕ ਬਾਬ ਜਦੋਂ ਖਤਮ ਹੁੰਦਾ ਨਾ, ਉਹਦੇ ਆਖਰ ਤੇ ਉਸ ਬਾਬ ਦੇ ਜਿਹੜੇ ਹਵਾਲੇ ਹੁੰਦੇ ਨੇ ਉਹਨਾਂ ਦੇ ਅਸਲ ਸਕੈਨ ਲਾ ਦਿੱਤੇ ਗਏ। ਠੀਕ ਹੈ ਜੀ, ਕਾਦੀਆਨੀ ਕਿਤਾਬਾਂ ਦੇ ਅਸਲ ਸਕੈਨ ਤੁਹਾਨੂੰ ਹਰ ਬਾਬ ਦੇ ਆਖਰ ਦੇ ਵਿੱਚ ਮਿਲ ਜਾਣਗੇ। ਆਪਣੇ ਕੋਲੋਂ ਅਸੀਂ ਕੋਈ ਗੱਲ ਨਹੀਂ ਕੀਤੀ, ਹੱਤਾ ਕਿ ਇਬਾਰਤਾਂ ਨੂੰ ਹਾਈਲਾਈਟ ਤੱਕ ਕਰ ਦਿੱਤਾ ਗਿਆ। ਠੀਕ ਹੈ ਜੀ, ਇਹ ਅਸਲ ਕਿਤਾਬ ਦਾ ਸਕੈਨ ਹੈ ਕਾਦੀਆਨੀ ਕਿਤਾਬਾਂ ਦਾ। ਠੀਕ ਹੈ ਜੀ, ਪੂਰੀ ਕਿਤਾਬ ਦੇ ਵਿੱਚ। ਅੱਛਾ, ਇਸ ਕਿਤਾਬ ਚ ਕੀ ਗੁਫ਼ਤਗੂ ਹੋਈ ਹੈ, ਮੈਂ ਲੁਬੇ ਲੁਬਾਬ ਤੇ ਖੁਲਾਸਾ ਅਰਜ਼ ਕਰ। ਕਾਦੀਆਨੀ ਜਿਹੜਾ ਕਹਿੰਦੇ ਨੇ ਲਾ ਇਲਾਹਾ ਇल्लल्लाह, ਕਿ ਅੱਲਾਹ ਤੋਂ ਸਿਵਾ ਕੋਈ ਇਬਾਦਤ ਦੇ ਲਾਇਕ ਨਹੀਂ, ਕੋਈ ਮਾਬੂਦ ਨਹੀਂ, ਕੋਈ ਖੁਦਾ ਨਹੀਂ। ਉਹ ਅੱਲਾਹ ਤੋਂ ਮੁਰਾਦ ਮਿਰਜ਼ੇ ਕਾਦੀਆਨੀ ਨੂੰ ਲੈਂਦੇ ਨੇ। ਉਹ ਕਹਿੰਦੇ ਨੇ ਕਿ ਜਿਹੜਾ ਅੱਲਾਹ ਵੇ ਨਾ ਹੋਵੇ ਮਿਰਜ਼ਾ ਗੁਲਾਮ ਕਾਦੀਆਨੀ ਮਿਰਜ਼ੇ ਕਾਦੀਆਨੀ ਦੀ ਇਬਾਦਤ ਕਰਦੇ ਨੇ। ਔਰ ਤੁਹਾਨੂੰ ਇਹ ਸੁਣ ਕੇ ਹੈਰਾਨਗੀ ਹੋਏਗੀ, ਇਹ ਕਿਤਾਬ ਦੇ ਵਿੱਚੋਂ ਪੜ੍ਹ ਲਿਆ ਜੇ ਕਿ ਕਾਦੀਆਨੀ ਜਦੋਂ ਜ਼ਿੰਦਾ ਸੀ ਮਿਰਜ਼ਾ ਕਾਦੀਆਨੀ, ਤੇ ਉਹਨੂੰ ਕਾਦੀਆਨੀ ਆ ਕੇ ਸਜਦਾ ਕਰਦੇ ਹੁੰਦੇ ਸਨ। ਉਹਦੇ ਮਰਨ ਤੋਂ ਬਾਅਦ ਉਹਦੀ ਕਬਰ ਨੂੰ ਸਜਦਾ ਕਰਦੇ ਰਹੇ। ਸਾਡੀ ਤਬਲੀਗ ਹੋਏਗੀ, ਜਿੰਨਾ ਮੌਲਵੀ ਝੂਠ ਬੋਲੇਗਾ ਉਨੀ ਸਾਡੀ ਤਬਲੀਗ ਹੋਏਗੀ, ਲੋਕੀ ਕਿਤਾਬਾਂ ਪੜ੍ਹ ਲੈਣਗੇ। ਆਪਣੇ ਪਸੰਦ ਦੀ ਸਤਰ ਨਾ ਲਾ। ਕੌਣ ਬੋਲ ਰਹੇ ਨੇ? ਕੋਈ ਨਜ਼ਰ ਨਹੀਂ ਆ ਰਿਹਾ ਬੰਦਾ। ਰਹੀ ਲੈ, ਇਹ ਕਿੱਥੋਂ ਕਿਹੜੀ ਖੁੱਡ ਚੋਂ ਬੋਲ ਰਹੇ? ਤੋਤਿਆਂ ਮਗਰ ਇਹਨਾਂ ਨੂੰ ਰਟਾਈਆਂ ਨੇ ਮੌਲਵੀ ਝੂਠ ਬੋਲਦਾ। ਬਸ ਇਹਨਾਂ ਨੂੰ ਮੁਰੱਬੀਆਂ ਨੇ ਇੱਕ ਗੱਲ ਸਿਖਾਈ ਏ ਕਿ ਬਸ ਨਾ ਜਾ ਕੇ ਨਾਰਾ ਮਾਰਦੇ ਨਾ ਮੌਲਵੀ ਝੂਠ ਬੋਲਦਾ। ਬਸ ਹਵਾ ਇੱਧਰ ਦੀ ਟੁਰੇ ਇੱਧਰ ਦੀ ਟੁਰੇ, ਮੌਲਵੀ ਝੂਠ ਬੋਲਦਾ। ਬਸ ਜਦ ਕਿ ਅਸੀਂ ਕਾਦੀਆਨੀ ਕਿਤਾਬਾਂ ਦੇ ਵਾਲੇ ਦਿੱਤੇ ਨੇ, ਨਾ ਹੀ ਉਹਨੇ ਹਜੇ ਤੱਕ ਦਲੀਲ ਪੜ੍ਹੀ ਏ ਨਾ ਹੀ ਸੁਣੀ ਏ, ਤੇ ਆਰਾਮ ਨਾਲ ਉਹਨੇ ਇੱਕ ਨਾਰਾ ਮਾਰ ਦਿੱਤਾ ਮੌਲਵੀ ਝੂਠ ਬੋਲਦਾ। ਵੇਖਿਆ ਬਈ ਤੂੰ ਅਜੇ ਦਲੀਲ ਤੇ ਪੜ੍ਹੀ ਕੋਈ ਨਹੀਂ ਕਿ ਮੌਲਵੀ ਨੇ ਆਪਣੀ ਕਿਤਾਬ 'ਚ ਲਿਖਿਆ ਕੀ ਹੈ, ਤੇ ਤੂੰ ਕਿੰਝ ਕਹਿ ਛੱਡਿਆ ਕਿ ਮੌਲਵੀ ਝੂਠ ਬੋਲਦਾ? ਹੋ ਸਕਦਾ ਉਹ ਗੱਲ ਸੱਚੀ ਹੋਏ। ਇਹ ਕਾਦੀਆਨੀ ਤਰਬੀਅਤ ਹੈ, ਇਹ ਕਾਦੀਆਨੀਆਂ ਦੀ ਇੱਕ ਨੇਚਰ ਹੈ। ਗੁਲਜ਼ਾਰ ਖਾਨ ਸਾਹਿਬ ਆ ਗਏ ਨੇ, ਇਹਨਾਂ ਨੂੰ ਪਤਾ ਜੀ। ਹਾਂ, ਗੁਲਜ਼ਾਰ ਖਾਨ ਸਾਹਿਬ ਕਰਨਗੇ ਕੋਈ ਗੱਲ ਜੀ। ਪਤਾ ਨਹੀਂ, ਸ਼ਾਇਦ ਗਲਤੀ ਨਾਲ ਉੱਥੇ ਚੜ ਗਏ ਨੇ ਜੀ। ਭਾਈ ਜੀ ਕਰ ਲੋ, ਕੋਈ ਗੱਲਬਾਤ ਕਰ ਲੋ। अस्सलाम वालेकुम सारे साहब आए ने जी। वालेकुम सलाम सर। ਪਹਿਲੇ ਤੇ ਬਹੁਤ ਬਹੁਤ ਸਲਾਮ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ, ਤੇ ਤੁਹਾਡੀ ਜਹਾਦ ਦਾ, ਤੁਹਾਡੇ ਤਬਲੀਗ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਹੜੇ ਨਾ ਸਮਝ ਲੋਕ ਨੇ ਉਹਨਾਂ ਵਾਸਤੇ ਬੜਾ ਨੌਲੇਜ ਸਪਰੈਡ ਕਰ ਰਹੇ ਹੋ। ਸਰ ਮੇਰਾ ਸਿਰਫ ਇੱਕ ਸਵਾਲ ਹੈ ਕਿ ਇਹਦੇ ਬਾਰੇ ਚ ਦੱਸ ਦਿਓ। ਅਕਸਰ ਮੇਰੀ ਉਹਨਾਂ ਨਾਲ ਬਹਿਸ ਹੁੰਦੀ ਰਹਿੰਦੀ ਹੈ ਕਿ ਉਹ ਕਹਿੰਦੇ ਨੇ ਕਿ ਜੀ ਨਬੂਵਤ ਦਾ ਸਿਲਸਿਲਾ ਜਾਰੀ ਹੈ, ਪਹਿਲੀ ਚੀਜ਼, ਔਰ ਅਸੀਂ ਕਹਿੰਦੇ ਹਾਂ ਕਿ ਖਾਤਮੁਨ ਨਬੀਨ ਸੱਲੱਲਾਹੁ ਅਲੈਹਿ ਵਸੱਲਮ, ਤੇ ਉਹਨਾਂ ਨੂੰ ਮੁਫਤੀ ਤਤੀ ਮੋਤਰ ਮਸੀਹ ਟੱਟੀ ਮੂਤਰ, ਮਿਰਜ਼ਾ ਕਾਦੀਆਨੀ ਮਸੀਹ ਟੱਟੀ ਮੂਤਰ। ਤੁਸੀਂ ਮੇਰੇ ਰਸਾਲੇ ਦਾ ਨਾਮ ਵਿਗਾੜ ਛੜੇ, ਨਾ ਕਰੋ ਬੇਸ਼ੱਕ। ਮੇਰੀ ਕਿਤਾਬ ਹੈ ਪੂਰੀ ਮਿਰਜ਼ਾ ਕਾਦੀਆਨੀ ਮਸੀਹ ਟੱਟੀ ਮੂਤਰ। ਤੁਸੀਂ ਇੰਝ ਨਾ ਕਰੋ, ਗਲਤ ਕੰਮ ਨਾ ਕਰੋ, ਮੇਰੀ ਕਿਤਾਬਾਂ ਦੇ ਨਾਮ ਨਾ ਵਿਗਾੜੀ ਜਾਓ। ਤੇ ਆਪ ਸਭ ਮੈਂ ਸਿਰਫ ਉਹ ਸਵਾਲ ਕਰ ਰਿਹਾ ਸੀ ਕਿ ਜਦੋਂ ਉਹਨਾਂ ਨੂੰ ਕਹੋ ਕਿ ਵਾਲੇਕੁਮ अस्सलाम, एक मिनट जरा, एक मिनट शिव ते पढ़ना मुफ्ती साहब।
जी कदियानी मुरब्बी साहब आए ने दुरूद शरीफ सुना दो ਮਾਜੇ ਸਾਹਿਬ ਤਸ਼ਰੀਫ ਲਿਆਏ ਨੇ। ਮਾਜੇ ਸਾਹਿਬ ਹਜੇ ਹੁਣ ਤਜ਼ਕਰਾ ਹੋ ਰਿਹਾ ਸੀ, ਚਲੋ ਇਹ ਮਸੀਹ ਟੱਟੀ ਮੂਤਰ ਤੇ ਕਰ ਲੈਨੇ ਆ। ਇਹ ਕੀ ਮਾਜਰਾ ਹੈ ਹਜ਼ਰਤ? ਮਸੀਹ ਸਾਹਿਬ ਬੜੀ ਟੱਟੀ ਮੂਤਰ ਮਾਰਦੇ ਨੇ। ਨਹੀਂ, ਪਹਿਲੇ ਤੁਸੀਂ ਦੁਰੂਦ ਸ਼ਰੀਫ ਪੜੋ, ਦੁਰੂਦ ਸ਼ਰੀਫ ਪੜੋ। ਮੁਸਲਮਾਨ ਦੁਰੂਦ ਸ਼ਰੀਫ ਤੇ ਇੱਕ ਅਲੱਗ ਚੀਜ਼ ਹੈ, ਟੱਟੀ ਮੂਤਰ ਇੱਕ ਅਲੱਗ ਚੀਜ਼ ਹੈ। ਤੁਸੀਂ ਮੁਸਲਮਾਨ ਤੋਂ ਬਾਹਰ ਤੇ ਕਢਾਉਣਾ ਉਹਨਾਂ ਨੂੰ, ਉਹ ਤੇ ਬਾਅਦ ਚੋਂ ਲਟਰੀਨ ਤੋਂ ਬਾਹਰ ਨਿਕਲਣਗੇ, ਵੁਜ਼ੂ ਕਰਨਗੇ, ਬਾਅਦ ਚੋਂ ਕਿਧਰੇ ਦਰੂਦ ਪਾਕ ਦੀ ਵਾਰੀ ਆਏਗੀ ਤਾਂ ਜਿੱਤੇ ਜੀ ਉਹਨਾਂ ਦਾ ਲੋਟਾ ਹੱਥ ਚ ਵੇ ਕੀ ਚੱਕਰ ਕੀ ਮਾਜਰਾ ਕੀ ਹੈ, ਚੱਕਰ ਕੀ ਹੈ? ਇਹਨਾਂ ਨੂੰ ਤੁਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਹਜ਼ਰਤ ਮਸੀਹ ਸਾਹਿਬ ਨੂੰ ਲਟਰੀਨ ਨੂੰ ਬਾਹਰ ਤੇ ਕੱਢੀਏ? ਟੁਰ ਗਏ ਹੋ, ਚਲੋ ਦਰੂਦ ਸੁਣਾਇਆ ਬਗੈਰ ਹੀ ਟੁਰ ਗਏ। ਇਹ ਸਵਾਲ ਮੇਰਾ ਐਸੇ ਕਿ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਉਹ ਖਾਤਮੁਨ ਨਬੀयीन ਨੇ, ਨਬੀ ਪਾਕ ਸੱਲੱਲਾਹੁ अलैहि वसल्लम। अच्छा आप जरा सुन लो जरा दिल साहब, आपका नाम की है? सर मेरा नाम साहिब है, साहिब अहमद। हैं? साहिब अहमद। साहिब अहमद जी। अच्छा साहिब, बात सुने, ये मौजू नहीं है हमारा कादियानियों के साथ। सर मेरा एक सवाल है सिर्फ आपसे, उसको कंफर्म वही मैं सवाल ही कर रहा हूँ, सवाल का जवाब ही दे रहा हूँ कि ये सवाल नहीं है, ये कोई सवाल नहीं है कि लो जी मैं कादियानियों से खत्म नबूवत की बात करता हूँ तो वो कहते हैं खत्म नबूवत जारी है तो नबूवत जारी है, तो ये कोई सवाल ही नहीं, ये कोई बात ही नहीं। ये कोई बात हो तो मैं इसका जवाब दूं भाई, नबूवत खत्म हो गई है या जारी है? हजरत ईसा अलैहिस्सलाम फोत हो गए हैं या वो जिंदा है? उसका तल्लक इस मिर्जा कादियानी टट्टी मूत्र से किया है। सवाल ये है, सवाल ये है कि देखो जी नबूवत जारी है या बंद हो गई है, वो मसला भी छोड़ दो थोड़ी देर के लिए। हमें तो बात करनी है कि मिर्जा गुलाम कादियानी शराबी था, बेशक इस शराबी के ऊपर बात करनी है। हमें बात करनी है कि मिर्जा कादियानी जानी था, जानी, बेशक हमें इसके ऊपर बात करनी है। बेशक वो जो भी था, हमें बात करनी है कि मिर्जा कादियानी चूड़ा था, चूड़े से मिर्जा बना। ये किताब है, ये मेरी किताबें हैं, मुफस्सल किताबें हैं, बिल्कुल ठीक, जो कादियानी किताबों के असली स्कैन इनके अंदर मौजूद है। हमें इसके ऊपर बात करनी है कि मिर्जा कादियानी एक बहुत बड़ा गालीबाज था, हमें इसके ऊपर बात करनी है। इस पे बात नहीं करनी कि नबूवत जारी है कि बंद हो गई है, हजरत ईसा अलैहिस्सलाम जिंदा है कि या के फोत हो गए, इस पे बात नहीं करनी हमने तो मिर्जे के ऊपर करनी है। वो करो भाई, इसका जवाब दो, पहले उसको एक शरीफ इंसान साबित करो, अगले सारे सवालों के तुम्हारे जवाब बाद में मिले। जी बिल्कुल ठीक हो, बिल्कुल ठीक हो, ठीक हो जी। अस्सलाम वालेकुम साहब, आपका नाम नहीं लिखा हुआ, आपने अस्सलाम वालेकुम लिखा हुआ। आप कह रहे हैं कि हम लोग जाहिल हैं, कोई हमें समझाए ना, फिर कोई अच्छी बात। अच्छा जी जनाब, ये जो मुफ्ती साहब बैठे हुए हैं, इन्होंने लगता है कि कोई इस्लाम की बुक नहीं पढ़ी हुई, ये सिर्फ बस ये टट्टी मुत्तर की बात है। हाँ जी, हाँ, जो बस शर्म नहीं आती आपको, देखिए आपको शर्म नहीं आती, आपको वो सवाल कर रहे हैं, आप उसकी ना दूसरी बात को पढ़नी आती है ना आप। अच्छा मेरी बात सुने, चले ठीक है, इस्लाम की नहीं बात कर रहे, अच्छा बात कर लेते हैं। अच्छा मेरी बोलोगे तो फिर आगे मैं टुरना था ना, तो तेरे को चलना की तेरे को कुछ इल्म क्या है? ना तो कुरान पाक पढ़ना है, ना तो नमाज पढ़ना है, ना हाँ जी किताबां जी। मिर्जा कादी तू कोई किताब लिखी, तू कोई किताब लिखी, मौलवी साहब तुसी कोई किताब लिखी है, किताब लिखी है, तुसी कुरान पाक दा तर्जुमा नहीं सही तरह कर सकते पूरे। मेरी गल सुन, तू पहले है देख जिल्द 17 सफा 470 ते अगर इन्हीं किताबां बुरियां ने पढ़ना क्यों, इन्हां नु क्यों पढ़ना है? बुरियां किताबां नहीं छੱਡ दे, तेरे कोल कोई किताब ही नहीं हैगी, तेरे कोल कोई किताब नहीं हैगी मौलवी, तेरे कोल कोई किताब नहीं हैगी, कोई किताब नहीं तेरे कोल हैगी, सिर्फ इन्हू ना 3-4 बारी पढ़, तू 3-4 कुरान पाक ही पढ़ लिया कर यार। किताबां बुरियां क्यों पढ़ना है? अगर किताबां बुरियां क्यों पढ़दा पे है, कुरान पाक पढ़िया कर। बुरियां ना पढ़िए, नहीं कुरान पाक पढ़, फिर तेरा मौलवी होने का की फायदा है? मिर्जे के इस्लाम साड़ क्यों नहीं जे देंदे जे इन्नी तेरे ਤੁਹਾਨੂੰ मिर्जे साड़ देंगे, तू क्यों पढ़ना? तेरे लिए तो बनी नहीं, तू तो शैतान है, नमरूद है। गल सुनो, नहीं मौलवी तेरे लिए नहीं बनी, क्यों पढ़ना है? अपनी कोई किताब लिख ले, भी ते देई दी हुंदी है ना। तू पिछले अद्धे घंटे तू बोल रहे हो, साडी भी सुन ले ना, साडी भी सुन ले ना।
ਝੂਠੇ ਹਵਾਲੇ ਲਾ ਰਹੇ ਹੈ, ਝੂਠੀਆਂ ਗੱਲਾਂ ਦੱਸ ਰਹੇ ਹੈ। ਪਹਿਲੇ ਤੂੰ ਲਾਇ ਮੁਹੰਮਦ ਰਸੂਲ ਦਾ ਝੂਠਾ ਕਲਮਾ ਦੀ ਗੱਲ ਕੀਤੀ। ਰੂਹਾਨੀ ਖਜ਼ਾਨੇ ਤੂੰ ਆਪਣੇ ਮਾਂ-ਬਾਪ ਦੀ ਕਸਮ ਚੁੱਕ ਕੇ ਕਹਿ ਕੇ ਲਾਇ ਮੁਹੰਮਦ ਰਸੂਲ ਦਾ ਕਲਮਾ ਨਹੀਂ ਪੜਦੇ, ਕਿਉਂ ਲੋਕਾਂ ਨੂੰ ਝੂਠ ਦੱਸ ਰਹੇ? ਰੂਹਾਨੀ ਖਜ਼ਾਨ ਜਿਲਦ 5 ਤੂੰ ਆਪਣੀ ਕਬਰ 'ਚ ਜਾਣਾ ਹੈ ਜਾਂ ਮੇਰੀ ਗੱਲ ਸੁਣ, ਤੂੰ ਆਪਣੀ ਕਬਰ 'ਚ ਜਾਣਾ ਹੈ ਜਾਂ ਦੂਜੇ ਦੀ ਕਬਰ 'ਚ ਜਾਣਾ? ਮਿਰਜ਼ਾ ਕਾਦੀਆਨੀ ਕਹਿੰਦਾ ਕੰਜਰੀ ਦੇ ਮੇਰੀ ਗੱਲ ਮੇਰੀ ਕਿਤਾਬਾਂ ਨੂੰ ਨਹੀਂ ਮੰਨਦੇ। 80% ਤੁਸੀਂ ਕੰਜਰੀ ਦੇ ਪਰਸਨ ਲੋਕ ਕਹਿੰਦੇ ਨੇ ਸੇਮ ਕੁਰਾਨੇ ਪਾਕ ਪੜ੍ਹਦੇ ਨੇ, ਸੇਮ ਕਲਮਾ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਮੰਨਦੇ ਨੇ। ਤੂੰ ਇੱਥੇ ਬੈਠਾ ਝੂਠ ਬੋਲ ਰਿਹਾ, ਤੂੰ ਝੂਠ ਬੋਲ ਰਿਹਾ। ਤਾਂ ਹੀ ਤੇ ਆਪਣੀਆਂ ਕਿਤਾਬਾਂ ਦੇ ਵਿੱਚ ਮਿਰਜ਼ੇ ਕਾਦੀਆਨੀ। ਅੱਛਾ ਮੇਰੀ ਗੱਲ ਸੁਣੀ, ਮੈਂ ਤੇਰੇ ਨਾਲ ਸਵਾਲ ਕਰਨਾ। ਅੱਛਾ ਮੈਂ ਤੇਰੇ ਇੱਕ ਸਵਾਲ ਕਰਨਾ ਮੌਲਵੀ ਸਾਹਿਬ, ਤੁਹਾਡੇ ਇੱਕ ਸਵਾਲ ਕਰਨਾ। ਗੱਲ ਤੇ ਸੁਣਨਾ ਮੌਲਵੀ, ਗੱਲ ਤੇ ਸੁਣਨਾ। ਇੱਕ ਸੈਕਿੰਡ ਸਵਾਲ ਕਰਨਾ ਕਿ ਕੰਜਰੀ ਦੇ ਬੱਚੇ ਜਿਹੜੇ ਹੁੰਦੇ ਨੇ। ਅੱਛਾ ਮੇਰੀ ਗੱਲ ਸੁਣ, ਮੈਂ ਤੈਨੂੰ ਗੱਲ ਦੇਖ, ਮੈਂ ਤੈਨੂੰ ਗੱਲ ਨਹੀਂ ਕੱਢਿਆ, ਤੂੰ ਗੱਲ ਨਾ ਕੱਢ। ਮੇਰੀ ਗੱਲ ਸੁਣ ਮਿਰਜ਼ੇ ਨੇ ਤਾਂ ਯਾਰ ਗੱਲ ਤੇ ਸੁਣਨਾ। ਅੱਛਾ ਮੇਰੀ ਗੱਲ ਦੇਣਾ ਪਿਆ। ਅੱਛਾ ਮੈਂ ਇੱਕ ਸਵਾਲ ਕਰਨਾ ਮੌਲਵੀ ਸਾਹਿਬ ਨੇ, ਇੱਕ ਸਵਾਲ ਕਰਨਾ ਤੁਹਾਡੇ ਨਾਲ, ਇੱਕ ਸਵਾਲ ਕਰਨਾ। ਕੰਜਰੀ ਦੇ ਬੱਚੇ ਇੱਕ ਸਵਾਲ ਕਰਨਾ ਮੌਲਵੀ ਗਾਲਾਂ ਨਾ ਕੱਢ। ਮੌਲਵੀ ਸਾਹਿਬ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣਦਾ ਪਿਆ, ਮੈਂ ਗੱਲ ਨਹੀਂ ਕਰਦਾ ਪਿਆ। ਫਿਰ ਮੇਰੇ ਸਵਾਲ ਦਾ ਜਵਾਬ ਦੇ ਦੇ। ਮੈਂ ਸਿੰਪਲ ਸਵਾਲ ਕਰਨਾ। ਮਿਰਜ਼ੇ ਦਾ ਜਾ ਕੇ ਗਿਰੇਬਾਨ ਫੜੋ। ਅੱਛਾ ਮੈਂ ਤੈਨੂੰ ਇੱਕ ਸਵਾਲ ਕਰਨਾ, ਇਸਲਾਮੀ ਸਵਾਲ ਨਹੀਂ ਕਰਦਾ ਮੈਂ। ਕੰਜਰੀ ਦਾ ਬੱਚਾ ਕਿਹਾ ਜੇ, ਹੁਣ ਮੇਰੇ ਸਵਾਲ ਦਾ ਜਵਾਬ ਦੇਣਾ ਕਿ ਨਹੀਂ ਦੇਣਾ? ਯਾਰ ਗਾਲਾਂ ਤੇ ਤੂੰ ਮੈਂ ਥੱਲੇ ਉਤਰੀਆਂ, ਤੂੰ ਗਾਲਾਂ ਕਰਦਾ ਰਿਹਾ, ਪਰ ਸਵਾਲ ਦਾ ਜਵਾਬ ਦੇ। ਮਿਰਜ਼ਾ ਕਰਦਾ ਰਿਹਾ ਯਾਰ ਗੱਲ ਤੇ ਸੁਣਨਾ। ਅੱਛਾ ਗੱਲ ਸੁਣ, ਅੱਛਾ ਗੱਲ ਸੁਣ। ਮਿਰਜ਼ਾ ਕਾਦੀਆਨੀ ਸੀ। ਅੱਛਾ ਫਿਰ ਗੱਲ ਸੁਣਿਆ, ਤੇਰੀ ਕਿਤਾਬ ਤੇਰੇ ਅਲਫਾਜ਼ ਨੇ। ਮੌਲਵੀ ਸਾਹਿਬ ਗੱਲ ਤੇ ਸੁਣਨਾ, ਇੱਕ ਸਵਾਲ ਦਾ ਜਵਾਬ ਦੇ ਦੇ। ਗੱਲ ਕੱਢੀ ਹੋਏ ਤੁਹਾਨੂੰ ਦੱਸੋ। ਅੱਛਾ ਮੌਲਵੀ ਸਾਹਿਬ ਇੱਕ ਸਵਾਲ ਦਾ ਜਵਾਬ ਦੇ। ਉਹ ਮੌਲਵੀ ਸਾਹਿਬ ਇੱਕ ਸਵਾਲ ਦਾ ਇੱਕ ਨਹੀਂ ਇੱਕ ਗੱਲ ਸੁਣ, ਇੱਕ ਸਵਾਲ ਦਾ ਜਵਾਬ ਦੇ। ਮੌਲਵੀ ਸਾਹਿਬ ਮੇਰੀ ਜਾਂ ਤੁਸੀਂ ਸਵਾਲ ਸਾਡੇ ਸਵਾਲ ਦਾ ਜਵਾਬ ਦੇਣਾ ਜਾਂ ਅੱਛਾ ਮੇਰੀ ਗੱਲ ਸੁਣਨਾ। ਮੇਰੀ ਬੱਚਾ ਮਿਰਜ਼ਾ ਕਾਦੀਆਨੀ ਕਹਿੰਦਾ ਪਿਆ। ਨਹੀਂ ਫਿਰ ਮੇਰੀ ਗੱਲ ਸੁਣ, ਇੱਕ ਸਵਾਲ ਮਿਰਜ਼ਾ ਕਾਦੀਆਨੀ ਕਹਿੰਦਾ ਤੁਸੀਂ ਕੰਜਰੀ ਦੇ ਬੱਚੇ ਆਓ ਕਿ ਨਹੀਂ ਦੱਸੋ। ਉਹ ਯਾਰ ਮੇਰੀ ਗੱਲ ਸੁਣ ਤੂੰ ਮੌਲਵੀ ਸਾਹਿਬ, ਮੇਰੇ ਸਵਾਲ ਦਾ ਬੜਾ ਸਿੰਪਲ। ਤੁਸੀਂ ਮੰਨਦੇ ਤੁਸੀਂ ਰੂਹਾਨੀ ਖਜ਼ਾਨ ਪੜ੍ਹੀ ਹੈ, ਕੰਜਰੀ ਦੇ ਪੁੱਤਰ ਨਹੀਂ। ਮੇਰੀ ਗੱਲ ਸੁਣੋ, ਤੇ ਜੇ ਤੁਸੀਂ ਰੂਹਾਨੀ ਖਜ਼ਾਨ ਪੜ੍ਹੀ, ਗੱਲ ਤਾਂ ਸੁਣ ਲਓ ਨਾ। ਮੌਲਵੀ ਸਾਹਿਬ ਇੱਕ ਸਵਾਲ ਦਾ ਜਵਾਬ ਤੁਸੀਂ ਬੜੇ ਵੱਡੇ ਕੰਜਰੀ ਦੇ ਪੁੱਤਰ ਹੋ। ਮੇਰੀ ਗੱਲ ਮਿਰਜ਼ਾ ਕਹਿੰਦਾ ਜੇ ਪਿਆ। ਉਹ ਮੌਲਵੀ ਸਾਹਿਬ ਗੱਲ ਸੁਣ, ਗੱਲ ਸੁਣ ਲੈ। ਇਹ ਤੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੱਸ ਰਿਹਾ ਲੋਕਾਂ ਨੂੰ। ਓਏ ਲੱਖ ਦੀ ਲਾਨਤ। ਗੱਲ ਸੁਣ ਲੈ, ਫਿਰ ਗੱਲ ਸੁਣ ਲੈ। ਇੱਕ ਸਵਾਲ ਦਾ ਜਵਾਬ ਦੇ। ਟੱਪਣਾ ਤੂੰ ਇੱਕ ਸਵਾਲ ਦਾ ਜਵਾਬ ਦੇਣਾ। ਇੱਕ ਸਵਾਲ ਦਾ ਤੂੰ ਜਵਾਬ ਨਹੀਂ ਦੇ ਸਕਦਾ। ਤੈਨੂੰ ਦੂਦ ਸ਼ਰੀਫ ਤੈਨੂੰ ਆਂਦੀ ਨਹੀਂ ਹੈਗੀ। ਪਹਿਲੇ ਗੱਲ ਤੇ ਸੁਣ ਲੈ, ਗੱਲ ਸੁਣ ਲੈ, ਗੱਲ ਸੁਣ ਲੈ। ਦੂਦ ਦਾ ਇਹਦੇ ਨਾਲ ਕੀ ਤਲਕ ਹੈ? ਤੇ ਤੇਰਾ ਕੀ ਤਲਕ ਹੈ ਮੇਰੇ ਨਾਲ ਚੀਜ਼ਾਂ ਨਾਲ? ਜਾਂ ਤੇਰਾ ਕੀ ਤਲਕ ਹੈ ਨਾ ਚੀਜ਼ਾਂ? ਯਾਰ ਤੂੰ ਮੇਰੀ ਗੱਲ ਸੁਣ, ਤੇਰਾ ਕੀ ਤਲਕ ਹੈ ਬੁੱਕਾਂ ਨਾਲ? ਨਾਲੇ ਤੂੰ ਇਹਨਾਂ 'ਚ ਬੁਰਾਈਆਂ ਕੱਢ ਰਿਹਾ, ਨਾਲੇ ਤੂੰ ਪੜ੍ਹਨਾ ਰੋਜ਼ ਇਹਨਾਂ ਨੂੰ। पुराने पाक तो पढ़ता नहीं है, आई बुक का सिर्फ पढ़ना सारी जा रही है। बुक निकालना। मौलवी साहब मेरी बात सुन, मेरी बात सुन। तूने रूहानी खुज़ैन पढ़ी है ना, उसमें ये बताया कि नबी की कितनी दफा दुरूद भेजा, वो तूने लोगों को बताया। तूने कोई किताब लिखी है जिसमें दुरूद भेजा? एक भाई साडे ने एक हाँ भाई ताडे ने ये किताब लिखी। पुराने पाक वालों 5 वक्त की नमाज पढ़ लो। ओही इनफ है क्या? जरा तेनू रूहानी खुज़ैन इतनी बुरी लगती है, पढ़ना क्यों? सारी जिंदा तो रखी है मेरी अपनी किताब खो गई। हाँ हुन सारे कुत्ते डाल के पहले जवाब दे लेना। रूहानी खुज़ैन से कितनी दफा लिखा हुआ है, नबी के सल्लल्लाहु अलैहि वसल्लम में कितनी दफा दुरूद भेजा, वो भी लोगों को बताया कर। अगर 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 तेरे पास इतनी अक्ल है ना, तो रूहानी खुज़ैन को ना उसमें देखा कर कि नबी करीम सल्लल्लाहु अलैहि वसल्लम में कितनी दफा दुरूद भेजा गया, कभी किसी ने बताया? वो तूने तो कभी कभी किसी को बोला नहीं है। अभी तुम लोग ऐसी बातें कर रहे हो अपने आप को मुसलमान कहते हो। मेरा इधर उधर IM का सूद लेकर बोल रहे हो। अभी इधर लगा रहा तेरे लिए। आज रात तेरी अच्छी गुजरेगी तो सुकून से तेरी गुजरेगी। मिर्जा का झूठ बोलने वाले बोलते ना, झूठ जितना बोलना बोलता रहा, जो तूने देना। नबी की रसूल का दुरूद लगा रहा है। रूहानी खुज़ैन में कितनी दफा दुरूद भेजा गया नबी की रसूल पे। झूठ बोल रहा है, तू झूठ बोल रहा है। तुझे जमात की तरक्की बर्दाश्त नहीं हो रही तेरे से। तू निकाल, तू मुझे बता नबी की रसूल में दुरूद नहीं भेजा गया, हवाला लगा। लगा हवाला, तेरे पास कौन सी किताब है? तूने कौन सा किताब लिखी? तूने एक किताब नहीं लिखी, तो अलग नहीं लिखनी आती, तो कुरान पाक की दूर शिव नहीं पढ़नी आती, तो सूरत नहीं पढ़नी आती। तू लोगों को बोला कि टट्टी मुझे बोलो, लाना तेरे जैसे मौलवी को ऊपर हजार। कुत्ते के बच्चे हो, कटोरे के नहीं हो, कुत्ते के बच्चे हो कि नहीं हो?
वो मेरे ख्याल में कुत्ते का बच्चा जो है ना चला गया है। कुंडी ला ले मतलब कुत्ती का बच्चा बोल रहा है, ये कुत्ती का कुंडी ला ले, नसर नहीं देना इन्हू, कुंडी ला ले, असू नसर नहीं देना रहील मुरब्बी ने। बाहरों कुंडी ला लो, बाहरों कुंडियां लाओ, इन्हू बिठा के रखो। रहील मुरब्बी सिर्फ मौलवी वो जरा अहमदी का पुत्र ਤੁਹਾਡੀਆਂ ਕਿਤਾਬਾਂ ਤੋਂ ਸਾਬਤ ਕੀਤਾ ਹੈ ਮਿਰਜ਼ਾ ਕਹਿੰਦਾ ਮੈਂ ਹਰਾਮੀ ਆ। मिर्जा हरामी ਉਹਨੂੰ ਸਾਬਤ ਕੀਤਾ ਹੈ। अहमदी ਦਾ ਜਵਾਬ ਨਹੀਂ ਦੇ ਸਕਿਆ, अहमदी मुसलमान ਦਾ जवाब नहीं दे सकिਆ, अहमदी मुसलमान ਦਾ जवाब नहीं दे सकिਆ। मिर्जा हरामी मुसलमान कह रहे हैं तू कुत्ते का बच्चा है। मौलवी ਦਾ इस्लाम, ਇਹ ਮੌਲवी ਦਾ ਇਸਲਾਮ, ਇਹ ਮੌਲवी ਦਾ ਇਸਲਾਮ, ਇਹ ਮੌਲवी ਦਾ ਇਸਲਾਮ, ਤੁਹਾਡੀਆਂ ਕਿਤਾਬਾਂ ਦਾ ਇਸਲਾਮ, ਤੁਹਾਡੀਆਂ ਕਿਤਾਬਾਂ ਅਸਲ ਕਿਤਾਬਾਂ ਦੇ ਮੌਲवी ਦਾ ਇਸਲਾਮ। 10 ਦਲੀਲਾਂ ਮਿਰਜ਼ੇ ਦੇ ਹਰਾਮੀ ਹੋਣਾ ਸੇ 10 देवबंदी करो कुत्ती दा बच्चा है, देवबंदी नु मोची कहंदा, देवबंदी नु मोची दा कहंदा, देवबंदी कुत्ती दा बच्चा है, पुत्रा तू इस मोची दा पुत्र, कादियानी ये बताओ कुत्ती का बच्चा है या नहीं है? मानते हो कुत्ती का बच्चा है? वो सरकारी मुसला, वो सरकारी मुसला, वो सरकारी मुसला। ओए दस भाई तू कुत्ती दा बच्चा ओए एक अहमदी दा जवाब नहीं दे सके, ये लानती गाला कढ दे, एक अहमदी दा जवाब नहीं दे सके। कुत्ती दा बच्चा पूरा है ना अपनी मां को मेरे साथ कुत्ती का बच्चा साबित कर रहा है। ਉਹ ਦੁਨੀਆ ਕਰਦਾ अपनी मां ਤੇ ਅਮਲ ਭਾਈ ਗੌਰ ਕਰੋ ਨਾ प्लीज अपनी मां ਉਹਨੂੰ ਅਸੀਂ ਕੁੱਤੀ ਦਾ ਬੱਚਾ ਕਹਿੰਦੇ ਆ अपनी मां को कुछ साबित नहीं कर, जवाब नहीं दे सके। मौलवी खुश हो रहा, मौलवी खुश हो रहा, अपनी मां को कुत्ती ना कह, बगैरत अपनी मां को कुत्ती कह रहा, बगैरत अपनी मां को कुत्ती कह रहा, बगैरत अपनी मां ने कुत्तू कह रहा। अच्छा ये बताओ कुत्ती का बच्चा हो या नहीं? मुफ्ती तटी मोतर, मुफ्ती तटी मोतर, मुफ्ती तटी मोतर। चलो ਜਿਹੜਾ ਕਤੂਰਾ ਮੇਰਾ ਖਿਆਲ ਹੈ ਜਿਹੜਾ ਇਹ ਚਲਾ ਗਿਆ। ਯਾਰ ਜਿਨ੍ਹਾਂ ਨੂੰ ਇਹ ਮੇਰੇ ਕਿਤਾਬਾਂ ਚਾਹੀਦੀਆਂ ਹੋਣ ਤੇ ਮੇਰੇ WhatsApp ਤੇ ਰਾਬਤਾ ਕਰੋ ਬਈ, ਕਿਤਾਬਾਂ ਲਵੋ, ਸਾਰੇ ਪੜੋ ਤੇ ਜਦੋਂ ਕੋਈ ਕਾਦੀਆਨੀ ਆਏ ਤੇ ਉਹਦੇ ਅੱਗੇ ਮੇਰੀਆਂ ਕਿਤਾਬਾਂ ਕਰ ਦਿਆ ਕਰੋ। ਇਹ ਕਿਤਾਬਾਂ ਲਵੋ ਬਈ ਸਾਰੇ ਮੁੰਡੇ, ਇਹ ਸ਼ਰੀਨੀ ਮੰਡੀ ਦੀ ਲੈ ਜਾਓ ਬਈ ਬੱਚੋ, ਬਾਲੋ ਕੁੜੀਓ, ਚੀਜੀ ਮੰਡੀ ਦੀ ਲੈ ਜਾਓ ਬਈ। ਜਲਦੀ ਮੇਰੇ WhatsApp ਤੇ ਰਾਬਤਾ ਕਰੋ, ਮੈਂ ਸਭ ਨੂੰ ਕਿਤਾਬਾਂ ਸੈਂਡ ਕਰਨਾ, ਸਭ ਨੂੰ। ਉਹ ਜਿਹੜਾ ਕਹਿ ਰਿਹਾ ਹੈ ਕਿ ਤੁਸੀਂ ਜਿਹੜਾ ਹੈ ਨਾ ਮੁਫਤੀ ਸਾਹਿਬ ਕਿਹਾ ਹੈ ਕਿ ਉਹ ਕੁੱਤੀ ਦਾ ਬੱਚਾ ਬਣ ਜਾਏ ਤੇ ਮੇਰਾ ਖਿਆਲ ਹੈ ਇਹ ਸਾਰੇ ਜਿਹੜੇ ਮਿਰਜ਼ਾਈ ਕੁੱਤੀ ਦੇ ਨਹੀਂ, ਉਹ ਸਿਰਫ ਕੁੱਤੀ ਦਾ ਬੱਚਾ ਹੀ ਨਹੀਂ, ਇਹਦੇ ਵਿੱਚ 3 ਹਵਾਲੇ ਮੈਂ ਲਾਏ ਜੇ। ਇੱਕ ਹਵਾਲੇ ਤੇ ਮਿਰਜ਼ਾ ਕਾਦੀਆਨੀ ਆਪਣੇ ਆਪ ਨੂੰ ਕੁੱਤੀ ਦਾ ਬੱਚਾ ਕਹਿੰਦਾ, ਇੱਕ ਚਾਹੁੰਦਾ ਕੁੱਤੇ ਦਾ ਬੱਚਾ, ਔਰ ਇੱਕ ਹਵਾਲੇ ਚ ਕਹਿੰਦਾ ਮੈਂ ਦੁਨੀਆ ਦਾ ਸਭ ਤੋਂ ਵੱਡਾ ਕੁੱਤਾ ਹਾਂ। ਅੱਛਾ, ਸਭ ਤੋਂ ਵੱਡਾ ਕੁੱਤਾ ਮੈਂ ਹੀ ਹਾਂ। ਨਹੀਂ ਉਹ ਤਾਂ ਬਿਲਕੁਲ ਉਸ ਦੀ ਸ਼ਕਲ ਤੋਂ ਨਜ਼ਰ ਆਉਂਦਾ ਹੈ। अस्सलाम वालेकुम जी। वालेकुम सलाम। क्या हाल है जनाब, ठीक हो? जी अल्हम्दुलिल्लाह। खलील साहब और नस गया? और नहीं, नस नुस जांदे ने कि ए किताब खलील साहब नवी आ गई है जी, छप के आ गई, अज ही आई है। कादियानी तौहीद पढ़न नाल ताल्लुक रखदी है। ਇਹਦੇ ਚ ਨਿਕਾਬ ਉਤਾਰਿਆ ਅਸਲ ਦੇ ਵਿੱਚ ਮੈਂ ਚਲੋ ਥੋੜਾ ਜਿਹਾ ਤਾਰੁਫ ਕਰਵਾ ਹੀ ਦਿਆਂ ਕਿ ਇੱਕ ਜਿਹੜੀ ਮੇਰੀ ਪਹਿਲੀ ਕਿਤਾਬ ਆਈ ਸੀ ਨਾ ਕਾਦੀਆਨੀ ਕਲਮਾ, ਹਾਂ ਮੈਨੂੰ ਪਤਾ ਹੈ, ਇਹਦੇ ਵਿੱਚ ਕਲਮੇ ਦਾ ਜਿਹੜਾ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਦਾ ਦੂਸਰਾ ਜੁਜ਼ ਹੈ ਨਾ, ਮੁਹੰਮਦ ਰਸੂਲullah, ਉਹਦੇ ਵਿੱਚ ਇਸ ਕਿਤਾਬ 'ਚ ਗੁਫ਼ਤਗੂ ਕੀਤੀ ਗਈ ਸੀ ਕਿ ਕਾਦੀਆਨੀ ਮਿਰਜ਼ੇ ਕਾਦੀਆਨੀ ਨੂੰ ਮੁਹੰਮਦ ਤਸਲੀਮ। ਬਿਲਕੁਲ ਬਿਲਕੁਲ। ਮੈਂ ਤੇ ਇਹ ਕਿਤਾਬ ਹੈ ਨਾ ਜਿਹੜੀ ਕਾਦੀਆਨੀ ਤੌਹੀਦ, ਇਹਦੇ ਵਿੱਚ ਲਾ ਇਲਾਹਾ ਇल्लल्लाह ਦੀ ਗੁਫ਼ਤਗੂ ਕੀਤੀ ਗਈ, ਯਾਨੀ ਕਲਮੇ ਦੇ ਪਹਿਲੇ ਜੁਜ਼ ਦੇ ਉੱਤੇ ਕਿ ਇਹ ਅੱਲਾ ਵੀ ਮਿਰਜ਼ੇ ਕਾਦੀਆਨੀ ਖੰਦੀਰ ਨੂੰ ਸਮਝਦੇ ਨੇ। जी जी जी। ये ऊपर कौन बैठा है जी? गुलजार के नाज बस उंदे जांदे ने। ये मेरा लाल जी मिर्जा ही है, मिर्जा टट्टी मुतर है। किताबां भाई मेरे को हासिल करनियां ने, तुसी जिन्हों हार्ड कापी चाहिए होए या PDF चाहिए होए दोवें मिल जाणगियां, और फ्री ऑफ दी कास्ट, हार्ड कापी भी फ्री ते PDF भी फ्री। किताबां सेल नहीं करते,
ਫ੍ਰੀ ਤਕਸੀਮ ਕਰਨੇ ਆ। ਅਗਰ ਕਾਦੀਆਨੀ ਉੱਪਰ ਬੈਠਿਆ ਬੰਦਾ ਤਾਂ ਉਸ ਦੱਸੋ ਕਿ ਉਸ ਨੂੰ ਮੈਂ ਪੁੱਛਣਾ ਵਾ ਕਿ ਮਿਰਜ਼ਾ ਕਾਦੀਆਨੀ ਦੇ ਪਿਓ ਦਾ ਨਾਂ ਕੀ ਹੈ? ਅਗਰ ਕਾਦੀਆਨੀ ਹੈ ਜੇ ਉਹ ਤੇ ਵਲਦ ਨਾ ਮਾਲੂਮ ਹੈ ਨਾ, ਉਹ ਮਿਰਜ਼ਾ ਹਰਾਮੀ ਰਸਾਲੇ ਦੇ ਵਿੱਚ ਮੈਂ ਦੱਸਿਆ ਵਲਦ ਦੇ ਨਾ, ਉਹਦਾ ਤੇ ਪਤਾ ਹੀ ਨਹੀਂ ਸੀ ਉਹਦਾ ਪਿਓ ਕਿਹੜਾ। ਉਸ ਦੇ ਪਿਓ ਦਾ ਨਾਂ ਹੈ ਹੁਲੁਲੁਲੂ। ਕੋਈ ਵੀ ਨਹੀਂ ਅੱਜ ਤੱਕ ਨਹੀਂ। ਹਰਾਮੀ ਤਾਰੀਖ ਖਾਮੋਸ਼ ਹੈ, ਤਾਰੀਖ ਖਾਮੋਸ਼ ਹੈ ਮਿਰਜ਼ਾ ਕਾਦੀਆਨੀ ਦੇ ਵਾਲਦ ਦੇ ਨਾਮ ਦੱਸਣ ਤੋਂ। ਅਰਸ਼ਦ ਗੋਂਦਲ ਸਾਹਿਬ ਕਿਤਾਬਾਂ ਖਾਮੋਸ਼। ਮੈਂ ਪੜਿਆ ਲਿਖਿਆ ਨਹੀਂ ਹੈ, ਮੈਂ ਸਿਰਫ ਇਤਨਾ ਚਾਹੀਦਾ ਕਿ ਮਿਰਜ਼ਾ ਕਾਦੀਆਨੀ ਦੇ ਪਿਓ ਦਾ ਨਾਂ ਕੀ ਸੀ? ਅਰਸ਼ਦ ਗੋਂਦਲ ਸਾਹਿਬ ਕਾਦੀਆਨੀ ਕੋਲ ਸਵਾਲ ਉਹਦਾ ਨਾਂ ਸੀ ਹੁਲੁਲੁਲੂ। और अरशद गोंदल साहब का पता कर लेंदे हो कौन ने? अरशद गोंदल साहब पली तो तशरीफ लाए हैं। अरशद गोंदल साहब जी अस्सलाम वालेकुम व रहमतुल्लाहि व बरकातहू। मोहतरम मैं ट्रेन विच बैठे हाँ तो फिर तुहानू भी डिस्टर्बिंग होंदी है, इस तो मैं म्यूट कीते है। हाँ ठीक है। नहीं अपना ये तो दस दे मुसलमान हो या मिर्जाई हो? अल्हम्दुलिल्लाह जी नहीं, अगर मरज़ई हुंदे ते चीका मारनियां सन इन्होंने बैठदे हैं। नहीं अल्हम्दुलिल्लाह चुप करके आके बह जाएगा, समझ लो मुसलमान है। एक कादियानी आती है जरा है ना, वो लत्ता चुक लेगा। गुलजार ਨੂੰ ओपन करो जी, जिन्हें म्यूट लाया है। म्यूट खुलेगा। की नाम है कैसर भाई? जी 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 WhatsApp मेरा पता नहीं ਤੁਹਾਡਾ ਹੈ ਵੇ ਕਿਧਰੇ ਜਾਂ ਕਿੱਥੇ, ਤੇ ਮੈਸੇਜ ਇੱਕ ਕਰਨਾ ਹੈ ਕਿ ਭਾਈ ਇਹ ਕਿਤਾਬਾਂ ਭੇਜ ਦਿਓ। ਠੀਕ ਹੈ ਠੀਕ ਹੈ। ਤੇ ਇਹ PDF ਕਿਤਾਬਾਂ ਆਪਣੇ ਮੁੰਡਿਆਂ ਕੋਲ ਸਾਰਿਆਂ ਕੋਲ ਹੋਣੀਆਂ ਚਾਹੀਦੀਆਂ ਨੇ। ਤੁਹਾਨੂੰ ਭੇਜ ਦਿਆਂਗਾ, ਫਿਰ ਤੁਸੀਂ ਅੱਗੋਂ ਆਪਣੇ ਸਾਰੇ ਯਾਰ ਬੇਲੀਆਂ ਨੂੰ ਸੈਂਡ ਕਰ ਦੇਣੀਆਂ। ठीक गुलजार के ओपन करो म्यूट। आ जाओ, मुझे कादियानी है तो म्यूट ओपन करो तो आ जाओ। पीर साहब ਦੇ ਪੜ੍ਹੇ ਲਿਖੇ ਨੇ ਤੇ ਮੈਂ ਪੜ੍ਹਿਆ ਲਿਖਿਆ। ਮੇਰੀ SAID ਦੇ ਬਾਇਓ ਦੇ ਵਿੱਚ, ਪ੍ਰੋਫਾਈਲ ਦੇ ਵਿੱਚ ਮੇਰਾ WhatsApp ਨੰਬਰ ਲਿਖਿਆ ਹੈ ਭਾਈ। ਜੀ ਜੀ म्यूट नहीं पढ़ता ਪਿਆ ਬੰਦਾ ਜੀ। ਬਸ ਇੰਜ ਹੀ ਬੋਲਤੀਆਂ ਬੰਦ ਹੋ ਗਈਆਂ। ਨਜ਼ੀਰ ਸਾਹਿਬ ਪਟੋ ਮਿਊਟ ਇਹਦਾ। ਇਹ ਆਪਣੀਆਂ ਬਰਾਡਾਂ ਦੇ ਬਹਿ ਕੇ ਨਾ ਢਿੱਲੇ ਬੰਦਿਆਂ ਨੂੰ ਚੁੱਕਦੇ ਜੇ, ਜਿੰਨਾ ਵਿਚਾਰੇ ਨੂੰ ਪਤਾ ਹੀ ਕੁਝ ਨਹੀਂ ਹੁੰਦਾ ਹੈ। ਇਹ ਗੱਲ ਹੈ, ਇਹਦੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨਾਲ ਗੱਲ ਵੀ ਨਹੀਂ ਕਰਦੇ। ਗੱਲ ਕਰੋ ਨਾ, ਇੱਧਰ ਆ ਕੇ ਕਰੋ। ਤੁਹਾਡੀਆਂ ਓਰੀਜਨਲ ਕਿਤਾਬਾਂ ਮੇਰੇ ਕੋਲ ਸਾਰੀਆਂ ਪਈਆਂ ਨੇ, ਉੱਧਰ ਦੀ ਗੱਲ ਨਹੀਂ ਕਰਾਂਗੇ ਕੋਈ। 786 ਚੁੱਕਿਆ ਨਾ ਮੈਨੂੰ। ਤੇ ਐਲਾਨ ਵੀ ਸੁਣੋ ਭਾਈ ਮੁੰਡਿਓ, ਇਹ ਕਿਤਾਬਾਂ ਪੜ੍ਹ ਕੇ ਇਹਨਾਂ ਦੇ ਵਿੱਚੋਂ ਹਵਾਲੇ ਲੈ ਕੇ ਤੇ ਕਾਦੀਆਨੀਆਂ ਬਰਾਡਾਂ ਤੇ ਜਾ ਕੇ ਤੇ ਤੁਸੀਂ ਕਾਲ ਪਾਣੀ, ਕਾਲ ਪਾ ਕੇ ਤੇ ਉਹ ਗੱਲ ਪੂਰੀ ਬਰਾੜ ਦੇ ਵਿੱਚ ਬਿਆਨ ਕਰਨੀ। ਹਾਂ ਕਾਦੀਆਨੀਓ ਸਿੱਧ ਪਤਲੇ ਹੋ ਜਾਓਗੇ। ਅੱਛਾ ਮੈਂ ਸ਼ਾਹ ਜੀ ਤੁਹਾਨੂੰ ਜਿਹੜਾ ਹੈ ਨਾ ਮੈਸੇਜ ਕਰਸਾਂ ਤੇ ਮੈਂ ਨਹੀਂ ਜਿਹੜਾ ਹੈ ਨਾ ਸੈਂਡ ਕਰ। ਕਿੰਨਾ ਦੇ ਪਿਆਵਾਂ ਨਾ ਮੈਸੇਜ ਕਰੋਗੇ ਤੇ ਫੇਰ ਇਹ ਨਾ ਜੀ। ਔਰ ਦੂਸਰਾ ਮੇਰੀ ਆਦਤ ਨਹੀਂ ਹੈ ਧੱਕੇਸ਼ਾਹੀ ਕਰਨ ਦੀ, ਤੇ ਆਦਤ ਹੈ ਹੀ ਨਹੀਂ। ਮੇਰੇ ਕੋਲ ਹਜ਼ਾਰਾਂ ਬੰਦਿਆਂ ਦੇ WhatsApp ਨੰਬਰ ਸੇਫ ਨੇ, ਮੈਂ ਕਸਦਨ ਨਹੀਂ ਕਿਸੇ ਦੇ ਪਰਸਨਲ ਚ ਸੈਂਡ ਕਰਦਾ। ਹਾਂ ਕੋਈ ਤਲਬ ਕਰਦਾ ਹੈ ਤੇ ਫੇਰ ਉਹਨੂੰ ਕਰਾਂਗਾ, ਜ਼ਰੂਰ ਕਰਾਂਗਾ। ਤੇ ਉਹਨੇ ਤਲਬ ਕੀਤੀ ਹੈ। ਇੱਕ ਬੰਦੇ ਨੂੰ ਤਲਬ ਹੀ ਕੋਈ ਨਹੀਂ, ਉਹਨੂੰ ਕੋਈ ਸ਼ੌਕ ਨਹੀਂ, ਕੋਈ ਜ਼ੋਕ ਨਹੀਂ। ਮੈਂ ਵੀ ਧੱਕੇਸ਼ਾਹੀ ਕਿਉਂ ਕਰਾਂ? ਕਹਿੰਦੇ ਆ ਦਿਓਬੰਦ ਦੇ ਮੌਲਵੀ ਨੂੰ ਮੋਚੀ ਕਹਿੰਦੀ, ਤੂੰ ਸ਼ਾਹ ਸਾਹਿਬ ਕਹਿੰਦੇ ਮਰਜ਼ੀ ਕਹੋ ਮੈਨੂੰ, ਜੋ ਮਰਜ਼ੀ ਕਹੋ। ਮਿਰਜ਼ਾ ਤੇ ਆਪਣੇ ਮੂੰਹ ਕਹਿੰਦਾ ਸੀ ਨਾ, ਕੁੱਤੇ ਦਾ ਬੱਚਾ ਉਹਦੀ ਕੁੱਤੇ ਦਾ ਬੱਚਾ ਕਹਿੰਦਾ ਜਾਂ ਨਹੀਂ ਕਹਿੰਦਾ? ਨਹੀਂ, ਉਹ ਦਿਓਬੰਦ ਕਸਮ ਖੁਦਾ ਦੀ ਕਹਿੰਦੇ ਪਏ ਨੇ ਦੂਸਰੀ ਪਾਰਟੀ ਨੂੰ ਮੋਚੀ। ਤੂੰ ਆਪਣੇ ਆਪ ਨੂੰ ਕੁੱਤੇ ਦਾ ਬੱਚਾ ਮਿਰਜ਼ਾ ਸਾਹਿਬ ਦੇ ਫਤਵੇ ਦੇ ਮੁਤਾਬਿਕ ਉਹ ਹਰਾਮਜ਼ਾਦੇ ਆ, ਮੈਨੂੰ ਦੱਸ। ਕਹਿੰਦਾ ਜਾਂ ਨਹੀਂ? ਉਹ ਹਰਾਮਜ਼ਾਦਾ ਨਹੀਂ, ਦਿਓਬੰਦ ਤੇ ਤੁਹਾਡੇ ਭਰਾ ਨੇ ਨਾ, ਉਹ ਦਿਓਬੰਦ ਤੇ ਤੁਹਾਡੇ ਭਰਾ ਨੇ। ਤੂੰ ਆਪਣੇ ਆਪ ਨੂੰ ਕਤੂਰਾ ਸਮਝਦਾ? ਉਹ ਸ਼ਰਮ ਕਰ ਕੁਛ। ਉਹ ਦਿਓਬੰਦ ਨੂੰ ਮੋਚੀ ਕਹਿਣ ਦੇ, ਤੂੰ ਉਹਨੂੰ ਸ਼ਾਹ ਸਾਹਿਬ ਕਹਿਣ ਦੇ। ਤੂੰ ਸ਼ਰਮ ਕਰ ਲਾਂਤੀਆ, ਉਹ ਲਾਂਤੀਆ ਕੋ ਸ਼ਰਮ ਕਰ। ਉਹ ਦਿਓਬੰਦ ਤੁਹਾਡੇ ਭਰਾ ਜਿਹੜੇ ਨੇ ਉਹਨੂੰ ਮੋਚੀ ਕਹਿਣ ਦੇ ਨੇ, ਤੂੰ ਉਹਨੂੰ ਸ਼ਾਹ ਕਹਿਣ ਦੇ। ਸ਼ਰਮ ਕਰ, ਸ਼ਰਮ ਕਰ, ਕੁਛ ਬੋਲਦੇ ਆ। ਦਿਓਬੰਦ ਦਾ ਭਰਾ ਕਹਿੰਦੇ ਇਹਨੂੰ ਮੋਚੀ, ਕਸਮ ਖੁਦਾ ਦੀ ਦੂਸਰੀ ਬਰਾੜ ਤੇ ਦਿਓਬੰਦ ਨੂੰ ਮੋਚੀ ਕਹਿੰਦੇ, ਪਰ ਤੂੰ ਇਹਨੂੰ ਇਸਲਾਮ ਕਹਿੰਦੇ। ਉਹ ਆਪਣੀ ਮਾਂ ਨੂੰ ਵੀ ਕੁੱਤੀ ਕਹੀ ਜਾਣਦੇ, ਸ਼ਰਮ ਕਰ। ਓਏ ਆਪਣੀ ਮਾਂ ਨੂੰ ਵੀ ਕੁੱਤੀ ਕਹੀ ਜਾ ਰਹੇ, ਓਏ ਆਪਣੀ ਮਾਂ ਨੂੰ ਵੀ ਕੁੱਤੀ ਕਹੀ ਜਾ ਰਹੇ। ਬਗੈਰਤ ਹੋਰ ਵੀ ਲੋਕੀ ਬੈਠੇ ਨੇ, ਹੋਰ ਵੀ ਲੋਕੀ ਬੈਠੇ। ਤੂੰ ਆਪਣੀ ਮਾਂ ਨੂੰ ਕੁੱਤੀ ਕਹੀ ਜਾਣ ਡਿਆ, ਸ਼ਰਮ ਕਰ ਕੁਛ। ਤੂੰ ਆਪਣੀ ਮਾਂ ਨੂੰ ਕੁੱਤੀ ਕਹਿੰਦੇ, ਸ਼ਰਮ ਕਰ।
ਕੋਈ ਸ਼ਰਮ ਕਰ ਆਪਣੀ ਮਾਂ ਨੂੰ ਕੁੱਤੀ ਕਹਿਣ ਡਿਆ, ਕੋਈ ਸ਼ਰਮ ਕਰ। ਮੈਂ ਕਹਿਣ ਡਿਆ ਸ਼ਰਮ ਕਰ ਆਪਣੀ ਮਾਂ ਨੂੰ ਕੁੱਤੀ ਕਹਿਣ ਡਿਆ, ਸ਼ਰਮ ਕਰ ਆਪਣੀ ਮਾਂ ਨੂੰ ਕੁੱਤੀ ਕਹਿਣ ਡਿਆ। ਕੱਲ ਨੂੰ ਆਪਣੀ ਮਾਂ ਨੂੰ ਹੀਰਾ ਮੰਡੀ ਦਾ ਕੋਈ ਸ਼ਰਮ ਕਰ, ਕੋਈ ਸ਼ਰਮ ਕਰ ਆਪਣੀ ਮਾਂ ਨੂੰ ਕੁੱਤੀ ਕਹਿਣ ਡਿਆ। ਕੱਲ ਆਪਣੀ ਮਾਂ ਨੂੰ ਹੀਰਾ ਮੰਡੀ ਦੀ ਬੁੱਢੀ ਕੋਈ ਸ਼ਰਮ ਕਰ, ਕੋਈ ਸ਼ਰਮ ਕਰ ਨਾ ਆਪਣੀ ਮਾਂ ਨੂੰ ਕੁੱਤੀ ਕਹਿ। ਤੇਰੀ ਮਾਂ ਇੱਕ ਸ਼ਰੀਫ ਨਫਸ ਔਰਤ ਹੈ, ਤੇਰੀ ਮਾਂ ਇੱਕ ਸ਼ਰੀਫ ਨਫਸ ਔਰਤ ਹੈ, ਉਹਨੂੰ ਕੁੱਤੀ ਕਹੀ ਜਾਣ ਡਿਆ। ਤੇਰੀ ਮਾਂ ਇੱਕ ਸ਼ਰੀਫ ਨਫਸ ਔਰਤ ਹੈ, ਤੇਰੀ ਮਾਂ ਇੱਕ ਸ਼ਰੀਫ ਨਫਸ ਔਰਤ ਹੈ, ਤੇਰੀ ਮਾਂ ਇੱਕ ਸ਼ਰੀਫ ਨਫਸ ਔਰਤ ਹੈ, ਨਾ ਉਹਨੂੰ ਕੁੱਤੀ ਕਹਿ। अपनी माँ ही कुत्ती ना कह, बांदा गाल ना मकै। अच्छा मैं ये कहना चाहता हूँ कि ये मुफ्ती को जनाब साहब देवबंद मोची अपनी किताबें बेचनी है। तू अपने आप नु हर वेले अपने आप नु पेश कीता करके मैं कुत्ती का बच्चा हर जगह मौलवी बड़ा खुश हो रहा कि वो बंदा अपनी माँ नु कुत्ती कहन दिया। और तेरे में जेड़ा नसीब मौलवी साहब जिंदाबाद। अगर कोई मन मनने वाला अगर अपने आप नु कुत्ती दा मौलवी बच्चे ही जिंदाबाद। बच्चा ही एक मिनट मलक इमरान चुप करे ना, एक मिनट चुप कर। मौलवी बच्चे हाँ भाई रेल साहब तुसी ते नहीं आमद साहब तुसी ते गालां दी बराड़ ते बंदे ही नहीं। किन्ने गाल कड्डी मैं इत्थे नहीं किन्ने गाल ਇਹ ਕਹਿਣ ਡਿਆ ਕੁੱਤੀ ਕੁੱਤੀ ਆਪਣੀ ਮਾਂ ਨੂੰ ਕੁੱਤੀ ਕਹਿਣ ਡਿਆ। ਕੌਣ ਕਹਿਣ ਡਿਆ ਕੁੱਤੀ? ਇਹ ਜਿਹੜਾ ਹੁਣੇ ਬੋਲਣ ਡਿਆ ਸੀ ਆਪਣੀ ਮਾਂ ਨੂੰ ਕੁੱਤੀ ਕਹਿਣ ਡਿਆ, ਤੈਨੂੰ ਰੋਕਿਆ ਨਹੀਂ ਤੁਹਾਨੂੰ? ਮੈਂ ਨਹੀਂ ਸੁਣਿਆ। ਕਸਮ ਖਾ ਨਾ ਮਿਰਜ਼ਾ ਸਾਹਿਬ ਦੀ ਕਿਤਾਬ ਦੇ ਕਸਮ ਨਾ ਖਾ, ਇਬਾਰਤ ਪੜ੍ਹ ਕੇ ਆਪਣੀ ਮਾਂ ਨੂੰ ਕੁੱਤੀ ਕਹੀ ਜਾਣ ਡਿਆ ਕਿਉਂਕਿ ਇਸਲਾਮ ਤੇ ਜਿਹੜਾ ਗਾਲੀ ਤੁਸੀਂ ਦਿੰਦੇ ਹੋ ਆਪਣੀ ਮਾਂ ਨੂੰ ਕੁੱਤੀ ਜਿਹੜਾ ਮਿਰਜ਼ਾ ਸਾਹਿਬ ਨੇ ਕਿਹਾ ਉਹਨੂੰ ਸਾਦੁੱਲਾ ਲੁਧਿਆਣਵੀ ਨੂੰ। ਮਿਰਜ਼ਾ ਸਾਹਿਬ ਦੀ ਗੱਲ ਹੀ ਨਹੀਂ ਕਰਦਾ। ਇੱਕ ਮਿੰਟ ਖਲੋ ਤੇ ਜਾ ਨਾਲ ਵਾਰੀ ਨਾਲ ਗੱਲ ਕਰਨਾ, ਜੇ ਵਾਰੀ ਨਾਲ ਗੱਲ ਕਰਨਾ। ਉਹ ਗੱਲ ਤੇਰਾ ਅਸੂਲ ਹੈ ਕਿ ਜਿਹੜਾ ਕਿਸੇ ਨੂੰ ਆਖੀਏ ਉਹ ਆਪਣੇ ਹਲ ਆ ਜਾਂਦੀ ਐ, ਆਖਿਆ ਹੀ ਨਾ ਗੱਲ। ਜਿਹੜੀ ਗੱਲ ਕਿਸੇ ਨੂੰ ਆਖੀਏ ਕਿਸੇ ਦੀ ਮਾਂ ਨੂੰ ਆਖੀਏ ਆਪਣੀ ਮਾਂ ਨੂੰ ਲੱਗਦੀ ਹੈ ਤੇ ਮੁਤਫਿਕ ਹੈ ਨਾ। ਉਹ ਯਾਰ ਗੱਲ ਤੇ ਖਲੋ ਤੇ ਜਾਣਾ ਹੋਣਾ, ਉੱਚਾ ਨਹੀਂ ਬੋਲਣਾ। ਇਸ ਗੱਲ ਤੇ ਮੈਂ ਕਹਿੰਦਾ ਇਤਫਾਕ ਹੋ ਗਿਆ ਸਾਡਾ। ਉੱਚਾ ਨਹੀਂ ਬੋਲਣਾ, ਜਿਹੜਾ ਕਿਸੇ ਦੀ ਮਾਂ ਨੂੰ ਹਾਂ ਠੀਕ ਹੈ ਕੋਈ ਨਹੀਂ ਮੇਰੀ ਬਾਤ ਨਾਰਮਲ ਹੀ ਹੋਏਗੀ। ਤੈਨੂੰ ਬ੍ਰੇਕ ਕਹਿੰਦੇ ਨੇ ਹੁਣ ਦੱਸ। ਜਿਹੜਾ ਕਿਸੇ ਦੀ ਮਾਂ ਨੂੰ ਆਖਦਾ ਉਹ ਆਪਣੀ ਮਾਂ ਨੂੰ ਯਾਦ ਹੈ ਨਾ। ਦਿਓ ਦੇ ਓ ਹੈਲੋ ਗਾਲਾਂ ਤੇ ਆ ਗਿਆ। ਜਿਹੜਾ ਕਿਸੇ ਦੀ ਮਾਂ ਨੂੰ ਆਖਦਾ ਉਹ ਆਪਣੀ ਮਾਂ ਨੂੰ ਨਹੀਂ। ਮੈਂ ਤੇ ਗੱਲ ਨਹੀਂ ਕਰਦਾ ਕੋਈ ਗੱਲ। ਮੈਂ ਦੱਸ ਮੈਂ ਵਾਪਸ ਲੈ ਜਿਹਨੇ ਗਾਲ ਕੱਢੀ, ਜਿਹੜੀ ਜਿਹਨੂੰ ਗਾਲ ਕੱਢੀ ਆ ਹੁਣ ਫੌਰਨ ਜਿਹਨੇ ਕਿਹਾ ਵਾ ਉਹਨੂੰ ਕਿਹਾ ਨਾ ਕਿ ਤੂੰ ਖੁਦ ਕੁੱਤੀ ਦਾ ਬੱਚਾ ਜਿਹੜਾ ਗਾਲ ਕੱਢੀ। ਜਿਹੜਾ ਕਿਸੇ ਨੂੰ ਕੁੱਤੀ ਦਾ ਬੱਚਾ ਕਵੇ ਉਹ ਖੁਦ ਕੁੱਤੀ ਦਾ ਬੱਚਾ ਹੁੰਦਾ ਹੈ। ਖਲੋ ਤੇ ਜਾ ਰਹੇ ਯਾਰ, ਭਾਈ ਯਾਰ ਖਲੋ ਤੇ ਜਾ ਰਹੇ ਗੱਲ ਸੁਣ। ਜਿਹੜਾ ਇਹਨੂੰ ਕਹਿ ਰਿਹਾ ਸੀ ਹਾਂ ਮੈਂ ਤਾਂ ਕਹਿੰਦਾ ਜਿਹੜਾ ਕਿਸੇ ਨੂੰ ਕੁੱਤੀ ਦਾ ਬੱਚਾ ਕਹਿੰਦਾ ਉਹ ਗਲਤ ਕਰਨ ਦੇ, ਗਲਤ ਕਰਨ ਦੇ। ਤੇਰੀ ਗੱਲ ਤੇ ਜਵਾਬ ਦੇਣ ਲੱਗੇ, ਜੇ ਚੁੱਪ ਕਰੇਂਗੇ ਤਾਂ ਜਵਾਬ ਲੱਭੇਗਾ ਨਹੀਂ। अगर कोई बंदे का जवाब दे ना ऐसे ही बंदे का जवाब ओ ऐसे ही बंदे का जवाब देने लगा यार कि जेड़ा बंदा किसे नु चुप कर यार हाँ मकान लगे जेड़ा किसे नु कुत्ती दा बच्चा कहंदा खुद कुत्ती दा बच्चा हुंदा है। ये गल ठीक है? ने क्या से कुत्ती दा बच्चा हो गया। ओके अल्लाह हाफिज। एक मिनट खलो ते जाना और मैं तुम दसना कुत्ती का बच्चा वहां कुत्ती वहां लगा सारा कोई वहां लगा दौड़िया क्यों है? ओए होए होए ऐ जे ना दिलात ਇਹਨੂੰ ਇਸ ਗੱਲ ਦਾ ਵੀ ਡਰ ਹੈ ਵੀ ਜੇ ਮੈਂ ਕੁੱਤੀ ਦਾ ਬੱਚਾ ਵਾਲੇ ਅਸੂਲ ਤੇ ਖਲੋ ਗਿਆ ਕਿ ਕਿਸੇ ਨੂੰ ਕੁੱਤੀ ਦਾ ਬੱਚਾ ਆਖੀਏ ਤੇ ਬੰਦਾ ਆਪ ਕੁੱਤੀ ਦਾ ਬੱਚਾ ਹੋ ਜਾਂਦਾ ਹੈ ਤੇ ਇਹ ਵੀ ਗੱਲ ਪੈ ਜਾਣੀ ਹੈ ਮੇਰੇ, ਇਹ ਵੀ ਬੜਾ ਗੱਲ ਪੈ ਜਾਣੀ है। जी प्रोफेसर साहब आप भी अपना कोई बताएं हमें कोई प्रोफेसर साहब। मैं दो बंदे ਨੂੰ ਮਿਲਣ ਆਇਆ ਇੱਥੇ ਤੇ ਮੁਬਸ਼ਰ ਸਾਹਿਬ ਨੂੰ ਤੇ ਮਹਿਰ ਤੈयब ਸਾਹਿਬ ਆ ਗਏ ਨੇ ਵੀਰ ਨੇ ਆਪਣੇ। जी हुक्म करो जी। मैं तैयब साहब ਤੇ ਰਾਤੀ ਕਰਾ ਲਈ ਹਵਾਈ ਮੈਂ ਮੁਫਤੀ ਸਾਹਿਬ ਨੂੰ ਵੇਖਣਾ ਉਹਨਾਂ ਮੁਫਤੀ ਸਾਹਿਬ ਤੁਰ ਗਏ ਨੇ ਪਤਾ ਨਹੀਂ ਕਿੱਥੇ ਗਏ ਨੇ। ਗੱਲ ਕਰੋ ਸਵਾਲ ਕਰੋ ਸੁਣ ਰਹੇ ਨੇ। ਹੁਕਮ ਕਰੋ ਮੈਂ ਥੋੜਾ ਕੰਮੇ ਲੱਗਾ ਵਾਂ ਗੱਲ ਕਰੋ ਜਨਾਬ। ਨਾ ਮੈਂ ਤਾਂ ਚਿਹਰਾ ਵੇਖਣਾ, ਚਿਹਰਾ ਵੇਖਣ ਬਗੈਰ ਗੱਲ ਕਰੋਗੇ ਤੇ ਫੇਰ ਹੀ ਹੈ ਨਾ। ਹਾਂ ਮੈਂ ਚਿਹਰਾ ਵੇਖਣਾ ਤੇ ਚਿਹਰਾ ਵੇਖ ਕੇ ਕੀ ਕਰਨਾ? ਜਾਲੋ ਚਿਹਰਾ ਵੇਖ ਲੋ ਚਲੋ ਥੱਲੇ ਕਰੋ ਨਾ ਚਿਹਰਾ। ਚੁਪਾਨ ਕਿਉਂ ਡਏ ਯਾਰ? ਚਿਹਰਾ ਹੀ ਜੇ ਹੋ ਕੀ ਜੇ ਚਿਹਰਾ ਚੁਪਾਨ ਕਿਉਂ ਡਏ ਜੇ? ਇੰਨੀ ਸ਼ਰਮ ਆਉਂਦੀ ਹੈ ਮੇਰੇ ਕੋਲ। ਮੈਂ ਚਿਹਰਾ ਮੋਹਰਾ ਤੁਹਾਨੂੰ ਬਹਾ ਯਾਰ ਵੇਖੋ ਤੁਸੀਂ ਤਾਂ ਨਵੀਂ ਬੁੱਢੀ ਅੰਗਰੂ ਸ਼ਰਮਾਨ ਥੱਲੇ ਤੇ ਕਰੋ ਕੱਖ ਨਹੀਂ ਹੁੰਦਾ। ਚਿਹਰਾ ਬਦਲ ਨਾ ਲਈਏ ਥੋੜਾ ਜਿਹਾ ਹੈ ਥੋੜਾ ਚਿਹਰਾ ਬਦਲ ਲਈਏ ਲੋ। ਆਏ ਹਾਏ ਦੀਦਾਰ ਥੱਲੇ ਕਰਾਣਾ ਥੋੜਾ ਜਿਹਾ ਇੱਕ ਫੇਰ। ਨਹੀਂ ਇਹ ਬਦਲ ਤੇ ਲਿਆ ਚਿਹਰਾ ਦੀਦਾਰ ਯਾਰ ਇਹ ਦੇਖੋ ਨਾ ਮੁਫਤੀ ਸਾਹਿਬ ਇੰਜ ਨਾ ਕਰੋ ਥੱਲੇ ਕਰੋ ਯਾਰ ਕੀ ਕਰਨ ਡਏ? ਨਹੀਂ ਇਹ ਤੇ ਨਹੀਂ ਹੋਣੇ ਥੱਲੇ ਹੁੰਦਾ।
ਹਾਂ ਇਹ ਤੇ ਨਹੀਂ ਥੱਲੇ ਹੁੰਦਾ, ਜਿਹੜਾ ਉੱਤੇ ਹੋ ਗਿਆ ਮੁਬਸ਼ਰ ਸਾਹਿਬ ਥੱਲੇ ਤੇ ਕਰੋ ਯਾਰ, ਕੀ ਕਰਨ ਦੇ ਯਾਰ, ਜਿਹੜਾ ਉੱਤੇ ਹੋ ਗਿਆ ਉੱਤੇ ਹੀ ਰਹਿ ਰਿਹਾ। ਨਹੀਂ ਮੈਂ ਤੇ ਥੱਲੇ ਹੁੰਦਾ, ਮੈਂ ਤੇ ਚਿਹਰਾ ਮੁਨਾਫਿਕ ਚਿਹਰਾ ਵੇਖਣ ਆਇਆ ਸੀ, ਮਾਸ਼ਾਅੱਲਾ ਥੱਲੇ ਕਰੋ ਨਾ ਯਾਰ। ਹੈਲੋ ਪ੍ਰੋਫੈਸਰ ਸਾਹਿਬ, ਤੁਸੀਂ ਇਸ ਗੱਲ ਨਾਲ ਮੁਤਫਿਕ ਹੋ? ਪ੍ਰੋਫੈਸਰ ਸਾਹਿਬ, ਤੁਸੀਂ ਇਸ ਗੱਲ ਨਾਲ ਮੁਤਫਿਕ ਹੋ? ਜਿਹੜਾ ਕਿਸੇ ਦੀ ਮਾਂ ਨੂੰ ਗਾਲ ਕੱਢਦਾ ਉਹਦੀ ਆਪਣੀ ਮਾਂ ਨੂੰ ਲੱਗਦੀ ਹੈ, ਇਹ ਗੱਲ ਠੀਕ ਹੈ ਕਿ ਗਲਤ ਹੈ? ਹੋ ਗਿਆ ਮੁਫਤੀ ਸਾਹਿਬ ਟੁਰ ਗਏ ਨੇ ਯਾਰ, ਨਜ਼ੀਰ ਸਾਹਿਬ ਤੂੰ ਹਾਂ ਮੈਂ ਬੋਲ ਕੇ ਭਜਾ ਛੜਿਆ। ਮੈਂ ਕਿਹਾ ਜਿਹੜੀ ਮੈਂ ਪਿਆ ਗੱਲ ਕਰਨਾ, ਮੈਂ ਦੁਨੀਆਦਾਰੀ ਦੀ ਗੱਲ ਪਿਆ ਕਰਨਾ, ਕੋਈ ਐਡੀ ਔਖੀ ਤੇ ਗੱਲ ਹੀ ਨਹੀਂ ਪਿਆ ਕਰਦਾ। ਜਿਹੜਾ ਬੰਦਾ ਕਿਸੇ ਦੀ ਮਾਂ ਨੂੰ ਗਾਲ ਕੱਢਦਾ ਹੈ ਉਹਦੀ ਆਪਣੀ ਮਾਂ ਨੂੰ ਲੱਗਦੀ, ਗੱਲ ਠੀਕ ਹੈ? ਪਤਾ ਨਹੀਂ ਤੁਹਾਡੇ ਨਜ਼ਦੀਕ ਕੀ ਹੈ? ਨਹੀਂ ਸਾਡੇ ਨਜ਼ਦੀਕ ਤੇ ਇਹੀ ਹੈ। ਹਾਂ ਇਹੀ ਹੈ। ਅੱਛਾ ਯਾਰ ਮੇਰਾ ਤੁਹਾਡੇ ਨਾਲ ਇੰਟਰੈਕਸ਼ਨ ਨੂੰ ਵੇਖਣਾ ਹੁੰਦਾ, ਇਹ ਕਰ ਲੈਣੇ ਇੰਟਰੈਕਸ਼ਨ ਕਰਦੇ, ਕਿਹੜਾ ਕੋਈ ਮਤਲਬ ਹੈ ਕੋਈ ਸਾਈਨ ਕਰਾਣੇ ਪੈਂਦੇ ਨੇ ਉਹਦੇ ਤੇ ਕਾਗਜ਼ ਤੇ? ਇਹ ਕਸੂਲੀ ਗੱਲ ਠੀਕ ਹੈ ਕਿ ਗਲਤ ਹੈ? अस्सलाम वालेकुम। और मेहर साहब आ गए ने। मेहर साहब की हाल है? मेहर साहब म्यूट रखो जी एक मिनट। हाँ जी प्रोफेसर साहब, गल मैं क्या गलत पिया करना मैं कि सही पिया करना? जेड़ा किसी दी मां नूं गाल कड्डदा ओदी अपनी मां नूं लगदी है। ओ सर जी पता नहीं केड़ी कहानी सुनाण डे तुसीं? कोई कहानी नहीं सुनाण डे, कि जरनल गल पुछण डे आ भी जेड़ा किसी दी मां नूं गाल कड्डे ओदी अपनी मां नूं लगदी है। गल दा बैकग्राउंड तो दसो, मैं दस देना। मतलब बैकग्राउंड दे नाल गल हुंदी, गल ते असूली है। मैं तुहाडी मां नूं कड्डां या तुसीं मेरी मां नूं कड्डो, ਜਿਹੜਾ ਕਿਸੇ ਦੀ ਮਾਂ ਨੂੰ ਗਾਲ ਕੱਢੇ ਉਹਦੀ ਆਪਣੀ ਮਾਂ ਗਾਲ ਹੀ ਕਿਉਂ ਕੱਢਣੀ ਜੀ? ਜਿਹੜੇ ਬੰਦੇ ਕੱਢਦੇ ਨੇ ਉਹ ਦਰਅਸਲ ਆਪਣੀ ਮਾਂ ਨੂੰ ਹੀ ਕੱਢਦੇ ਨੇ ਨਾ ਯਾਰ। ਵੇਖੋ ਨਾ ਤੁਸੀਂ ਮੈਨੂੰ ਬੈਕਗ੍ਰਾਉਂਡ ਦੱਸੋ ਨਾ, ਕੀ ਕਰਨ ਡਏ ਹੋ, ਕਿਹੜੀਆਂ ਕਹਾਣੀਆਂ ਪਾਣ ਡਏ ਹੋ? ਭਾਈ ਇਹਦੀ ਕੀ ਬੈਕਗ੍ਰਾਉਂਡ ਹੋ ਸਕਦੀ ਹੈ? ਦੁਨੀਆ ਤੁਸੀਂ ਜਦੋਂ ਨਿੱਕੇ ਸੋ ਤੇ ਤੁਸੀਂ ਨਹੀਂ ਸੁਣਿਆ ਆਪਣੇ ਮਾਪਿਓ ਕੋਲੋਂ ਜਿਹੜਾ ਕਿਸੇ ਦੇ ਮਾਪਿਓ ਨੂੰ ਪੁੱਤਰ ਗਾਲ ਕੱਢਦਾ ਉਹ ਆਪਣੇ ਮਾਪਿਓ ਨੂੰ ਲੱਗਦੀ ਹੈ, ਕਿਸੇ ਦੇ ਮਾਪਿਓ ਨੂੰ ਗਾਲ ਨਹੀਂ ਕੱਢੀ ਦੀ? ਇਹ ਗੱਲ ਨਹੀਂ ਸੁਣੀ ਕਿ ਅਸੀਂ ਗਾਲਾਂ ਕੱਢੀਆਂ ਜੀ ਨਾ, ਸਾਡੇ ਮਾਪਿਓ ਨੇ ਦੱਸਿਆ ਗਾਲਾਂ ਕੀ ਹੁੰਦੀਆਂ ਨੇ। ਤੁਸਾਂ ਕੱਢੀਆਂ ਨਹੀਂ, ਸੁਣੀਆਂ ਤੇ ਹੋਣਗੀਆਂ ਨਾ ਮਹੱਲੇ 'ਚ? ਨਹੀਂ ਅਸੀਂ ਮਹੱਲੇ 'ਚ ਰਹਿੰਦੇ ਨਹੀਂ। ਕਿੱਥੇ ਰਹਿੰਦੇ ਸੀ ਤੁਸੀਂ? ਕਿੱਥੇ ਜੰਮੇ ਪਲੇ ਹੋ? ਅਸੀਂ ਬਾਹਰ ਹੀ ਜੰਮੇ ਪਲੇ। ਬੋਲਦੇ ਪੰਜਾਬੀ ਹੋ ਪਏ ਤੇ ਬਾਹਰ ਕਿੱਥੇ? ਮਤਲਬ ਤੁਸੀਂ ਜਰਮਨ ਹੋ? ਤੁਸੀਂ ਘਰ ਮਾਪਿਓ ਪੰਜਾਬੀ ਨਹੀਂ ਬੋਲ ਸਕਦਾ? ਬੜੀ ਗੱਲ ਸੁਣਾਈ ਕਿੱਥੇ? ਤੁਸੀਂ ਪੰਜਾਬ ਨੂੰ ਜਿਹੜੀ ਪੰਜਾਬੀ ਬੋਲਦੇ ਪਏ ਹੋ, ਉਮਰ ਕਿੰਨੀ ਹੋ ਗਈ ਹੈ? ਉਮਰ ਮੇਰੀ 56 ਸਾਲ। ਪੰਜਾਬ ਜਿਹੜੀ ਪੰਜਾਬੀ ਬੋਲਦੇ ਪਏ ਉਸ ਪੰਜਾਬ 'ਚ ਕਦੇ ਨਹੀਂ ਗਏ ਤੁਸੀਂ? ਯਾਰ ਗਿਆ ਜਾਣ ਦਾ ਤਾਂ ਮਸਲਾ ਹੀ ਨਹੀਂ। ਤੂੰ ਉੱਥੇ ਕੀ ਹੁੰਦਾ? ਉੱਥੇ ਗਾਲਾਂ ਨਹੀਂ ਕੱਢਦੇ ਬੱਚੇ ਬਾਹਰ ਗਲੀਆਂ 'ਚ? ਕਿਸੇ ਨੂੰ ਗਾਲਾਂ ਨਹੀਂ ਕੱਢਦੇ ਹੋਣਗੇ ਭਾਈ ਜਾਨ, ਤੁਹਾਡੀ ਤਰਬੀਅਤ ਹੋਈ ਹੈ। ਤੁਸੀਂ ਨਹੀਂ ਕਦੇ ਸੁਣੀਆਂ? ਯਾਰ ਮੈਂ ਨਹੀਂ ਸੁਣੀਆਂ, ਮੈਂ ਕਹਿਣ ਡਿਆ। ਮੈਂ ਤੁਹਾਨੂੰ ਸੁਣਾ ਦੇਣਾ ਨਾ, ਮੈਂ ਤੁਹਾਨੂੰ ਸੁਣਾ ਦੇਣਾ। ਨਹੀਂ ਮੈਂ ਕਿਉਂ ਸੁਣਾ? ਮੈਂ ਵੇਖੋ ਨਾ, ਕੁਝ ਨਹੀਂ ਹੋਣ ਲੱਗਾ, ਕੁਝ ਵੀ ਨਹੀਂ ਹੋਏਗਾ। ਗੱਲ ਤੇ ਸੁਣੋ, ਗੱਲ ਤੇ ਸੁਣੋ। ਤੁਸੀਂ ਅੱਗੇ ਇਲਮ 'ਚ ਇਜ਼ਾਫਾ ਹੀ ਹੋਏਗਾ, ਹੋਰ ਕੁਝ ਵੀ ਨਹੀਂ ਹੋਏਗਾ। ਮੇਰੀ ਗੱਲ ਤੇ ਸੁਣੋ, ਅੱਗੇ ਵੀ ਤੂੰ ਆਪਣੀ ਪੈਂਟ ਗਿੱਲੀ ਕਰ ਲੈਣ ਲੱਗੇ, ਉੱਚੀ ਬੋਲ ਮੇਰੀ ਗੱਲ। ਇਹ ਗੱਲ ਅੱਛਾ, ਮੈਂ ਕਿਹਾ ਜੇ ਕਿਸੇ ਦੀ ਮਾਂ ਨੂੰ ਗਾਲ ਕੱਢੀ ਆਪਣੀ ਮਾਂ ਨੂੰ ਲੱਗਦੀ ਕਿ ਨਹੀਂ ਲੱਗਦੀ? ਓ ਯਾਰ ਗੱਲ ਸੁਣੋ, ਮੇਰੀ ਗੱਲ ਸੁਣੋ। ਉਮਰ ਕਿੰਨੀ ਹੋ ਗਈ ਤੁਹਾਡੀ? ਮੇਰੀ ਉਮਰ 56 ਸਾਲ ਹੋ ਗਈ ਹੈ। ਕੋਈ ਦੇਣਾ ਲੈਣਾ ਜੇ? ਨਹੀਂ ਗੁਜ਼ਰੀ। ਮੈਂ ਸਿਰਫ ਇੰਨਾ ਕਹਿਣਾ ਚਾਹ ਰਿਹਾ ਤੇ ਆਓ ਕਿ ਸਾਖ ਦਿਓ, ਇਹ ਮੈਂ ਚੌਥਾ ਵਿਆਹ ਕਰਨਾ, 3 ਕਰ ਲਏ, ਮੈਂ ਚੌਥਾ ਮੈਂ ਕਰਨਾ। 56 ਸਾਲ ਹੋ ਗਈ ਉਮਰ, 56 ਜਿੰਨੀ ਤੁਹਾਡੀ ਗੁਜ਼ਰੀ ਉਸ ਤੇ ਲਾਨਤ ਕਿ ਤੁਹਾਨੂੰ ਸਮਝ ਨਹੀਂ ਆਣੀ ਮੈਂ ਕੀ ਕਹਿਣ ਡਿਆ। ਲੋ ਜੀ ਲਾਨਤਾਂ ਪਾਣੀ ਸ਼ੁਰੂ ਹੋ ਗਏ ਨੇ। ਇਹ 1000 ਵਾਰੀ ਲਾਨਤ ਮਿਰਜ਼ਾ ਕਾਦੀਆਨੀ ਨੇ ਪਾਈ ਇੱਕ ਸਫੇ ਤੇ, ਗੱਲ ਠੀਕ ਹੈ? ਨਹੀਂ ਜਿਹੜੀ ਉਸ ਵੇਖੋ ਨਾ, ਮੈਂ ਇਟਲੀ ਰਹਿਣਾ। ਹੈ ਇਟਲੀ ਰਹਿਣਾ। ਤੁਹਾਨੂੰ ਇਸ ਮਾਸ਼ਰੇ ਨੇ ਵੀ ਨਹੀਂ ਕੱਖ ਨਹੀਂ ਸਿਖਾਇਆ ਯਾਰ। ਇੰਨੇ ਸਵਾਲਾਂ ਦੇ ਮੈਂ ਜਵਾਬ ਦੇ ਦਿੱਤੇ ਨੇ। ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਿਆ, ਜਿਹੜਾ ਕਿਸੇ ਦੀ ਮਾਂ ਨੂੰ ਗਾਲ ਕੱਢਦਾ ਹੈ ਯਾਰ, ਉਹ ਆਪਣੀ ਮਾਂ ਨੂੰ ਲੱਗਦੀ ਹੈ ਕਿ ਨਹੀਂ ਲੱਗਦੀ? ਨਜ਼ੀਰ ਸਾਹਿਬ ਮੇਰੀ ਗੱਲ ਸੁਣੋ, ਕਿਹੜੀਆਂ ਕਹਾਣੀਆਂ ਮੈਨੂੰ ਸੁਣਾਉਣ ਦੇ? ਕਹਾਣੀ ਪੂਰੀ ਸੁਣਾਓ ਨਾ ਪਹਿਲਾਂ, ਮੈਨੂੰ ਗੱਲ ਸਮਝਾਓ ਪਹਿਲਾਂ। ਇਹਦੇ 'ਚ ਹੁਣ ਦੱਸੋ ਮੈਂ ਇਹਦੇ ਕੀ ਕਹਾਣੀ ਸੁਣਾ? ਮੈਂ ਝੂਠ ਬੋਲਾਂ ਇਹਦੇ ਵਿੱਚ? ਕੀ ਐਡਿਟ ਕਰਾਂ ਇਹਦੇ 'ਚ? ਦੇਖੋ ਨਾ, ਅਸੂਲੀ ਗੱਲ ਏ ਕਿ ਮੈਂ ਤੁਹਾਡੀ ਮਾਂ ਨੂੰ ਗਾਲ ਕੱਢਾਂ, ਤੁਸੀਂ ਮੇਰੀ ਮਾਂ ਨੂੰ ਕੱਢੋ। ਇੱਥੇ ਕੋਈ ਬੰਦਾ ਕਿਸੇ ਦੀ ਮਾਂ ਨੂੰ ਕੱਢੇ ਗਾਲਾਂ ਕਿਉਂ ਕੱਢਣੀਆਂ? ਜਿਹੜਾ ਵੀ ਕੱਢੇ ਤੁਹਾਡੇ ਘਰ ਦਾ ਮਸਲਾ ਹੋਏਗਾ ਯਾਰ। ਅਸੀਂ ਨਾ ਕੱਢੀਏ, ਕੋਈ ਹੋਰ ਕੱਢਦਾ ਹੈ। ਅਗਰ ਅਸੀਂ ਨਹੀਂ ਕੱਢਦੇ, ਤੁਹਾਡੇ ਮਾਂ ਅਗਰ ਕੋਈ ਗਾਲੀਬਾਜ਼, ਅਗਰ ਕੋਈ ਹੋਰ ਗਾਲੀਬਾਜ਼ ਕਿਸੇ ਨੂੰ ਗਾਲ ਕੱਢਦਾ, ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਸੁਣੋ। ਉਹਦੀ ਆਪਣੀ ਮਾਂ ਨੂੰ ਲੱਗਦੀ ਹੈ ਕਿ ਨਹੀਂ ਲੱਗਦੀ? ਜੀ ਸਭ ਗੱਲ ਸੁਣੋ। ਤੁਹਾਡੇ ਅੱਬੂ ਨੇ ਤੁਹਾਡੀ ਅੰਮੀ ਨੂੰ ਤੁਹਾਡੇ ਸਾਹਮਣੇ ਕੱਢੀਆਂ ਨੇ, ਮੈਨੂੰ ਤੁਹਾਡੇ ਸਾਹਮਣੇ ਕੱਢੀਆਂ ਨੇ। ਸਾਡਾ ਕੀ ਕਸੂਰ ਇਹਦੇ 'ਚ? ਇਹ ਤੇ ਅੱਜ ਤੱਕ ਮੈਂ ਨਹੀਂ ਕਦੇ ਗੱਲ ਆਖੀ ਹੈ। ਠੀਕ ਹੈ, ਨਹੀਂ ਤੇ ਤੁਸੀਂ ਗਾਲਾਂ ਕਰ ਲੱਗੇ ਹੋ ਘਰ ਤੁਹਾਡੇ ਦਾ। ਮੇਰੀ ਅੰਮੀ ਨੂੰ ਤੇ ਮੇਰੇ ਅੱਬੂ ਨੇ ਅੱਜ ਤੱਕ ਮੇਰੇ ਸਾਹਮਣੇ ਗਾਲ ਨਹੀਂ ਕੱਢੀ ਹੈ। ਤਾਂ ਤੁਸੀਂ ਮੈਂ ਕਲੇਮ ਕੀਤਾ
ਮੈਂ ਕਲੇਮ ਕੀਤਾ ਹੈ ਕਿ ਭਾਜੀ ਮੈਂ ਗਾਲਾਂ ਸਿੱਖੀ ਨਹੀਂ ਕਿਤੋਂ। ਹੁਣ ਮੈਂ ਕਿਹਾ ਸਿਖਾਉਂਦੇ ਆ ਨਾ ਤੁਹਾਨੂੰ ਗਾਲਾਂ, ਮੈਂ ਕਿਹਾ ਕਿਉਂ ਸਿਖਾਣੀਆਂ ਨੇ? ਵੇਖੋ ਨਾ ਜਿਹੜੀ ਤੁਹਾਡੀ ਉਮਰ ਮੋਮਨੀ ਨੇ, ਜਿਹੜੀ ਤੁਹਾਡੀ ਪਹਿਲੀ 3 ਸ਼ਾਦੀਆਂ ਕੀਤੀਆਂ, ਤੁਹਾਡੀਆਂ 3 ਬੀਵੀਆਂ ਨੇ। ਉਹ ਮੈਂ ਕਿਹਾ ਹੁਣ ਮੇਰੇ ਵੀ ਸੁਣ ਲਓ ਨਾ, ਜਿਹੜੀ ਤੁਹਾਡੀ ਪਹਿਲੀ ਅੰਮੀ ਹੈ ਉਹਦੇ ਨਾਲ ਕਿੰਨਾ ਅਰਸਾ ਤੁਹਾਡੇ ਅੱਬਾ ਜੀ ਨੇ ਮੁਬਾਸ਼ਰਤ ਰੱਖੀ ਹੈ? ਦੇਖੋ ਨਾ ਬੇਟੀ ਆਪਣੀ ਨੂੰ ਸਿਖਾਓ, ਮੈਨੂੰ ਕਿਉਂ ਸਿਖਾਣ ਦੇ ਹੋ? ਮੈਂ ਕਿਹਾ ਮਿਰਜ਼ਾ ਸਾਹਿਬ ਨੇ ਤੁਹਾਡੇ ਅੱਬਾ ਜੀ ਨੇ ਕਿੰਨੀ ਦੇਰ ਮੁਬਾਸ਼ਰਤ ਰੱਖੀ ਹੈ? ਤੁਹਾਡੀ ਪਹਿਲੀ ਅੰਮੀ ਨਾਲ ਕਿੰਨੀ ਦੇਰ ਮੁਬਾਸ਼ਰਤ ਕੀਤੀ ਰੱਖੀ ਹੈ ਤੁਹਾਡੇ ਅੱਬਾ ਜੀ ਨੇ? 50 ਸਾਲ ਹੋ ਗਈ ਇਹ ਉਮਰ, ਪੈਂਟ ਪਿੱਛੋਂ ਗਿੱਲੀ। ਮਿਰਜ਼ਾ ਗਾਲਾਮ ਅਹਿਮਦ ਕਾਦੀਆਨੀ ਨੇ ਕਿੰਨੀ ਦੇਰ ਮੁਬਾਸ਼ਰਤ ਕੀਤੀ ਰੱਖੀ ਤੁਹਾਡੀ ਅੰਮੀ ਨਾਲ? ਗਾਲ ਤੇ ਕੱਢੀ ਹੋਵੇ ਦੀ ਫਿਰ ਕੋਈ? ਦੇਖੋ ਨਾ ਗਾਲ ਹੀ ਕੱਢਦਾ ਫੇਰ ਹੀ ਮੁਬਾਸ਼ਰਤ ਕਰਦਾ ਨਾ ਬੰਦਾ। ਮੈਂ ਗਲਤ ਲਾਨਤ ਨਹੀਂ। ਕਿੰਨੀ ਦੇਰ ਤੁਹਾਡੀ ਅੰਮੀ ਨਾਲ ਮੁਬਾਸ਼ਰਤ ਕੀਤੀ ਰੱਖੀ ਤੁਹਾਡੇ ਅੱਬਾ ਜੀ ਨੇ? ਮੈਂ 55 ਸਾਲ ਦੱਸਦੇ ਆ ਕੀ ਮਸਲਾ ਕੀ? ਗਲਤ ਲਾਨਤ ਨਹੀਂ ਪਾਈ। ਨਹੀਂ ਇਹਦੇ ਚ ਲਾਨਤ ਵਾਲੀ ਕਿਹੜੀ ਗੱਲ ਹੈ? ਤੁਹਾਡੇ ਅੰਦਰ ਜੇ ਬੰਦਾ 56 ਸਾਲ ਦਾ ਹੋਵੇ ਤੇ ਬੀਵੀ ਨਾਲ ਮੁਬਾਸ਼ਰਤ ਕਰ ਦਿੰਦਾ ਹੈ। ਕੀਰੇ ਨੂੰ ਮੈਂ ਜਾਣ ਗਿਆ ਸੀ ਅੰਦਰ। ਤੁਹਾਡੀ ਕੀਰਾ ਜਿਹੜਾ ਤੁਹਾਡੇ ਅੰਦਰ ਕੀਰਾ ਚੁਰਮੁਰ ਕਰਦਾ ਹੋਇਆ ਨਾ, ਮੈਂ ਕੀਰਾ ਜੇ ਚੁਰਮੁਰ ਕਰਦਾ ਹੈ ਤੇ ਮੇਰੀ ਇਹ ਗਲਤ ਦੱਸ ਦਿਓ ਨਾ। ਜਿਹੜਾ ਉਹਦੇ ਅੰਦਰ ਕੀਰਾ ਚੁਰਮੁਰ ਕਰਦਾ ਸੀ, ਜਿਹੜਾ ਕਹਿੰਦਾ ਸੀ ਕਿ ਮੈਂ ਆਪਣੀ ਬੀਵੀ ਨਾਲ ਮੁਬਾਸ਼ਰਤ ਕੀਤੀ, ਉਹਨੇ ਗਾਲਾਂ ਕੱਢੀਆਂ ਸੀ ਤੁਹਾਡੀ ਅੰਮੀ ਨੂੰ? ਨਜ਼ੀਰ ਸਾਹਿਬ ਵੇਖੋ, ਮੈਂ ਆਖਿਆ ਸੀ ਨਾ, ਮੈਂ ਕਿਹਾ ਤੁਹਾਡੀ ਅੰਮੀ ਨੂੰ ਗਾਲ ਉਹਨੇ ਕੱਢੀ ਸੀ ਕਿ ਨਹੀਂ ਸੀ ਕੱਢੀ? ਮੈਂ 55 ਸਾਲ ਤੇ ਐਵੇਂ ਲਾਨਤ ਨਹੀਂ ਪਾਈ ਯਾਰ। ਇੰਨੀ ਗੱਲ ਵੀ ਮਰਜ਼ਾਈ ਨਹੀਂ ਜਵਾਬ ਦੇ ਸਕਦੇ ਕਿ ਜਿਹੜਾ ਕਿਸੇ ਦੀ ਮਾਂ ਨੂੰ ਗਾਲ ਕੱਢਦਾ ਉਹ ਆਪਣੀ ਮਾਂ ਨੂੰ ਲੱਗਦੀ ਹੈ। ਤੁਹਾਡੀ ਅੰਮੀ ਇਸ ਵੇਲੇ ਨਹੀਂ ਦੱਸਦੇ ਕਿ ਮਿਰਜ਼ਾ ਕਾਦੀਆਨੀ ਨੇ ਲੋਕਾਂ ਦੀਆਂ ਮਾਵਾਂ ਨੂੰ ਗਾਲਾਂ ਕੱਢੀਆਂ ਨੇ। ਤੁਹਾਡੀ ਅੰਮੀ ਐਸਾ ਵੱਡਾ ਗਾਲੀਬਾਜ਼ ਸੀ ਕਿ ਲੋਕਾਂ ਦੀਆਂ ਮਾਵਾਂ ਨੂੰ ਪੁੜੀਆਂ ਨੇ। ਐਸਾ ਗਾਲੀਬਾਜ਼ ਸੀ। ਇਹ ਮੁਫਤੀ ਸਾਹਿਬ ਜਿਹੜੀ ਕਿਤਾਬ ਲਿਖੀ ਹੈ ਨਾ, ਮਿਰਜ਼ਾ ਕਾਦੀਆਨੀ ਗਾਲੀਬਾਜ਼, ਇਸੇ ਗੱਲ ਲਿਖੀ ਹੈ ਕਿ ਉਹ ਗਾਲੀਬਾਜ਼ ਸੀ। ਉਹ ਮੁਫਤੀ 2 ਨੰਬਰ ਲੋਕਾਂ ਦੀਆਂ ਮਾਵਾਂ ਨੂੰ ਗਾਲਾਂ ਕੱਢਣ ਵਾਲਾ ਗਾਲੀਬਾਜ਼, ਉਹਦੀ ਮੌਤ ਵਾਕਿਆ ਹੋ ਗਈ ਗਾਲਾਂ ਕੱਢ ਕੇ। ਉਹਦੀ ਪਾਨਾ ਨੇ ਜਿਹੜਾ ਕਹਿੰਦਾ ਸੀ ਨਾ ਮੈਂ ਤੈਨੂੰ ਗਾਲਾਂ ਨਾਲ ਫਨਾਹ ਕਰ ਦਿਆਂਗਾ, ਮੈਂ ਤੈਨੂੰ ਗਾਲਾਂ ਕੱਢ ਕੇ ਫਨਾਹ ਕਰ ਦਿਆਂਗਾ, ਉਹ ਗਾਲਾਂ ਕੱਢਦਾ ਗਾਲਾਂ ਬਕਦਾ ਮਰ ਗਿਆ। ਉਹਦੀ ਸ਼ਕਲ ਹੈ ਜਿਹੜਾ ਮੌਲਵੀ ਤੁਸੀਂ ਬਿਠਾਇਆ ਇੱਥੇ, ਉਹਨੂੰ ਤੁਸੀਂ ਮਸੀਹ ਮੌਤ ਬਣਾਇਆ। ਇਹ ਕੀ ਮੂੰਹ ਚ ਫੁੱਲ ਸੁੱਟਦਾ ਹੈ? ਕਿਹੜੀ ਗਾਲ ਕੱਢੀ ਮੁਫਤੀ ਸਾਹਿਬ ਨੇ? ਕਿਹੜੀ ਗਾਲ ਕੱਢੀ ਮੁਫਤੀ ਸਾਹਿਬ? ਇਹ ਕੀ ਕਰ ਰਿਹਾ? ਮਵਾਜ਼ਨਾ ਕਰ ਲੈਣੇ ਨਾ, ਸਿਆਣੇ ਬੰਦੇ ਚੈੱਕ ਕਰ ਲੈਣੇ ਆ। ਮੁਫਤੀ ਸਾਹਿਬ ਕੋ ਗਾਲ ਕੱਢੀ ਨਹੀਂ ਚੈੱਕ ਕੀ ਕਰਦੀ? ਸੁਣਦੇ ਨੇ ਤੁਸੀਂ 55 ਸਾਲ ਉਮਰ। ਮੈਂ ਨਹੀਂ ਸੁਣੀ ਗਾਲ ਮੁਫਤੀ ਸਾਹਿਬ ਦੇ ਮੂੰਹ ਚੋਂ। 55 ਸਾਲ ਇਹਨੇ ਨਾ ਜੁੱਤੀਆਂ ਖਾਧੀਆਂ ਲੋਕਾਂ ਕੋ, ਮੈਨੂੰ ਪਤਾ ਇਹਦੀ ਖੈਰ ਹੈ। ਇਹ ਬੋਲਣ ਦੇ ਪਾਗਲ ਹੋ ਗਿਆ, ਜਿਹਨੇ ਤੌਰ ਤੇ ਪਾਗਲ ਹੈ। ਜੁੱਤੀਆਂ ਤਾਂ ਨੇ ਖਾਧੀਆਂ ਨੇ। ਜਿਹੜਾ ਅੰਮ੍ਰਿਤਸਰ ਤੋਂ ਦੌੜਿਆ ਰੋਜ਼ਾਂ ਚ ਚਾਹ ਪੀਣ ਲੱਗਾ ਸੀ, ਜੁੱਤੀਆਂ ਉਹਦੇ ਸਿਰ 'ਚ ਵੱਜੀਆਂ, ਜੁੱਤੀਆਂ ਦੇ ਮਗਰ ਵਗਾਣੀਆਂ ਵੱਜੀਆਂ, ਕਾਰ ਦਾ ਸ਼ੀਸ਼ਾ ਟੁੱਟ ਗਿਆ, ਜੋ ਛਾਲ ਮਾਰ ਕੇ ਪਾਸੇ ਪਰਦਾ ਹੋ ਕੇ ਅੱਜ ਸਵੇਰੇ ਵੀ ਪੜਦੇ ਸੀ ਤੇ ਜੁੱਤੀਆਂ ਛੱਡ ਕੇ ਦੌੜ ਗਿਆ ਸੀ ਉੱਥੋਂ। ਉਹਨੂੰ ਜੁੱਤੀਆਂ ਵੱਜੀਆਂ, ਉਹਦੇ ਸਿਰ 'ਚ ਜੁੱਤੀਆਂ ਵੱਜੀਆਂ ਨੇ। ਪੈਂਟ ਗਿੱਲੀ ਹੋਈ ਜਾਂਦੀ। ਜਿਸ ਵੇਲੇ ਮੁੱਲਾ ਮੁਹੰਮਦ ਬਖਸ਼ ਜਾਫਰ ਜ਼ਟਲੀ ਆਇਆ ਨਾ ਸੁਨਹਿਰੀ ਮਸਜਿਦ ਸਾਹਮਣੇ, ਇਹ ਤੁਹਾਡਾ ਮਿਰਜ਼ਾ ਕਾਦੀਆਨੀ ਅੰਦਰੋਂ ਲੱਖੀ ਤਵਾਇਫ ਦੇ ਘਰੋਂ ਉੱਠ ਕੇ ਆ ਰਿਹਾ ਸੀ, ਉਸ ਵੇਲੇ ਉਹਨੂੰ ਜੁੱਤੀਆਂ ਵੱਜੀਆਂ ਨੇ ਤੇ ਦੌੜਿਆ ਉੱਥੋਂ ਸੁਨਹਿਰੀ ਮਸਜਿਦ ਦੇ ਸਾਹਮਣੇ, ਉੱਥੋਂ ਦੁੜਕ ਲਾ ਦਿੱਤੀ ਸੀ। ਯਾਰ ਕਿਉਂ ਬਕਵਾਸ? ਅਗਰ ਬਕਵਾਸ ਕਰੋਗੇ ਨਾ, ਮੇਰੀ ਗੱਲ ਸੁਣੋ, ਜੋ ਗਾਲੀ ਤू देगा वही मुझसे सुनेगा। मिर्जाई सुन रहे हैं, मिर्जाई सुन लो, जो गाली तू देगा वही मुझसे सुनेगा। पूरी दुनिया ते जो गाली मिर्जाटा देगा वही मुझसे सुनेगा। जुतियां मैं दसा कि सिर च वजियां सी, जुतियां किहदे सिर च वजियां ने? जदों तुहाडे मिर्जा कादियानी ने चाह पीती है ना अमृतसर, जिस वे चाह की प्याली हाथ में फड़ी है ते लोकां जुतियां वगाणियां मारियां ने, और जुतियां खांदा उत्थों दौड़िया, जुतियां खांदा दौड़िया ते गड्डी च बैठ के तू नस गया। पता ही ਤੁਹਾਡਾ ਮਿਰਜ਼ਾ ਕਾਦੀਆਨੀ ਨੇ ਤੂੰ ਜੁੱਤੀਆਂ ਖਾ ਕੇ ਦੌੜਿਆ ਸੀ ਅੰਮ੍ਰਿਤਸਰ ਤੋਂ। ਨਜ਼ੀਰ ਸਾਹਿਬ ਨੇ ਪੈਂਟ ਗਿੱਲੀ ਨਾ, ਦਿੱਲੀ ਤੋਂ ਜੁੱਤੀਆਂ ਖਾ ਕੇ ਆਇਆ ਸੀ, ਅੰਮ੍ਰਿਤਸਰ ਤੋਂ ਜੁੱਤੀਆਂ ਖਾ ਕੇ ਦੌੜਿਆ ਸੀ, ਘਰੋਂ ਵੀ ਜੁੱਤੀਆਂ ਖਾ ਕੇ ਦੌੜਿਆ ਸੀ। ਰੋਡਾਂ ਤੇ ਮਰ ਜਾਣਾ। ਇਹ ਪਤਾ ਹੀ ਜੇ ਜੁੱਤੀਆਂ ਦਾ ਨਾਂ ਲਓਗੇ ਤਾਂ ਤੁਹਾਨੂੰ ਵਿਖਾ ਦੇਾਂਗੇ ਜੁੱਤੀਆਂ ਤੁਹਾਡਾ ਮਿਰਜ਼ਾ ਕਾਦੀਆਨੀ ਕਿੰਜ ਖਾ ਕੇ ਦੌੜਿਆ। ਇਹ ਪੁੱਤਰ ਜਿਹੜਾ ਕੰਮ ਤੁਸੀਂ ਕਰਨਾ ਉਹ ਤੁਹਾਨੂੰ ਵਾਪਸ ਲੱਭਣਾ ਹੈ। ਜਿਹੜੀ ਗਾਲ ਤੂੰ ਦੇਗਾ ਉਹੀ ਵਾਪਸ ਮੁਝਸੇ ਲੇਗਾ। ਮਿਰਜ਼ਾਈ ਬੱਚੇ, ਇਹ सूल रूहानी खजान जिल्द 12 सफा 231 ਤੇ ਲਿਖੀ ਹੈ, जो गाली तू देगा वही मुझसे सुनेगा। अगर तू गाली देगा तो गाली मिलेगी जवाब में, अगर तू इंसान के बच्चों की तरह बात करेगा तो इंसान के बच्चों की तरह तुझे जवाब मिलेगा। अगर तू जूतियों का नाम लेगा, तेरे सर में जो जूतियां लगी हैं, तेरे मिर्जा कादियानी के सर में जो जूतियां लगी हैं, उनका मैं पूरा नक्शा तेरे सामने रख दूंगा। मिर्जा कादियानी अमृतसर में जूतियां खा के भागा है और फिर कहता था मैं अमृतसर नहीं जाना, मेरे ना लगे मैंने जुतियां मारियां ने, अमृतसर आए ने अगे मैंने जुतियां मारियां ने, मैं अमृतसर नहीं जाना। अमृतसर च जुतियां खा के दौड़न वाला
ਅੰਮ੍ਰਿਤਸਰ ਦੇ ਨਾਲ ਡਰਦਾ ਸੀ, ਕਹਿੰਦਾ ਸੀ ਮੈਂ ਹੁਣ ਅੰਮ੍ਰਿਤਸਰ ਨਹੀਂ ਜਾਣਾ। ਜੇ ਜੁੱਤੀਆਂ ਦਾ ਨਾਂ ਲਏਗਾ ਜੁੱਤੀਆਂ ਵੱਜਣਗੀਆਂ। ਕਿਸੇ ਦੀ ਮਾਂ ਨੂੰ ਗਾਲੀ ਦੇਣ ਦਾ ਨਾਂ ਲੋਗੇ, ਮੈਂ ਮਿਰਜ਼ੇ ਕਾਦੀਆਨੀ ਦੀ ਮਾਂ ਨੂੰ ਗਾਲ ਪੈਂਦੀ ਉਠਾ ਦਿਆਂਗਾ। ਮਿਰਜ਼ੇ ਕਾਦੀਆਨੀ ਨੇ ਲੋਕਾਂ ਦੀਆਂ ਮਾਵਾਂ ਨੂੰ ਗਾਲਾਂ ਕੱਢੀਆਂ ਨੇ, ਉਹਦੇ ਸਿਰ 'ਚ ਫਿਰ ਜੁੱਤੀਆਂ ਵੱਜੀਆਂ ਨੇ, ਉਹਨੂੰ ਫਿਰ ਗਾਲਾਂ ਪਈਆਂ ਨੇ, ਉਹਦੀ ਮਾਂ ਨੂੰ ਗਾਲਾਂ ਪਈਆਂ ਨੇ। ਇਹੋ ਜਿਹੀ ਬਦਬਖਤ ਔਲਾਦ ਹੋਵੇ, ਇਹੋ ਜਿਹੇ ਜ਼ਿੰਦੀਕ ਬੱਚੇ ਪੈਦਾ ਹੋ ਜਾਣ ਤੇ ਬੇਬਿਆਂ ਨੂੰ ਬੁੱਢੇ ਵਾਲੇ ਗਾਲਾਂ ਪਵਾਉਂਦੇ ਨੇ। ਮਿਰਜ਼ੇ ਕਾਦੀਆਨੀ ਨੂੰ ਉਹ ਗੱਲ ਸੁਣੋ, ਜੋ ਮਿਰਜ਼ੇ ਕਾਦੀਆਨੀ ਨੇ ਲੋਕਾਂ ਨੂੰ ਗਾਲਾਂ ਕੱਢੀਆਂ, ਮਿਰਜ਼ੇ ਦੀ ਮਾਂ ਨੂੰ ਲੱਗੀਆਂ ਕਿ ਨਾ ਲੱਗੀਆਂ? ਜਿਹੜੀਆਂ ਸਾਧੂਆਂ ਲੁਧਿਆਣਵੀ ਦੇ ਬਾਰੇ ਉਹਨੇ ਲਿਖਿਆ, ਆਜ਼ੈਤਨੀ ਖੁਬਸਨ ਫਲਸਤ ਬਿਸਾਦਕਿਨ ਇਲਾ ਮੁਤਬਿਲ ਖਿਜ਼ਿਆ ਯਾ ਇਬਨ ਬਗਾ। ਉਹ ਮਿਰਜ਼ਾ ਕਾਦੀਆਨੀ ਇਬਨ ਬਗਾ ਹੋਇਆ ਕਿ ਨਾ ਹੋਇਆ? ਉਹ ਕੰਜਰੀ ਦਾ ਬੱਚਾ ਕਹਿਲਵਾਇਆ ਕਿ ਨਾ ਕਹਿਲਵਾਇਆ? ਜਿਹੜਾ ਕਿਸੇ ਦੀ ਮਾਂ ਨੂੰ ਕੰਜਰੀ ਕਹਿੰਦਾ ਉਹ ਆਪਣੀ ਮਾਂ ਦੀ ਕੰਜਰੀ ਬਣਦੀ ਹੈ ਨਾ। ਜਦੋਂ ਮਿਰਜ਼ੇ ਕਾਦੀਆਨੀ ਨੇ ਸਾਧੂਆਂ ਲੁਧਿਆਣਵੀ ਨੂੰ ਇਬਨ ਬਗਾ ਆਖਿਆ, ਉਹ ਕੰਜਰੀ ਦਾ ਬੱਚਾ ਆਖਿਆ, ਤੇ ਮਿਰਜ਼ੇ ਕਾਦੀਆਨੀ ਦੀ ਮਾਂ ਕੰਜਰੀ ਬਣੀ ਕਿ ਨਾ ਬਣੀ? ਉਹ ਸਾਰੇ ਰਲ ਕੇ ਰਲ ਕੇ ਰੌਲਾ ਪਾ ਲਓ, ਰਲ ਕੇ ਆਪਸ ਵਿੱਚ ਤੁਸੀਂ ਕੁੱਟ ਚੁੱਪ ਤਰਾਵੇ ਕਰੋ। ਇੱਕ ਚੁੱਪ ਕੀਤੇ ਹੋ, ਕਿਉਂ ਨਹੀਂ ਬੋਲਦਾ? ਉਹ ਪ੍ਰੋਫੈਸਰ ਕਿਉਂ ਨਹੀਂ ਬੋਲਦਾ? ਤੂੰ ਵੀ ਬੋਲ ਮਰ ਸਕਿਆ, ਤਰਾਵੇ ਬੋਲੋ ਤੇ ਦੱਸੋ। ਜਦੋਂ ਮਿਰਜ਼ੇ ਕਾਦੀਆਨੀ ਨੇ ਸਾਧੂਆਂ ਲੁਧਿਆਣਵੀ ਦੀ ਮਾਂ ਨੂੰ ਗਾਲ ਕੱਢੀ ਤੇ ਮਿਰਜ਼ੇ ਕਾਦੀਆਨੀ ਦੀ ਮਾਂ ਨੂੰ ਗਾਲ ਲੱਗੀ ਕਿ ਨਾ ਲੱਗੀ? ਕੰਜਰੀ ਕਹਿਲਵਾਈ ਕੋ ਨਾ ਕਹਿਲਵਾਈ? ਉਹ ਗੱਲ ਤਾਂ ਦੱਸੋ। ਇੱਕ ਕਿਉਂ ਚੁੱਪ ਕਰਕੇ ਬੈਠਾ ਹੈ? ਇਹ ਜਿਹੜਾ ਮਰਜ਼ਈ ਨਹੀਂ ਪਿਆ ਬੋਲਦਾ, ਇਹਨੂੰ ਅਜਮਾਰੇ ਕਿਉਂ ਨਹੀਂ ਬੋਲਦਾ? ਪ੍ਰੋਫੈਸਰ ਓਏ ਤੂੰ ਆਪਣੀ ਆਈਡੀਆ ਦੌੜ ਗਿਆ, ਇੱਕ ਦੌੜ ਗਿਆ। ਓਏ ਪ੍ਰੋਫੈਸਰ ਤੂੰ ਕਿਉਂ ਨਹੀਂ ਬੋਲਦਾ? ਓਏ ਸਾਰੇ ਮਰਜ਼ਈ ਬੋਲੋ ਇੱਕ ਟਾਈਮ 'ਚ। ਮੈਂ ਪੁੱਤਰ ਇੱਕ ਟਾਈਮ 'ਚ 2-3 ਮਰਜ਼ਈ ਬੋਲਣੇ ਚਾਹੀਦੇ ਨੇ। ਚੱਲ ਸਾਹਮਣੇ ਮਰਜ਼ਈਆਂ ਨੂੰ ਛਿੱਤਰ ਮਾਰ ਦਿਆਂ। ਮਿਰਜ਼ੇ ਕਾਦੀਆਨੀ ਨੇ ਜਿਹੜੀ ਗਾਲ ਸਾਧੂਆਂ ਲੁਧਿਆਣਵੀ ਨੂੰ ਕੱਢੀ ਸੀ, ਉਹਨੂੰ ਕੰਜਰੀ ਦਾ ਬੱਚਾ ਆਖਿਆ ਸੀ। ਮਿਰਜ਼ਾ ਕਾਦੀਆਨੀ ਆਪ ਕੰਜਰੀ ਦਾ ਬੱਚਾ ਬਣਿਆ ਕਿ ਨਾ ਬਣਿਆ? ਕਿਸੇ ਦੀ ਮਾਂ ਨੂੰ ਰੇਲ ਗਾਲ ਕੱਢੀ ਵਾਪਸ ਆਉਂਦੀ ਹੈ ਨਾ। ਜਦੋਂ ਬੰਦਾ ਕਿਸੇ ਦੀ ਮਾਂ ਨੂੰ ਗਾਲ ਕੱਢਦਾ, ਉਹ ਗਾਲ ਵਾਪਸ ਆਉਂਦੀ ਕਿ ਨਹੀਂ ਆਉਂਦੀ? ਉਹ ਮਿਰਜ਼ੇ ਕਾਦੀਆਨੀ ਨੇ ਲੋਕਾਂ ਦੀਆਂ ਮਾਵਾਂ ਨੂੰ ਗਾਲਾਂ ਕੱਢੀਆਂ। ਮਿਰਜ਼ੇ ਕਾਦੀਆਨੀ ਦੇ ਘਰ ਆਈਆਂ ਕਿ ਨਾ ਆਈਆਂ? ਓਏ ਗਾਲੀ ਬਾਜ਼ ਆ ਜਿਹੜਾ ਲੋਕਾਂ ਦੀਆਂ ਮਾਵਾਂ ਨੂੰ ਗਾਲਾਂ ਕੱਢਦਾ ਸੀ, ਇਹਨੇ ਆਪਣੀ ਮਾਂ ਬਣਾਈ ਨਾ। ਰਾਇਲ ਸਾਹਿਬ ਇੱਕ ਸੈਕਿੰਡ ਯਾਰ, ਉਹਨੇ 56 ਸਾਲ ਤੇ ਐਵੇਂ ਲਾਨਤ। ਇੱਕ ਟਾਈਮ 'ਚ ਦੋਏ ਬੋਲੋ, ਇੱਕ ਟਾਈਮ ਦੋਏ ਬੋਲੋ, ਦੋਏ ਮਰਜ਼ਈ ਬੋਲੋ। ਰਾਇਲ ਸਾਹਿਬ ਇੱਕ ਦੋਏ ਬੇਅਕ ਵਕਤ ਬੋਲੋ। ਤੀਜਾ ਕਿੱਧਰ ਗਿਆ? ਇੱਕ ਸੈਕਿੰਡ, ਉਹਨੂੰ ਵੀ ਚਲੋ ਵੀ ਬੋਲੇ। ਰਾਇਲ ਸਾਹਿਬ ਪਲੀਜ਼ ਬੋਲਿਓ ਨਾ। ਇੱਕ ਟਾਈਮ ਤੇ ਸਾਰੇ ਮਰਜ਼ਈ ਬੋਲਣੇ ਚਾਹੀਦੇ। ਚਲੋ ਇੱਧਰ ਆ, ਸਾਹਮਣੇ ਆ ਨਜ਼ੀਰ। ਹਾਂ ਸਾਹਮਣੇ ਆ। ਕੈਮਰਾਨ ਕਰੀਏ ਦੋਏ, ਕੈਮਰਾਨ ਕਰਕੇ ਗੱਲ ਕਰੀਏ। ਗੱਲ ਸੁਣ, ਕੈਮਰਾਨ ਕਰ, ਮੈਂ ਕੈਮਰਾਨ ਕਰਨਾ। ਮੂੰਹ ਬੰਦ ਕਰਨਾ ਇੱਕ ਸੈਕਿੰਡ। ਚੱਲ ਦੋਏ ਕੈਮਰਾਨ ਕਰਨੇ ਆ। ਮੂੰਹ ਬੰਦ ਕਰਨਾ, ਮੇਰੀ ਗੱਲ ਸੁਣ। ਮੂੰਹ ਬੰਦ ਕਰ। ਉਹ ਕੈਮਰਾਨ ਕਰ, ਮੂੰਹ ਤਾਂ ਬੰਦ ਕਰ ਬਾਰ। ਦੋਏ ਕੈਮਰਾ ਆਨ ਕਰਕੇ ਮੇਰੀ ਗੱਲ ਸੁਣ। ਮੈਂ ਨਾ ਮੈਂ ਕੈਮਰੇ ਸਾਹਮਣੇ, ਤੂੰ ਵੀ ਕੈਮਰੇ ਸਾਹਮਣੇ ਬੋ। ਵੱਡੀ ਕਰੋ ਇਹਦੀ ਫੋਟੋ ਵੱਡੀ ਕਰੋ। ਸਾਹਮਣੇ ਆ ਕੇ ਬੋ ਕੈਮਰੇ ਦੇ ਮੂੰਹ ਚੋਂ। ਇਹਨੇ ਕਿਤੇ ਮੂੰਹ 'ਚ ਥੁੱਕ ਨਿਕਲਦਾ ਹੈ। ਹੁਣੇ ਚੈੱਕ ਕਰਨਾ ਥੁੱਕ ਕਿਤੇ ਮੂੰਹ 'ਚ ਨਿਕਲਦਾ। ਕੈਮਰਾਨ ਕਰ। ਰਾਇਲ ਸਾਹਿਬ ਇੱਕ ਸੈਕਿੰਡ ਹੈ। ਓਏ ਕੈਮਰਾਨ ਕਰਨਾ ਮਰਜ਼ੋਟੇ। ਇੱਕ ਸੈਕਿੰਡ ਰਾਇਲ ਸਾਹਿਬ, ਇੱਕ ਸੈਕਿੰਡ ਇਹਦੀ ਅਸੀਂ ਤੁਸੀਂ ਕਿਉਂ ਨਹੀਂ ਕੈਮਰਾਨ ਕਰਦੇ? ਵਜ੍ਹਾ ਕੀ? ਤੁਹਾਨੂੰ ਮਸਲਾ ਕੀ ਹੈ? ਰਾਇਲ ਸਾਹਿਬ ਇੱਕ ਮਿੰਟ ਦੀ ਅਸੀਂ ਸਾਰੇ ਬੁੱਝਦੇ ਲੋ ਮਰਜ਼ਾਈ। ਇੱਕ ਵੀ ਨਹੀਂ ਤੁਹਾਡੇ ਦਲੇਰ ਜਮਿਆ। ਚਿਹਰੇ ਤੁਹਾਡੇ ਸ਼ੈਤਾਨਾਂ ਦੇ ਸਾਹਮਣੇ ਸਾਡੇ ਨੂਰਾਨੀ ਚਿਹਰੇ ਨਹੀਂ ਆਏ। ਵਾਹ ਵਾਲਾ ਚਿਹਰਾ ਨੂਰਾਨੀ ਇੱਕ ਮਿਰਜ਼ੇ ਕਾਦੀਆਨੀ ਨੂੰ ਤਾਂ 5 ਘੰਟਿਆਂ ਬਾਅਦ ਬਰਫ਼ ਲਾਣੀ ਪੈ ਗਈ। ਤੁਹਾਡੇ ਚਿਹਰੇ ਤੇ ਕਿਹੜਾ ਨੂਰ ਪਿਆ ਵਸਦਾ? ਬਹੁਤ ਸੀ ਭਲਾ। ਮਿਰਜ਼ਾ 10 ਵਜੇ ਮਰਿਆ ਤੇ 3 ਵਜੇ ਉਹਨੂੰ ਬਰਫ਼ ਲਾਈ ਜੇ। ਹੈ ਬਈ ਗੱਲ ਸੁਣ। 10 ਵਜੇ ਮਰਿਆ ਤੇ 3 ਵਜੇ ਉਹਨੂੰ ਬਰਫ਼ ਲਾ ਕੇ ਰੇਲ ਗੱਡੀ 'ਚ ਰੱਖ ਕੇ ਖੜਿਆ ਜੇ। ਸੁਣ ਓਏ ਮਿਰਜ਼ਾ ਨੂੰ ਕਿੰਨੇ ਘੰਟੇ ਬਾਅਦ ਬਰਫ਼ ਲਾਣੀ ਪਈ ਸੀ? ਕਿੰਨੇ ਘੰਟੇ ਬਾਅਦ ਬੋ ਮਾਰ ਗਿਆ ਸੀ ਮਿਰਜ਼ਾ ਕਾਦੀਆਨੀ? ਹੈਲੋ ਓਏ ਮਿਰਜ਼ੇ ਦੀ ਲਾਸ਼ ਨੇ ਕਿੰਨੇ ਘੰਟੇ ਬਾਅਦ ਬੋ ਮਾਰਨੀ ਸ਼ੁਰੂ ਕਰ ਦਿੱਤੀ ਸੀ? ਯਾਰ ਇੱਕ ਗੱਲ ਮੈਂ ਪੁੱਛਣ ਲੱਗਿਆ, ਘੰਟੇ ਤੇ ਦੱਸ ਛੜੋ ਕਿੰਨੇ ਘੰਟੇ ਬਾਅਦ ਉਹਨੇ ਬੋ ਮਾਰੀ ਉਹਦੀ ਲਾਸ਼ ਨੇ? ਤੁਹਾਡੇ ਮੈਂ ਤੁਹਾਡੇ 'ਚ ਕਿਹਦਾ ਚਿਹਰਾ ਨਰਾਨੀ ਹੈ? ਐ ਜਾਓ ਚਿਹਰਾ ਲੈ ਕੇ ਸਾਹਮਣੇ ਵਾਲਾ ਵੇਖੀ ਸੀ ਕਿ ਦੂਜੇ ਦਾ ਚਿਹਰਾ। ਬਹੁਤ ਗਲਤ ਗੱਲ। ਓ ਮਰਜ਼ੋਟਿਓ, ਗਲਤ ਗੱਲ ਦਾ ਜਿਹੜੇ ਬਰੇਲਵੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ। ਓ ਮੈਂ ਪਿਆ ਨਾ ਸਾਹਮਣੇ ਬਹਿ ਕੇ ਗੱਲ ਕਰੋ ਨਾ। ਬਰੇਲਵੀ ਦੀ ਕਰਨੀ ਹੈ, ਦਿਓਬੰਦੀ ਦੀ ਕਰਨੀ, ਸਾਹਮਣੇ ਬਹਿ ਕੇ ਕਰੋ ਨਾ। ਮੈਂ ਕਹਿਣਾ ਵਾ ਹਾਂ ਤੇ ਤੁਸੀਂ ਇਹ ਥੱਲੇ ਮੰਨੀਆਂ ਦੇ ਵੜ ਕੇ ਗੱਲ ਕਰਨੀ ਜੇ। ਉਹ ਸਵੇਰੇ ਤੁਹਾਡੇ ਮਿਰਜ਼ੇ ਦੇ ਬਾਰੇ ਪੜਨ ਲੱਗੇ ਸੀ, ਜਿਸ ਵੇਲੇ ਉਹਨੇ ਅੰਮ੍ਰਿਤਸਰ ਜੁੱਤੀਆਂ ਮਾਰੀਆਂ ਤੇ ਹਜ਼ਰਤ ਮਸੀਹ ਮੌਤ ਪੱਸੇ ਪਰਦਾ ਹੋ ਗਏ। ਮੈਂ ਕਿਹਾ ਮੰਜੀ ਤੋਂ ਥੱਲੇ ਵੜ ਗਿਆ ਸੀ। ਮੰਜੀ ਥੱਲੇ ਵੜ ਗਿਆ ਸੀ, ਪੱਸੇ ਪਰਦਾ ਹੋ ਗਏ। ਪੱਸੇ ਪਰਦਾ ਹੋ ਗਿਆ ਤਾਂ ਕੀ ਮਤਲਬ ਹੈ? ਔਰ ਜਿਸੇ ਜੁੱਤੀਆਂ ਸਾਹਮਣੇ ਵੱਜਣ ਬੰਦਾ ਪੱਸੇ ਪਰਦਾ ਹੋ ਜਾਏ ਤਾਂ ਕੀ ਮੈਨਾਂ ਹੁੰਦਾ?
ਅਮਰ ਥੁੱਕ ਪੁੰਜਦਾ ਉਹ ਥੁੱਕ ਪੁੰਜਦਾ ਆ ਗੱਲ ਤਾਂ ਸੁਣ ਰਹੀ ਲੈ ਪੱਸੇ ਪਰਦਾ ਕਿਸ ਤਰ੍ਹਾਂ ਹੋਇਆ ਮਿਰਜ਼ਾ ਕਾਦੀਆਨੀ ਜਿਸ ਦੇ ਸਾਹਮਣੇ ਜੁੱਤੀਆਂ ਵੱਜੀਆਂ ਨੇ ਮੈਂ ਤੇ ਐਵੇਂ ਲਾਨਤ ਨਹੀਂ ਤੇ ਪਾਈ ਪੱਸੇ ਪਰਦਾ ਕਿੰਜ ਹੋਇਆ ਇਹ ਕੈਮਰਾਨ ਕਰੇਗਾ ਇਹ ਕੈਮਰਾਨ ਕਰੇਗਾ ਜਿਹਨੇ ਆਪਣਾ ਨਾਮ ਪ੍ਰੋਫੈਸਰ ਰੱਖਿਆ ਕੈਮਰਾਨ ਕਰੇਗਾ ਕਰ ਕੈਮਰਾਨ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਓਏ ਮਜ਼ਾਈਓ ਕੈਮਰਾ ਇੱਕ ਧਿਆਨ ਕਰ ਸੁਣੋ ਸਾਰੇ ਰੈਲ ਸਾਹਿਬ ਸਾਰਿਆਂ ਦੇ ਪੱਲੇ ਪਤਾਉ ਹੱਥ ਲਾ ਕੇ ਪੈਸੇ ਵੰਡੇ ਨੇ ਦਾਈਆਂ ਨੇ ਇਹਦੀ ਮੰਜੀ ਠੋਕ ਦਿੰਨੇ ਓਏ ਇੱਕ ਵੀ ਨਹੀਂ ਬੰਦੇ ਦਾ ਤੁਹਾਡੇ ਚੋਂ ਪੁੱਤਰ ਚਲੋ ਇੱਕ ਵੀ ਨਹੀਂ ਕਿਸੇ ਮਰਦ ਦਾ ਬੱਚਾ ਉਹ ਨਹੀਂ ਵੇ ਕੈਮਰਾ ਆਨ ਕਰੋ ਹਾਂ ਇਹ ਡਰ ਜੇ ਤੁਹਾਨੂੰ ਮੇਰੀ ਗੱਲ ਤਾਂ ਸੁਣ ਡਰ ਕਿਹੜੀ ਗੱਲ ਤੇ ਕੈਮਰਾ ਆਨ ਕਰ ਪਹਿਲਾਂ ਕੈਮਰਾ ਆਨ ਕਰ ਉਹ ਗੱਲ ਤਾਂ ਸੁਣ ਪਹਿਲਾਂ ਕੈਮਰਾ ਆਨ ਕਰ ਫਿਰ ਤੇਰੀ ਗੱਲ ਸੁਣਾਂਗੇ ਕੈਮਰਾ ਆਨ ਕਰ ਕੈਮਰਾ ਆਨ ਕਰ ਮਰਜ਼ਾਈਆ ਐਕਸੈਸ ਨਹੀਂ ਹੈ ਓਏ ਇੱਕ ਦੀ ਵੀ ਨਹੀਂ ਐਕਸੈਸ ਹੈ ਤੇਰੀ ਨਹੀਂ ਐਕਸੈਸ ਤੂੰ ਪਿਛਾ ਹੋ ਜਾ ਜਿਹਦੀ ਐਕਸੈਸ ਹੈ ਉੱਤੇ ਆਵੇ ਗੱਲ ਸੁਣ ਜਿਹਦੀ ਐਕਸੈਸ ਹੈ ਉਹ ਕੈਮਰਾ ਆਨ ਕਰਕੇ ਭਾਏ ਨਹੀਂ ਕਿਹੜਾ ਮਰਜ਼ਾਈ ਕੈਮਰਾ ਆਨ ਕਰੇਗਾ ਮੇਰੀ ਐਕਸੈਸ ਨਹੀਂ ਸੀ ਮੇਰੀ ਐਕਸੈਸ ਨਹੀਂ ਮੈਂ ਉਹ ਕਿਸੇ ਮਰਜ਼ਾਈ ਦੀ ਐਕਸੈਸ ਨਹੀਂ ਕੈਮਰੇ ਤੇ ਐਕਸੈਸ ਨਹੀਂ ਮੈਂ ਤੇਰਾ ਕੀੜਾ ਓਏ ਗੱਲ ਸੁਣੋ ਉਹ ਕਿਸੇ ਮਰਜ਼ਾਈ ਦੀ ਐਕਸੈਸ ਨਹੀਂ ਹੈ ਕੈਮਰੇ ਤੇ ਮੇਰੀ ਐਕਸੈਸ ਨਹੀਂ ਮੈਂ ਤੇਰਾ ਉਹ ਕੀੜਾ ਮਰਜ਼ਾਈਓ ਕਿਸੇ ਦੀ ਵੀ ਤੁਹਾਡੀ ਐਕਸੈਸ ਨਹੀਂ ਕੈਮਰੇ ਤੇ ਮਰੋ ਇੱਕ ਤੇ ਕੈਮਰਾ ਆਨ ਕਰ ਛੜੋ ਮੈਂ ਤੇਰਾ ਕੀੜਾ ਵੇਖ ਲਿਆ ਉਹ ਮੁਫਤੀ ਸਾਹਿਬ ਕੈਮਰਾ ਆਨ ਕੀਤਾ ਮੈਂ ਕੈਮਰਾ ਆਨ ਕੀਤਾ ਤੁਹਾਡੇ ਅੰਦਰ ਕੀ ਰੋਲ ਹੈ ਕੀ ਮਸਲਾ ਤੁਹਾਨੂੰ ਉਹ ਮੇਰੀ ਨਹੀਂ ਐਕਸੈਸ ਮੈਂ ਤੇਰਾ ਇੱਕ ਦੀ ਐਕਸੈਸ ਨਹੀਂ ਹੈ ਸਾਡੀ ਦਲੀਲ ਰੇਲ ਦੀ ਐਕਸੈਸ ਨਹੀਂ ਹੈ ਤੈਨੂੰ ਰੇਲ ਨੂੰ ਮਸਲੇ ਦੀ ਐਕਸੈਸ ਕਿੱਥੇ ਤਾਈ ਹੈ ਕਰਾਂਗੇ ਤੇ ਦਲੀਲ ਮੰਨ ਜਾਏਗਾ ਆਹੋ ਚੱਲ ਕੈਮਰਾ ਆਨ ਕਰ ਤੇਰੀ ਦਲੀਲ ਚੈੱਕ ਕਰੀਏ ਕੈਮਰਾ ਆਨ ਕਰ ਉਹੀ ਮੈਂ ਕਹਿੰਦਾ ਕੈਮਰਾ ਆਨ ਕਰਾਂਗਾ ਤੇ ਦਲੀਲ ਮੰਨ ਲੇਗਾ ਹਾਂ ਮੰਨ ਲਾਂਗਾ ਚੱਲ ਕੈਮਰਾ ਆਨ ਕਰਕੇ ਵਾਹ ਚੱਲ ਪਹਿਲਾਂ ਆਪਣਾ ਥੁੱਕ ਪੂੰਝ ਕੈਮਰਾ ਆਨ ਕਰਕੇ ਦਲੀਲ ਵਾਹ ਨਹੀਂ ਥੁੱਕ ਪੂੰਝ ਨਹੀਂ ਮੇਰੇ ਮੂੰਹ ਚ ਕਦੇ ਨਿਕਲੇ ਨਹੀਂ ਮੇਰਾ ਬੱਚਾ ਥੋਕਿਆ ਹੀ ਨਹੀਂ ਰੇਲ ਸਾਹਿਬ ਪਤਾ ਕੀ ਹੈ ਫਾਰਗ ਜ਼ਿਹਨੀ ਤੌਰ ਤੇ ਫਾਰਗ ਓਏ ਗੱਲ ਸੁਣੋ ਇੱਕ ਵੀ ਤੁਹਾਡੇ ਜੋ ਮਰਦ ਦਾ ਬੱਚਾ ਨਹੀਂ ਹੈ ਫਾਰਗ ਆਦਮੀ ਹੈ ਓਏ ਸਾਰੇ ਹਿਜੜੇ ਹੋ ਮਿਰਜ਼ਾ ਕਾਦੀਆਨੀ ਦੇ ਸਾਰੀ ਐ ਛੱਡੀ ਹਿਜੜਿਆਂ ਦੀ ਇਟਲੀ ਦੇ ਖੁਸਰਿਆਂ ਦੀ ਕੌਮ ਛੱਡ ਕੇ ਗਿਆ ਪਿੱਛੇ ਇਟਲੀ ਦੀ ਸਰਕਾਰ ਲੱਖ ਲਾਨਤ ਤੁਹਾਡੇ ਤੇ ਬੁਜ਼ਦਲੋ ਬੱਚੇ ਲੱਖ ਲਾਨਤ ਤੁਹਾਡੇ ਤੇ ਬੁਜ਼ਦਲੋ ਇੱਕ ਵੀ ਮਰਦ ਦਾ ਬੱਚਾ ਨਹੀਂ ਹੈ ਲੇਕਿਨ ਪਤਾ ਕੀ ਗੱਲ ਹੈ ਤੁਹਾਡਾ ਮੂੰਹ ਬੋਲਿਆ ਨਬੀ ਵੀ ਇੰਜ ਦਾ ਸੀ ਜਿਹੜਾ ਉਹ ਵੀ ਦੁੜਕੀ ਲਾ ਜਾਂਦਾ ਸੀ ਤੁਸੀਂ ਵੀ ਦੁੜਕੀ ਲਾਣ ਵਾਲੇ ਹੋ ਬੱਚੇ ਮੂੰਹ ਨਹੀਂ ਲਾਉਂਦੇ ਤੁਹਾਡੇ ਚ ਇੱਕ ਵੀ ਤੇ ਬੰਦੇ ਦਾ ਪੁੱਤਰ ਨਹੀਂ ਜਿਹੜਾ ਕਿ ਮੈਂ ਕੈਮਰੇ ਦੇ ਸਾਹਮਣੇ ਬਹਿ ਕੇ ਗੱਲ ਕਰ ਲਾਂਗਾ ਇੱਕ ਵੀ ਤਾਂ ਲਾਲਦਾ ਹੋਵੇ ਤੇ ਆਖੇ ਮੈਂ ਕੈਮਰੇ ਦੇ ਸਾਹਮਣੇ ਬਹਿ ਕੇ ਗੱਲ ਕਰਾਂਗਾ ਮੈਂ ਬੜਾ ਦਲੇਰ ਹਾਂ ਮੈਂ ਬੜਾ ਬਹਾਦਰ ਹਾਂ ਨਸ ਗਿਆ ਸੀ ਚੈਲੰਜ ਦੇ ਕੇ ਆ ਜੁੱਤੀਆਂ ਵਜੀਆਂ ਨਾ ਮਿਰਜ਼ਾ ਕਾਦੀਆਨੀ ਨੂੰ ਜੁੱਤੀਆਂ ਵਜੀਆਂ ਤੇ ਅੰਮ੍ਰਿਤਸਰ ਤੇ ਪੱਸੇ ਪਰਦਾ ਹੋ ਗਿਆ ਬੱਚੇ ਮੂੰਹ ਨਹੀਂ ਲਾਉਂਦੇ ਓਏ ਗੱਲ ਸੁਣ ਪੱਸੇ ਪਰਦਾ ਕਿਉਂ ਹੋ ਗਿਆ ਆ ਗੱਲ ਸੁਣ ਮਿਰਜ਼ਈਆ ਓਏ ਮਿਰਜ਼ਾ ਕਾਦੀਆਨੀ ਨੂੰ ਜਿਸੇ ਜੁੱਤੀਆਂ ਵਜੀਆਂ ਪੱਸੇ ਪਰਦਾ ਕਿਉਂ ਹੋਇਆ ਚੁੱਪ ਕਰ ਤੇਰੀ ਤੇ ਗੱਲ ਦਾ ਹੀ ਪਤਾ ਉਹ ਪੱਸੇ ਪਰਦਾ ਕਿਉਂ ਹੋਇਆ ਮਿਰਜ਼ਾ ਕਾਦੀਆਨੀ ਉਹ ਪੱਸੇ ਪਰਦਾ ਹੋਣ ਦਾ ਕੀ ਮਤਲਬ ਹੈ ਗੁੱਸਾ ਹਰਾਮ ਮੰਜੀ ਦੇ ਥੱਲੇ ਵੜਿਆ ਗੁੱਸਾ ਹਰਾਮ ਮੰਜੀ ਦੇ ਥੱਲੇ ਵੜ ਗਿਆ ਸੀ ਪੱਸੇ ਪਰਦੇ ਦਾ ਕੀ ਮਤਲਬ ਹੈ ਰੇਲ ਸਾਹਿਬ ਪੱਸੇ ਪਰਦੇ ਦਾ ਕੀ ਮਤਲਬ ਕੀ ਹੈ ਓਏ ਇਹਦੀ ਗੱਲ ਦੀ ਕੋਈ ਵਕਤ ਹੀ ਨਹੀਂ ਹੈ ਪਾਗਲ ਆਦਮੀ ਜੁੱਤੀਆਂ ਮਾਰੀਆਂ ਇਹ ਚਾਹ ਪੀਣ ਲੱਗਾ ਸੀ ਰੋਜ਼ਿਆਂ ਦੇ ਵਿੱਚ ਪਾਗਲ ਆਦਮੀ ਸਰਕਾਰ ਦੇ ਪਸੰਦਾ ਹੈ ਓਏ ਗੱਲ ਸੁਣ ਅੱਜ ਧੱਕੇ ਖਾਂਦਾ ਪਿਆ ਬਰੋਡਾ ਧੱਕੇ ਖਾਂਦਾ ਤਰਾਵੇ ਬੋਲੋ ਤਰਾਵੇ ਬੋਲੋ ਮਰਜ਼ੀ ਤਰਾਵੇ ਮਰਜ਼ੀ ਰੋਲਾ ਪਾਓ ਮੈਂ ਕਿਹਾ ਜਦੋਂ ਮਿਰਜ਼ਾ ਕਾਦੀਆਨੀ ਦੇ ਸਿਰ 'ਚ ਜੁੱਤੀਆਂ ਵੱਜੀਆਂ ਅੰਮ੍ਰਿਤਸਰ ਪੱਸੇ ਪਰਦਾ ਕਿਸ ਤਰ੍ਹਾਂ ਹੋਇਆ ਇਹਦਾ ਦੇਨ ਨਹੀਂ ਚੈੱਕ ਕੀਤਾ ਇਹਦਾ ਪੱਸੇ ਪਰਦਾ ਕਿਸ ਤਰ੍ਹਾਂ ਹੋਇਆ ਰੱਸੀ ਪਾ ਕੇ ਖਿੱਚ ਕੇ ਉਹ ਮਰਜ਼ਾਈਓ ਪੱਸੇ ਪਰਦਾ ਕਿੰਜ ਹੋ ਜਾਂਦਾ ਬੰਦਾ ਉਹ ਸਾਹਮਣੇ ਜੁੱਤੀਆਂ ਵਗਾਣੀਆਂ ਆਵਣ ਲੱਗੀਆਂ ਹਣ ਬੰਦਾ ਪੱਸੇ ਪਰਦਾ ਹੋ ਜਾਂਦਾ ਮੈਂ ਕਿਹਾ ਬੰਦਾ ਪੱਸੇ ਪਰਦਾ ਹੋ ਜਾਂਦਾ ਦਾ ਪੋਤਾ ਐਮਡੀ ਹੋ ਗਿਆ ਕਿਹਦਾ ਪੋਤਾ ਸਨਾਉਲਾ ਅੰਮ੍ਰਿਤਸਰੀ ਦਾ ਪੋਤਾ ਐਮਡੀ ਹੋ ਗਿਆ ਸਨਾਉਲਾ ਅੰਮ੍ਰਿਤਸਰੀ ਦਾ ਕਰਾਚੀ ਕੀ ਨਾਂ ਉਹਦਾ ਪੋਤੇ ਦਾ ਉਹ ਨਾ YouTube ਤੇ ਦੇਖ ਲੈ ਮਿਰਜ਼ਾ ਕਾਦੀਆਨੀ ਦੀ ਕੁੜੀ ਮੁਸਲਮਾਨ ਹੋ ਗਈ ਹੈ ਮਿਰਜ਼ਾ ਕਾਦੀਆਨੀ ਦੀ ਕੁੜੀ ਮੁਸਲਮਾਨ ਹੋ ਗਈ ਹੈ ਮਿਰਜ਼ਾ ਕਾਦੀਆਨੀ ਦੇ ਦੋ ਮੁੰਡੇ ਮੁਸਲਮਾਨ ਹੋ ਗਏ ਸਨ ਇਹ ਠੀਕ ਹੈ ਯਾਰ ਇਹ ਤੇ ਤੂੰ ਜ਼ਿੱਦ ਚ ਕਹਿਣ ਡਿਆ ਨਾ ਇਹ ਤੇ ਜ਼ਿੱਦ ਚ ਕਹਿਣ ਡਿਆ ਨਾ ਤੂੰ ਕਿਹੜਾ ਸਬੂਤ ਪੇਸ਼ ਕਰਨ ਦੇ ਤੂੰ ਕਿਹੜਾ ਪੇਸ਼ ਕਰਨਾ ਹੈ ਰੇਲ ਭਾਈ ਆ ਜੈਨੀ ਤੂੰ ਕਿਹੜਾ ਪੇਸ਼ ਕਰਨਾ ਹੈ ਹੈਲੋ ਕੂੜਾ ਆਦਮੀ ਤੂੰ ਕਿਹੜੀ ਕਿਤਾਬ ਖੋਲੀ ਹੈ ਮੇਰੇ ਸਾਹਮਣੇ ਤੂੰ ਕਿਹੜਾ ਕੈਮਰਾ ਖੋਲਿਆ ਮੇਰੇ ਸਾਹਮਣੇ YouTube ਓਏ ਅੱਜ ਦੀ ਟੈਕਨੋਲੋਜੀ ਸਾਰਾ ਕੁਝ ਦੱਸਦੀ ਹੈ YouTube ਤੇ ਜਾ ਕੇ ਦੇਖ ਹੈ ਸ਼ੁਫਤੀ ਕਿਹੜੇ YouTube ਤੇ ਜਾ ਕੇ ਦੇਖ ਟੈਕਨੋਲੋਜੀ ਆ ਮਬਸ਼ਰੂ ਕਿੱਥੇ ਗਿਆ ਇਹ YouTube ਤੁਹਾਡੀ ਸੱਚਾਈ ਦੀ ਦਲੀਲ ਹੈ ਉਹ ਚੁੱਪ ਯਾਰ ਤੇਰੀ ਗੱਲ ਦੀ ਕੋਈ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਦਾ ਪਰਪੋਤਾ ਇਰਫਾਨੁੱਲਾ ਸਨਾਈ ਸਰਗੋਦੇ ਚ ਬਹਿ ਕੇ ਇਹ ਵੀ ਤੁਹਾਡੇ ਸਿਰ 'ਚ ਛਿੱਤਰ ਫੇਰਨ ਲੱਗੇ ਆ ਚੁੱਪ ਯਾਰ ਇਹ ਵੀ ਮਰਜ਼ਾਈਆਂ ਦੇ ਸਿਰ 'ਚ ਉਹਨਾਂ ਦਾ ਪਰਪੋਤਰਾ ਵੀ ਛਿੱਤਰ ਫੇਰਨ ਲੱਗੇ ਆ ਉਹ ਸ਼ੁਫਤੀ ਇਹਦੇ ਵਿੱਚ ਭੁੱਲ ਜਾਂਦੇ ਹੋ ਕੀ ਵੇਖ ਕੇ ਸਰਦਾ ਪਿਆ ਸਿਰੇ ਕਮਰੇ 'ਚ ਤੜਪਦਾ ਹੋਰ ਕੁਝ ਬਿੱਲਾ ਤੇ ਕਿਹੜੀ ਤਰੱਕੀ ਕਿਹੜੀ ਤਰੱਕੀ ਕਾਦੀਆਂ ਤੋਂ ਰਬਵੇ ਆਏ ਸੀ ਰਬਵੇ ਤੋਂ ਯੂਕੇ ਆ ਗਏ ਯੂਕੇ ਤੋਂ ਅਫਰੀਕਾ ਚੱਲੇ ਹੋ ਇਹ ਤਰੱਕੀ ਤੁਹਾਡੀ ਪਿੰਦੀ ਹੈ ਬੂਹੇ ਫਿਰਨ ਲੱਗੇ ਹੋ ਫਿਰ ਕਿਉਂ ਉਹ ਮੇਰੀ ਗੱਲ ਸੁਣੋ ਪ੍ਰੋਫੈਸਰ ਸਾਹਿਬ ਉਹ ਗੱਲ ਸੁਣੋ
ਉਹ ਲੈ ਕੇ ਡੋਰੀ ਖੈਰ ਮੰਗਦੇ ਪਏ ਬੂਹੇ ਬੂਹੇ ਮੇਰੀ ਗੱਲ ਇਹਦਾ ਨਾਲ ਤਰੱਕੀ ਰੱਖਿਆ ਜੇ ਇਹ ਜਿਹੜਾ ਬੂਹੇ ਬੂਹੇ ਖੈਰ ਮੰਗਦੇ ਪਏ ਇਹਦਾ ਨਾਲ ਤਰੱਕੀ ਹੈ। ਤੜਪਦਾ ਕਿਉਂ ਪਿਆ? ਤੜਪਦਾ ਤਾਂ ਹੀ ਬੰਦਾ ਪਿਆ ਨਾ ਕਿਸੇ ਦੀ ਤਰੱਕੀ। ਮੈਂ ਛਿੱਤਰ ਮਾਰਨੇ ਪਏ ਤੜਪਦਾ ਕੋਣੇ ਪਿਆ? ਮੈਂ ਤਾਂ ਮਿਰਜ਼ਾਈਅਤ ਨੂੰ ਸਵੇਰ 8 ਵਜੇ ਤੋਂ ਲੈ ਕੇ ਰਾਤ 10 ਵਜੇ ਤਾਈਂ ਮਿਰਜ਼ਾ ਕਾਦੀਆਨੀ ਦੇ ਸਿਰ ਵਿੱਚ ਛਿੱਤਰ ਫੇਰਨਾ ਤੇ 10 ਵਜੇ ਉਹਨੂੰ ਜੰਨਤ ਵਾਸਲ ਕਰਕੇ ਸੌਂ ਜਾਣਾ। ਸਾਰੇ ਮਿਰਜ਼ਾਈ ਕਹਿੰਦੇ ਨੇ ਸਵੇਰ 8 ਵਜੇ ਤੋਂ ਲੈ ਕੇ ਰਾਤ 10 ਵਜੇ ਤਾਈਂ ਮਿਰਜ਼ਾ ਕਾਦੀਆਨੀ ਦੇ ਛਿੱਤਰ ਫੇਰਦਾ ਤੇ 10 ਵਜੇ ਸੌਂ ਜਾਂਦਾ। ਇੱਕ ਮਿੰਟ ਯਾਰ, ਇੱਕ ਮਿੰਟ। ਮੈਂ ਤਾਂ ਛਿੱਤਰ ਫੇਰਨਾ ਪਿਆ ਮਿਰਜ਼ਾਈਆਂ ਦੇ। ਓਏ ਚੱਲ ਏਡੇ ਤੇਰੇ ਛਿੱਤਰ ਮਾਮਾ। ਮਿਰਜ਼ਾ ਕਾਦੀਆਨੀ ਨੂੰ ਛਿੱਤਰ ਨਹੀਂ ਮਾਰਿਆ ਅੰਮ੍ਰਿਤਸਰ ਵਿੱਚ ਅਸਾਂ। ਤੇਰੇ ਛਿੱਤਰ ਹੈ ਨਹੀਂ ਵੱਜੇ ਛਿੱਤਰ। ਜਾਓ ਦੀ ਕਬਰ ਤੇ ਜਾ ਕੇ ਪੁੱਛੋ ਤੇ ਸਿਰ 'ਚ ਛਿੱਤਰ ਵੱਜੇ ਨੇ ਕਿ ਨਹੀਂ ਅੰਮ੍ਰਿਤਸਰ। ਕਿਤਾਬਾਂ ਪੜ੍ਹ ਜਦੋਂ ਉਹ ਰੋਜ਼ਿਆਂ ਵਿੱਚ ਚਾਹ ਪੀਵੇਗਾ ਤੇ ਛਿੱਤਰ ਹੀ ਵੱਜਣਗੇ ਨਾ। ਕੌਣ ਅਹਿਮਦੀ ਹੋ ਗਿਆ ਸੀ? ਕੌਣ? ਮੁਹੰਮਦ ਸੈਨ ਬਟਾਲਵੀ ਦਾ। ਹੈਲੋ ਹੁਣ ਮੁਹੰਮਦ ਸੈਨ ਬਟਾਲਵੀ ਅੱਗੇ ਉਹਦਾ ਮੌਲਾਨਾ ਸਨਾਲ ਅਹਿਮਦ ਦਾ ਹੁਣ ਉਹਦਾ ਮੌਲਾਨਾ ਬਟਾਲਵੀ ਉਹਦਾ ਵੀ ਹੋ ਗਿਆ। ਤੇਰੀਆਂ ਬੈਠਾਂ ਕਿੰਨੀਆਂ ਹੋ ਗਈਆਂ ਨੇ? ਤੇਰੀਆਂ ਬੈਠਾਂ ਹੋ ਗਈਆਂ 101। ਨੀਜੋ ਸਾਹਿਬ ਕੈਸੇ ਢੀਠ ਹੋ ਯਾਰ, ਕੈਸੇ ਢੀਠ ਤੁਸੀਂ ਮਰਜ਼ੋਟੇ ਸਾਰੇ। ਮੈਂ ਤੇ ਹੈਰਾਨ ਹਾਂ ਤੁਹਾਡੀ ਅਕਲ ਤੋਂ। ਉਹ ਕਬਰ ਪੁੱਜੇ ਗਿਆਨੇ ਛਿੱਤਰ ਖਾ ਕੇ ਰਾਤੀ ਸੁਣਦੇ ਕਿ ਨਹੀਂ ਤੁਸੀਂ ਬੇਸ਼ਰਮਾ। ਕਬਰ ਪੁੱਜੇ ਕਬਰ ਪੁੱਜੇ ਵੇਖੋ ਤ੍ਰੈਵੇਂ ਬੋਲਦੇ ਨੇ, ਤ੍ਰੈਵੇਂ ਮਿਰਜ਼ਾਈ ਰੋਲਾ ਪਾਉਣ ਲੱਗੇ ਨੇ। ਲੇਕਿਨ ਮਿਰਜ਼ਾ ਕਾਦੀਆਨੀ ਦੇ ਸਿਰ 'ਚ ਜਿਹੜੇ ਛਿੱਤਰ ਵੱਜੇ ਨੇ ਉੱਥੇ ਅੰਮ੍ਰਿਤਸਰ, ਉਹਨਾਂ ਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ। ਆਪਣੀ ਜ਼ੁਬਾਨ ਛਿੱਤਰ ਸਿਰ 'ਚ ਪਵਾ ਕੇ ਉਹਦੇ ਮਿਰਜ਼ਾ ਕਾਦੀਆਨੀ ਦੇ ਸਿਰ 'ਚ ਛਿੱਤਰ ਪਵਾ ਕੇ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਪਈ, ਫਿਰ ਵੀ ਤ੍ਰੈਵੇਂ ਬੋਲੀ ਜਾਂਦੇ ਹੋ। ਨਜ਼ੀਰ ਤੇਰਾ ਲੱਕੜ ਦਾਦਾ ਮਰ ਗਿਆ। ਜਿਸ ਤਰ੍ਹਾਂ ਮਿਰਜ਼ਾ ਕਾਦੀਆਨੀ ਰਮਜ਼ਾਨ 'ਚ ਚਾਹ ਪੀਂਦਾ ਫੜਿਆ ਗਿਆ ਉਹਨਾਂ ਛਿੱਤਰ ਫੇਰੇ, ਇਸੇ ਤਰ੍ਹਾਂ ਤੁਸੀਂ ਛਿੱਤਰ ਖਾਂਦੇ ਹੋ ਸ਼ਾਮਾਂ ਨੂੰ। ਕੋਈ ਕਾਫਰ ਹੋ ਜਾਏਗਾ ਜੋ ਇਹਦੀ ਜ਼ੁਬਾਨ। ਇਸੇ ਤਰ੍ਹਾਂ ਸ਼ਾਮ ਤੱਕ ਤੁਸੀਂ ਛਿੱਤਰ ਖਾ ਕੇ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਰਾਤ ਛਿੱਤਰ ਖਾਂਦੇ ਹੋ। ਉਹਦੇ ਬਾਅਦ ਜਾ ਕੇ ਬਿਸਤਰਿਆਂ ਦੇ ਲੰਮੇ ਪੈ ਜਾਂਦੇ ਹੋ। ਉਹ ਐਸਾ ਕੋਈ ਬੇਸ਼ਰਮ, ਐਸਾ ਕੋਈ ਢੀਠ ਦੁਨੀਆ ਦੇ ਬੰਦਾ ਵੇਖਿਆ ਜੇ ਜਿਹਨੂੰ ਪਤਾ ਵੀ ਲੱਗ ਜੇ ਕਿ ਜਿਹਨੂੰ ਮੈਂ ਨਬੀ ਮੰਨਿਆ ਇਹਨੂੰ ਛਿੱਤਰ ਪਰ ਵੱਜਦੇ ਨੇ ਤੇ ਫਿਰ ਵੀ ਉੱਥੇ ਬੈਠੇ ਹੋਵੇ ਬੇਗੈਰਤਾਂ। ਗੱਲ ਸੁਣ, ਤੇਰਾ ਦਾਦਾ ਮਰ ਗਿਆ, ਤੇਰਾ ਲੱਕੜ ਦਾਦਾ ਮਰ ਗਿਆ, ਤੇਰਾ ਦਾਦਾ ਮਰ ਗਿਆ, ਤੇਰਾ ਅੱਬਾ ਮਰ ਗਿਆ। ਮਿਰਜ਼ਾਈ ਕੌਮ ਹੀ ਬੇਗੈਰਤ ਹੈ, ਇਹ ਕੌਮ ਹੀ ਬੇਗੈਰਤ ਹੈ, ਬੇਸ਼ਰਮਾਂ ਦੀ ਹੈ। ਇਹਨਾਂ 'ਚ ਗੈਰਤ ਨਾਂ ਦੀ ਚੀਜ਼ ਹੀ ਕੋਈ ਨਹੀਂ ਮਿਰਜ਼ੋਟਿਆਂ 'ਚ। ਅਗਰ ਗੈਰਤ ਹੋਵੇ ਨਾ ਮਿਰਜ਼ਾਈਆਂ 'ਚ ਗੈਰਤ ਹੋਵੇ ਤੇ ਜਿੱਥੇ ਮੇਰੇ ਮਿਰਜ਼ੇ ਇਹਦੇ ਕੋਲ ਕੋਈ ਕਿਤਾਬ ਨਹੀਂ ਹੈਗੀ। ਹੋ ਜਾਣ ਉੱਥੋਂ। ਅੱਛਾ ਜੀ ਦਲੀਲ ਆ ਕੈਮਰੇ ਤੇ ਆਓ, ਕੈਮਰੇ ਤੇ ਆਓ ਇਹਦੀ ਦਲੀਲ। ਓਏ ਯਾਰ ਇਹਦਾ ਲੱਕੜ ਰੂਹਾਨੀ ਖਜ਼ਾਨੇ 'ਚ ਲਿਖਿਆ ਨਾ, ਰੂਹਾਨੀ ਖਜ਼ਾਨੇ 'ਚ ਉਹਨੇ ਲਿਖਿਆ ਨਾ ਕਿ ਉਦੋਂ ਮੈਂ ਆਉਂਦਾ ਸੀ ਪਿਆ ਸੁਨਹਿਰੀ ਮਸਜਿਦ ਵੱਲੋਂ ਤੱਕ ਮੁੱਲਾ ਮੁਹੰਮਦ ਭਾਈ ਜਾਫਰ ਜ਼ਕਰੀ ਆ ਗਿਆ, ਉਹਨਾਂ ਛਿੱਤਰ ਫੇਰੇ ਸੀ ਦੌੜ ਗਏ। ਰੇਜ ਭਾਈ ਗੱਲ ਸੁਣ, ਇਹਦਾ ਦਾਦਾ ਮਰ ਗਿਆ, ਦਾਦੀ ਮਰ ਗਈ। ਚੰਨੀ ਆਈ ਉਹਦੀ ਤਰੱਕੀ ਹੋਈ ਤਾਂ ਸੱਚ ਵਿੱਚ ਲਿਖਿਆ, ਲੋਕ ਆਪੀ ਪੜਦੇ ਪਏ ਨੇ। ਤੂੰ ਜਿੰਨਾ ਮਰਜ਼ੀ ਬੋਲ। ਓਏ ਤੁਹਾਡੀਆਂ ਆਪਸ ਚ ਆਵਾਜ਼ਾਂ ਟਕਰਾਉਂਦੀਆਂ ਇਨਸਾਨ ਦੇ ਵਿੱਚ। ਤੇਰਾ ਦਾਦਾ ਮਰ ਗਿਆ। ਚੌਥਾ ਚੁੱਪ ਬੈਠਾ ਹੈ, ਚੌਥਾ ਵੀ ਬੈਠਾ ਹੈ, ਚੌਥਾ ਕਿਉਂ ਚੁੱਪ ਕਰਕੇ ਬੈਠੇ ਹੈ? ਸਾਬਤ ਇਹਨੂੰ ਸੁਆ ਮਾਰੇ ਨੇ ਵੀ ਬੋਲੇ। ਸੁਆ ਮਾਰੇ ਵੀ ਮੁਬਸ਼ਰ ਨਾਮ ਮੁਫਤੀ ਨਮਰੂਦ ਆ ਗਿਆ ਜੀ। ਮੁਫਤੀ ਨਮਰੂਦ ਜੀ ਦੀ ਸ਼ਕਲ ਆ ਲੋ ਵੱਡੀ ਸ਼ਕਲ ਦੀ ਵੇਖ ਲੋ ਨਮਰੂਦ। ਨਹੀਂ ਨਮਰੂਦ ਜੀ ਉੱਥੇ ਜਾ ਕੇ ਫਰਕੀ ਮਾਰੇ ਸੇ ਮਾਰੂ ਬੱਚੀ। ਓਏ 302 ਮਾਰੋ ਨਾਮ ਤੇ ਆਮ ਵੀ ਰੱਖਦੇ ਨੇ। ਨਮਰੂਦ ਤੇ ਪੱਥਰ ਮਾਰੋ ਨਮਰੂਦ ਨੂੰ। ਵਜ਼ੀਰ ਸਾਹਿਬ ਨੇ ਉਹ ਕਿਹਾ ਜਿਹੜਾ ਖਾਲ ਕੱਢੇਗਾ ਆਪਣੀ ਮਾਂ ਨੂੰ ਕੱਢੇਗਾ। ਕੁੱਤੀ ਦਾ ਬੱਚਾ ਅਪਲੋਡ ਹੋ ਗਿਆ। ਸ਼ੁਫਤੀ ਸ਼ੁਫਤੀ 305 ਗੁਰੂ 302 ਕਿੰਨੇ ਦਾ ਹੈ? ਗੁਰੂ 302 ਕਿੰਨੇ ਦਾ ਹੈ? ਗੁਰੂ 302 ਕਿੰਨੇ ਦਾ ਹੈ? ਉਹ ਕੁਰਬਾਨ ਸ਼ਾਹ ਦੀ ਦੁਕਾਨ ਹੈ। ਆਰਕਾਈਵ ਦੇ ਉੱਤੇ ਇਹ ਬੇਗੈਰਤ ਨਹੀਂ ਨਾ, ਜਗੈਰਤ ਨਹੀਂ ਹੈ। ਕੁੱਤੀ ਦਾ ਬੱਚਾ ਅਪਲੋਡ ਹੋ ਗਿਆ ਤੇ ਨਾਲ ਅਜੇ ਹੁਣ ਮਿਰਜ਼ੇ ਹਰਾਮੀ ਨੂੰ ਵੀ ਅਪਲੋਡ ਕਰ ਲਿਆ। ਹੈਲੋ ਹਰਾਮੀ ਵੀ ਅਪਲੋਡ ਹੋ ਗਿਆ। ਵੀ ਅਪਲੋਡ ਕਰ ਛੜਿਆ, ਵੇਖੀ ਜਾਏਗੀ। ਮੁਫਤੀ 302 ਗੁਰੂ 302 ਕਿੰਨੇ ਦਾ? मौलवी ਕਿਹੜੇ ਕੰਮਾਂ 'ਚ ਪਿਆ ਤੂੰ ਪਾਂਚਾਂ ਵੇਚਿਆ ਕਰ। इसमें मौलवी अपने आप रुकी क्या है? मुफ्ती मुबशर नमरूद। देखो कितने बाबर ने नमरूद कैसे ढीठ ने नमरूद नमरूद मुफ्ती मुबशर नमरूद 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 मुफ्ती नमरूद मुफ्ती
ਮੁਫਤੀ ਨਮਰੂਦ 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 ਮੁਫਤੀ ਆਰਮੀ ਚੀਫ ਦੇ ਹੱਥੇ ਜਾ ਕੇ ਬੈਠ ਕਰ ਲੈ ਚੰਗਾ ਜਾ ਕੇ ਬੈਠ ਕਰ ਲੈ ਜਾ ਕੇ ਬੈਠ ਕਰ ਲੈ ਓਏ ਬੜੀ ਅੱਛੀ ਜੁੱਤੀ ਗੰਢਦਾ ਜੇ ਮਾਰੋ ਚੀਕਾ ਕਾਦੀਆਨੀ ਤੁਹਾਡੀ ਆ ਮੁਫਤੀ ਇੱਕ ਸਵਾਲ ਹੈ ਚਾਉ ਕਾਲੀ ਓਏ ਮੁਰਬੀਓ ਥੋੜੀ ਸੜੀ ਜਾ ਓ ਟੱਟੀ ਮੂਤਰ ਸਾਨੂੰ ਸ਼ਾਬਾਸ਼ ਦੇ ਸੀ ਤੈਨੂੰ ਮੌਲਵੀ ਕਹਿਣ ਦੇ ਟੱਟੀ ਮੂਤਰ ਵੇਚ ਕੇ ਇੱਥੇ ਬੈਠੇ ਸਾਰੇ ਰਸਾਲੇ ਚੈੱਕ ਕਰੋ ਉਹਨੂੰ ਆਈਏ ਤੇ ਮੈਂ ਕਿਉਂ ਸੜਾ ਭਾਈ ਅੱਛਾ ਉਸ ਦਿਨ ਰੋਲਾ ਪਾ ਰਿਹਾ ਸੀ ਕਿ ਰਸਾਲੇ ਜੋ ਕਿ ਪੈਸੇ ਨਹੀਂ ਹੈਗੇ ਹੈ ਮੰਗਦੇ ਲੋਕਾਂ ਨੂੰ ਭੀਖ ਓਏ ਯਾਰ ਇੱਕ ਸੈਕਿੰਡ ਇਹ ਮੁਫਤੀ ਸਾਹਿਬ ਨਾਲ ਸਵਾਲ ਹੈ ਬੜਾ ਸੀਰੀਅਸ ਸਵਾਲ ਹੈ ਸੀਰੀਅਸ ਗੁਫ਼ਤਗੂ ਹੋਏਗੀ ਸਾਰੇ ਚੁੱਪ ਕਰ ਜਾਓ ਸੀਰੀਅਸ ਭਾਈ ਮਿਰਜ਼ੇ ਕਾਦੀਆਨੀ ਤੇ ਜ਼ਨਾਕਾਰੀ ਦੇ ਗੱਲ ਕਰਨੀ ਹੈ ਮੈਂ ਨਹੀਂ ਸੀਰੀਅਸ ਗੱਲ ਹੋਣੀ ਅੱਛਾ ਸੀਰੀਅਸ ਗੁਫ਼ਤਗੂ ਹੈ ਚੁੱਪ ਤੇ ਕਰ ਚੁੱਪ ਸਵਾਲ ਸੁਣ ਲੈ ਉਹ ਸਵਾਲ ਤੇ ਸੁਣ ਲੈ ਉਹ ਰੋਏ ਸ਼ਕਲ ਨੂੰ ਸਵਾਲ ਤੇ ਸੁਣ ਲੈ ਉਹ ਰੋਏ ਸ਼ਕਲ ਨੂੰ ਸਵਾਲ ਤੇ ਬਾਤ ਸੁਣ ਲੈ ਉਹ ਯਾਰ ਮੌਲਵੀ ਸਾਹਿਬ ਸਵਾਲ ਤੇ ਸੁਣ ਮੁਫਤੀ ਸਵਾਲ ਤੇ ਸੁਣ ਲੈ ਮੁਫਤੀ ਸਵਾਲ ਤੇ ਬਾਤ ਸੁਣ और रोए शक्ल नू और रोए शक्ल नू मेरी गल सुन कोई गल नहीं करनी और मेरी गल सुन सवाल तो सुन ले सवाल नहीं मेरे नाल नहीं सुन रहे ने गुरु 302 किने दा एमडी दा सवाल नहीं सुन रहे एमडी दा सवाल नहीं सुन रहे ਇਹ ਦੇਖ ਲਓ ਇਹ ਸਵਾਲ ਅੱਛਾ ਦੇਵਬੰਦੀ ਨੂੰ ਗੁਰੂ 302 ਸਵਾਲ ਕਿਨੇ ਦਾ ਲੈਂਦੇ ਜ਼ਿਕਰੇ ਖਬੀਸ ਨੂੰ ਫੜ ਲੈਂਦੇ ਉਹ ਮੁਫਤੀ ਗਟਰ ਕੱਢਣ ਦੇ ਕਿੰਨੇ ਪੈਸੇ ਲੈਣਾ ਜ਼ਿਕਰੇ ਖਬੀਸ ਗਟਰ ਕੱਢਣ ਦੇ ਕਿੰਨੇ ਪੈਸੇ ਲੈਣਾ ਆ ਗਈ ਜ਼ਿਕਰੇ ਖਬੀਸ ਆ ਗਈ ਇਹਨੂੰ ਕੁਝ ਦੀਦਾ ਹੈ ਇਹ ਜਿਹੜੀ ਜ਼ਨਾਨੀ ਨੇ ਮੁਫਤੀ ਗਟਰ ਕੱਢਣ ਦੇ ਕਿੰਨੇ ਪੈਸੇ ਲੈਣਾ ਨੰਗੀ ਬਹਿ ਕੇ ਨਹਾਣ ਲੱਗੇ ਸੀ ਮੁਫਤੀ ਗਟਰ ਕੱਢਣ ਦੇ ਕਿੰਨੇ ਪੈਸੇ ਲੈਣਾ ਜਿਹੜੀ ਹੈ ਅੱਛਾ ਹਰ ਇੱਕ ਮੰਗਣ ਦਾ ਆਪਣਾ ਨੰਬਰ ਦਿਓ ਇਹਦੀ ਕਰੇ ਵਾਲੀ ਬੋਕਰ ਕਿੰਨੇ ਦੀ ਹੈ ਮੁਫਤੀ ਕਰੇ ਵਾਲੀ ਬੋਕਰ ਕਿੰਨੇ ਦੀ ਹੈ ਨਾਨੀ ਸੀ ਆ ਕੀ ਲੱਗਦੀ ਸੀ ਰਹੀ ਮੁਫਤੀ ਕਰੇ ਵਾਲੀ ਬੋਕਰ ਕਿੰਨੇ ਦੀ ਹੈ ਔਰ ਮੁਫਤੀ ਮੌਲਵੀ ਕਹਿੰਦਾ ਆਈਐਮਐਫ ਤੁਸੀਂ ਕਿੱਡੇ ਬੇਗੈਰਤ ਹੋ ਓਏ ਮਰਜ਼ਾਈਓ ਤੁਸੀਂ ਕਿੱਡੇ ਬੇਗੈਰਤ ਹੋ ਤੁਹਾਡੇ 'ਚ ਕੋਈ ਗੈਰਤ ਹੈ ਉਹ ਤੁਹਾਡੇ ਮੂੰਹ ਬੋਲੇ ਨਬੀ ਨੂੰ ਛਿੱਤਰ ਵੱਜਣ ਲੱਗੇ ਨੇ ਬੇਗੈਰਤਾਂ ਬਹਿ ਕੇ ਸੁਣਨ ਲੱਗੇ ਹੋ ਉਹ ਤੁਹਾਡੇ 'ਚ ਕੋਈ ਵੀ ਗੈਰਤਮੰਦ ਨਹੀਂ ਹੈ ਲਾਨਤ ਤੇਰੇ ਤੇ ਨਜ਼ੀਰ ਤੂੰ ਤੇ ਨਾਲ ਲਾਨਤੀਓ ਤੁਹਾਡੇ ਸਾਹਮਣੇ ਤੁਹਾਡੇ ਉਹ ਮੂੰਹ ਬੋਲੇ ਨਬੀ ਦੇ ਸਿਰ 'ਤੇ ਛਿੱਤਰ ਵੱਜਣ ਲੱਗੇ ਨੇ ਗੈਰਤ ਕੋਈ ਨਹੀਂ ਤੁਹਾਡੇ 'ਚ ਹੈ ਸਾਰੇ ਬੇਗੈਰਤ ਹੋ ਜਾਏਗਾ ਇੱਕ ਵੀ ਗੈਰਤਮੰਦ ਨਹੀਂ ਹੈ ਤੁਹਾਡੇ 'ਚ यार कैसी गंदी कौम पैदा हुई है देखो इन्हां दे सामने इन्हां दे मुंह बोले नबी दे सिर च जुत्तियां वजदियां ने पियां ते बेगैरत बैठे ने कैसे बेगैरत ने अल्लाह दी कसम मैं ओ जी बेगैरत को मैं नहीं जे दुनिया दे उत्ते वेखी आ जिड्डे मरजाई बेगैरत ने ओए ओनु नबी कहनो मन्निया जे दे सिर च छित्तर पे पवांदे हो नज़ीर तू कुत्ता है तू कुत्ता ओ मरजाइयो ओ मुंह बोल ते नबी दे सिर नज़ीर तू कुत्ता भौंकवा के ओ ਤੁਹਾਨੂੰ ਕੀ ਲੱਭਦਾ ਪਿਆ ਬਗੈਰ ਤੋਂ ਨਜ਼ੀਰ ਬਗੈਰ ਤੋਂ ਬਗੈਰ ਕਰੋ ਜਦੋਂ ਤੁਹਾਡਾ ਮੂੰਹ ਬੋਲੇ ਵੀ ਉਹਦੇ ਸਿਰ 'ਚ ਜੁੱਤੀਆਂ ਵੱਜਣ ਲੱਗੀਆਂ ਨੇ ਕਿਹੜੇ ਮੁਫਤੀ ਸਾਹਿਬ ਉਹਨੂੰ ਟੱਟੀ ਪੁੱਤਰ ਸਾਬਤ ਕਰਨ ਲੱਗੇ ਨੇ ਕਦੇ ਉਹਨੂੰ ਹਰਾਮੀ ਸਾਬਤ ਕਰਨ ਲੱਗੇ ਨੇ ਕਦੇ ਉਹਨੂੰ ਗਾਲੀਬਾਜ਼ ਕਦੇ ਕੁੱਤੀ ਦਾ ਬੱਚਾ ਸਾਬਤ ਕਰ ਰਹੇ ਨੇ ਤੁਸੀਂ ਬਗੈਰਤਾ ਬੰਦ ਕਰਦੇ ਹੋ ਨਜ਼ੀਰ ਬਗੈਰਤਾ ਬੰਦ ਕੱਢਣ ਦੀ ਬਜਾਏ ਤੁਹਾਡਾ ਤਾਂ ਕੰਮ ਸੀ ਤੂੰ ਪਰਾਂ ਹੋ ਜਾਂਦਾ ਲੇਕਿਨ ਬੜੇ ਬਗੈਰਤ ਮਿਰਜ਼ਾ ਕੰਜਰ ਸਾਬਤ ਹੋ ਗਿਆ ਲੋ हेलो जी ये कंजर भी साबित करवा के और मिर्जा कंजर भी साबित करवा भाई बड़े बेगैरत बैठे रहो बैठे ही कंजर साबित हो गया बैठे रहो बेगैरत बन के ओ बेगैरत ਤੁਹਾਡਾ ਮੂੰਹ ਬੋਲਿਆ ਮਿਰਜ਼ਾ ਕੰਜਰ ਸਾਬਤ ਹੁੰਦਾ ਹੈ ਸੱਚੇ ਜਾਵਾਂ ਮਾਸ਼ਾਅੱਲਾ ਮੇਰੀ ਗੱਲ ਸੁਣੋ ਗੱਲ ਤਾਂ ਸੁਣੋ ਉਹ ਕੰਜਰ ਸਾਬਤ ਵੀ ਹੁੰਦਾ ਹੈ ਨਿਕਲ ਜਾ ਨਿਵੇਂ ਹੋ ਕੇ ਬੇਗੈਰਤ और ਤੁਹਾਡੇ ਗੈਰਤ ਨਾਲ ਵੀ ਕੋਈ ਸ਼ੈ ਹੈ ਕਿ ਕੋਈ ਨਹੀਂ ਮੁਫਤੀ ਉਹ ਤੁਹਾਡੇ ਚ ਗੈਰਤ ਨਾਲ ਵੀ ਕੋਈ ਸ਼ੈ ਹੈ और कंजर साबित हो गया कुत्ती का बच्चा साबित हो गया गालीबाज साबित हो गया हरामी साबित हो गया मिर्जा सारे काम उन्हें करवा ले तुसी बेगैरत रहिए बैठे आते कैसे बेगैरत है तुसी यार क्यों गाना कटते हो जे मिर्जा और हरामी भी साबित हो गया लो जी वो मिर्जे ने हरामी साबित करा के बैठे आते
ਉਹ ਬਗੈਰ ਤੋਂ ਉਹਨੂੰ ਰਾਮੀ ਸਾਬਤ ਕਰਾ ਕੇ ਬੈਠੇ ਹੋ ਮੁਫਤੀ ਸਾਹਿਬ ਦੇ ਸਾਹਮਣੇ। ਲੱਖ ਲਾਹਨਤ ਤੁਹਾਡੇ ਤੇ। ਗਾਲਾਂ ਕਰਕੇ ਥੱਕਿਆ ਨਹੀਂ, ਗਾਲਾਂ ਕੱਢ ਕੇ ਥੱਕਿਆ ਨਹੀਂ। ਤੁਹਾਡੇ 'ਚ ਕੋਈ ਗੈਰਤ ਨਾਂ ਦੀ ਸ਼ੈ ਹੈ ਕਿਸੇ ਮਰਜ਼ਈ ਦੇ ਵਿੱਚ? ਸਾਬਤ ਹੋ ਗਿਆ ਜਮਾਤ ਬੜੇ ਹੀ ਪਰਲੇ ਦਰਜੇ ਦੇ ਬੇਗੈਰਤ ਨੇ ਭਾਈ। ਇਸ ਤਰ੍ਹਾਂ ਦਾ ਮੈਂ ਨਹੀਂ ਜੇ ਕੋਈ ਦੁਨੀਆ ਦੇ ਉੱਤੇ ਬੰਦਾ ਵੇਖਿਆ ਤੇ ਨਾ ਕੋਈ ਕੌਮ ਵੇਖੀ ਜਿਹਨੂੰ ਮਿਰਜ਼ਾ ਕਾਦੀਆਨੀ ਦੇ ਆ ਗੱਲ ਸੁਣੋ। ਉਹ ਜਿਹਦੇ ਸਾਹਮਣੇ ਉਹਦੇ ਮੂੰਹ ਬੋਲੇ ਨਬੀ ਦੇ ਸਿਰ 'ਚ ਜੁੱਤੀਆਂ ਪਈਆਂ ਵੱਜਦੀਆਂ ਹੁਣ ਹਰਾਮੀ ਸਾਬਤ ਹੋ ਰਿਹਾ, ਕੁੱਤੀ ਦਾ ਬੱਚਾ ਸਾਬਤ ਹੋ ਰਿਹਾ, ਕੰਜਰ ਸਾਬਤ ਹੋ ਰਿਹਾ, ਗਾਲੀਬਾਜ਼ ਸਾਬਤ ਹੋ ਰਿਹਾ, ਬੇਗੈਰਤਾਂ ਸਾਹਮਣੇ ਬੈਠੇ ਹੋ। ਅੱਛਾ ਉਹ 1122 ਇੱਕ ਨੂੰ ਰੋਂਦਾ ਸੀ, ਅੱਜ ਅੱਧੀ ਦਰਜਨ ਨੇ ਜਿਹੜੇ ਛਿੱਤਰ ਖਾ ਕੇ ਗਏ ਨੇ। ਕਿਹਨੂੰ ਰੋਵੇਂਗੇ 1122? ਇਹ ਸਾਰੀਆਂ ਜੁੱਤੀਆਂ ਮਿਰਜ਼ਾ ਕਾਦੀਆਨੀ ਦੇ ਸਿਰ 'ਚ ਇਹਨਾਂ ਨੇ ਮਰਵਾਈਆਂ ਨਹੀਂ। ਇਹ ਵੀਡੀਓ ਬਣਾ ਕੇ ਤੇ ਇਹਨਾਂ ਨੂੰ ਦਿਓ, ਇਹਨਾਂ ਜੁੱਤੀਆਂ ਮਰਵਾਈਆਂ ਨਹੀਂ। ਅੱਗੇ ਉਹਨੂੰ ਅੰਮ੍ਰਿਤਸਰ 'ਚ ਜੁੱਤੀਆਂ ਪਈਆਂ ਤੇ ਪੱਸੇ ਪਰਦਾ ਹੋ ਗਿਆ ਜਿਸੇ ਜੁੱਤੀਆਂ ਵਗਾਣੀਆਂ ਵੱਜੀਆਂ ਤੇ ਅੱਜ ਤੇ ਉਹਨਾਂ ਨੇ ਪੱਸੇ ਪਰਦਾ ਵੀ ਨਹੀਂ ਹੋਣ ਦਿੱਤਾ। ਵੈਸੇ ਨਾ ਵੇਖ ਲੋ ਬਗੈਰਤਾਂ ਇਹ ਬੈਠੇ ਨੇ ਇੱਥੇ, ਇਹ ਬਗੈਰਤਾਂ ਇੱਥੇ ਬੈਠੇ ਨੇ। ਮੇਰੇ ਕਿਤਾਬਾਂ ਦਾ ਮੁੱਲ ਪੈ ਗਿਆ ਅੱਜ ਇਹਨਾਂ ਦੇ ਚੀਕਾਂ ਸੁਣ ਚੀਕਾਂ ਸੁਣਨਾ ਦੇ ਮੈਂ ਸਦਕੇ ਜਾਵਾਂ ਮਾਂ ਸ਼ੁਕਰੇ ਜਾਏ, ਮਾਂ ਸ਼ੁਕਰੇ ਜਾਏ, ਕੀਮਤ ਪੇ ਹੋ ਗਈ ਅੱਜ, ਮਾਂ ਸ਼ੁਕਰੇ ਜਾਏ, ਮਾਂ ਸ਼ੁਕਰੇ ਜਾਏ। ਇਹ ਬੜੀ ਬਗੈਰਤ ਕੌਮ ਹੈ, ਤੁਸੀਂ ਇਹਨਾਂ ਨੂੰ ਜਾਣਦੇ? ਇਹ ਬੜੀ ਬਗੈਰਤ ਕੌਮ ਹੈ। ਮਾਂ ਸ਼ੁਕਰੇ ਜਾਏ। ਹਾਏ ਹਾਏ ਕਰੇ ਨਹੀਂ ਮਜ਼ਾ ਆ ਗਿਆ, ਚੱਸ ਆ ਗਈ ਹੈ। ਬੱਚੀ ਅੰਦਰੋਂ ਸ਼ਰਮਿੰਦਾ। ਮਿਰਜ਼ਾਈ ਬੜੀ ਬੇਗੈਰਤ ਕੌਮ ਹੈ, ਇਹ ਬੜੀ ਬੇਗੈਰਤ ਹੈ ਕਿਉਂਕਿ ਉਹ ਮਿਰਜ਼ਾ ਖੁਦ ਵੀ ਇਸ ਤਰ੍ਹਾਂ ਬੇਗੈਰਤ ਸੀ ਜਿਹੜਾ ਰੋਜ਼ਿਆਂ ਦੀ ਚਾਹ ਪੀ ਕੇ ਛਿੱਤਰ ਖਾ ਕੇ ਦੌੜਿਆ ਤੋਂ। ਹਾਏ 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 ਮੈਂ ਸ਼ੁਕਰੇ ਜਾਏ। ਬਗੈਰਤਾ ਉਹਨਾਂ ਨੇ ਛਿੱਤਰ ਪੇ ਪਾਉਣ ਦੇ ਵਿੱਚ ਬੈਠੇ ਨੇ। ਮਾਂ ਸ਼ੁਕਰੇ ਜਾਏ। ਜੋ ਮਰਜ਼ੀ ਸਾਬਤ ਕਰੋ, ਉਹਨੂੰ ਕੰਜਰ ਸਾਬਤ ਕਰੋ, ਉਹਨੂੰ ਹਰਾਮੀ ਸਾਬਤ ਕਰੋ, ਇਹਨਾਂ ਇੱਥੇ ਮਾਂ ਸਦਕੇ ਜਾਏ, ਮਾਂ ਸਦਕੇ ਜਾਏ। ਇਹ ਬੜੀ ਬਗੈਰਤ ਕੌਮ ਜੇ, ਇਹ ਮਿਰਜ਼ਾਈ ਬੜੀ ਬਗੈਰਤ ਕੌਮ ਹੈ। ਇਹਨਾਂ ਚ ਗੈਰਤ ਨਾ ਦੀ ਚੀਜ਼ ਇਹਨਾਂ ਦੀ ਡਿਕਸ਼ਨਰੀ 'ਚ ਗੈਰਤ ਲਫ਼ਜ਼ ਕੋਈ ਨਹੀਂ ਹੈ। ਮਿਰਜ਼ਾਈਆਂ ਦੀ ਡਿਕਸ਼ਨਰੀ 'ਚ ਗੈਰਤ ਲਫ਼ਜ਼ ਕੋਈ ਨਹੀਂ ਹੈ। ਤੂੰ ਪੂਰਾ ਆਦਮੀ ਹੈ 50 ਐਸੀ ਬੇਗੈਰਤ ਕੌਮ ਨੇ ਸਾਹਮਣੇ ਉਹਦੇ ਸਿਰ 'ਚ ਛਿੱਤਰ ਪੇ ਵੱਜਦੇ ਨੇ, ਉਹ ਕੰਜਰ ਸਾਬਤ ਵੀ ਹੁੰਦਾ ਹੈ। ਤੈਨੂੰ ਇਸ ਤਰ੍ਹਾਂ ਹੀ ਕਹਿੰਦੇ ਨੇ। ਹਾਏ ਹਾਏ क्या चेहरा, क्या चेहरा ਨਜ਼ੀਰ ਤੁਸੀਂ ਉਹਨੂੰ ਕੰਜਰ ਇਬਨੇ ਕੰਜਰ ਸਾਬਤ ਕਰ ਦਿਓ ਤਾਂ ਵੀ ਇਹਨਾਂ ਨਹੀਂ ਆਉਂਦੇ। कितने पहले ना ਇਹ ਬੜੇ ਬੇਗੈਰਤ ਨੇ, ਇਹ ਮਿਰਜ਼ਾਈ ਬੜੇ ਬੇਗੈਰਤ ਨੇ, ਇਹ ਬੜੀ ਬੇਗੈਰਤ ਕੌਮ ਹੈ। ਮੌਲਵੀ ਕਰੇ ਵਾਲੀ ਬੋਕਰ ਕੀ ਇਹਨਾਂ ਚ ਗੈਰਤ ਨਾਂ ਦੀ ਚੀਜ਼ ਹੁੰਦੀ ਨਾ, ਹੁਣ ਡੁੱਬ ਕੇ ਮਰ ਜਾਂਦੇ ਸ਼ਰਮ ਨਾਲ ਕਿ ਬਈ ਮਿਰਜ਼ਾ ਕਾਦੀਆਨੀ ਕੰਜਰ ਸਾਬਤ ਹੋ ਗਿਆ, ਹਰਾਮੀ ਸਾਬਤ ਹੋ ਗਿਆ। ਅਸੀਂ ਕਾਹਵਾਂ ਦੇ ਇੱਥੇ ਬੈਠੇ ਛਿੱਤਰ ਦੇ ਸਿਰ 'ਚ ਪਵਾਉਂਦੇ ਆ, ਲੇਕਿਨ ਇਹ ਬੜੇ ਬੇਗੈਰਤ ਨੇ। ਮੁਰਤਾਦ ਕਹਿੰਦੇ ਨੇ। ਚੁਫਤੀ ਮਿਰਜ਼ਾ ਕਾਦੀਆਨੀ ਦੇ ਸਿਰ 'ਚ ਇੰਨੀਆਂ ਜੁੱਤੀਆਂ ਮਰਵਾ ਕੇ ਅਗਰ ਤੁਸੀਂ ਬੈਠੇ ਹੋ ਤੇ ਤੁਸੀਂ ਅਵਲ ਦਰਜੇ ਦੇ ਬੇਗੈਰਤ ਹੋ ਨਾ। ਫਿਰ ਹੋਰ ਤੁਹਾਨੂੰ ਕੀ ਆਖੀਏ? ਓ ਯਾਰਾ ਪੂਰਾ ਆਦਮੀ ਉੱਤੇ ਜਿਹੜਾ ਬੈਠਾ ਪਰਲੇ ਦਰਜੇ ਦੇ ਬੇਗੈਰਤ, ਫਰਕ ਆਦਮੀ ਬਿਲਕੁਲ। ਬਰੇਲਵੀ ਤੈਨੂੰ ਮੁਰਤਾਦ ਕਹਿੰਦੇ ਨੇ ਕਿ ਨਹੀਂ? ਸੱਚ ਬੋਲ, ਚੱਲ ਸੱਚ ਬੋਲਦੇ, ਅੱਜ ਦੇਖੀ ਜਾਏਗੀ। ਸੱਚ ਬੋਲਦੇ, ਅੱਲਾ ਤੈਨੂੰ ਦੇਖ ਰਿਹਾ। ਸੱਚ ਬੋਲ। ਮਿਰਜ਼ਾ ਕਾਦੀਆਨੀ ਨੂੰ ਨਹੀਂ ਮੁਰਤਾਦ ਕਹਿੰਦੇ ਲੋਕੀ, ਮਿਰਜ਼ੇ ਨੂੰ ਨਹੀਂ ਕਹਿੰਦੇ ਮੁਰਤਾਦ। ਮੁਫਤੀ ਮਿਰਜ਼ੇ ਨੂੰ ਮੁਰਤਾਦ ਸਦੀਕ ਨਹੀਂ ਕਹਿੰਦੇ। ਨਹੀਂ ਤੂੰ ਓ ਸ਼ਕਲ ਦੇ ਤੈਨੂੰ ਕਰ ਇਸ ਵਾਸਤੇ ਪੁੱਛਣ ਨੇ ਰੋਇ ਸ਼ਕਲ ਨੂੰ ਮਿਰਜ਼ਾ ਕਾਦੀਆਨੀ ਨੂੰ ਮੁਰਤਾਦ ਤੇ ਜ਼ੰਦੀਕ ਨਹੀਂ ਸੀ ਕਹਿੰਦੇ। ਮੁਫਤੀ ਦੂਸਰੀ ਬਰਾੜ ਤੇ ਇਹਨੂੰ ਬਰੇਲਵੀ ਦਿਓ, ਇਹਨੂੰ ਕਾਫਰ ਮੁਰਤਾਦ ਕਹਿੰਦੇ। ਕਸਮੇ ਖੁਦਾ ਦੀ ਮੁਸਲਮਾਨ ਵੀ ਮਿਰਜ਼ਾ ਕਾਦੀਆਨੀ ਨੂੰ ਮੁਰਤਾਦ ਤੇ ਜ਼ੰਦੀਕ ਕਹਿੰਦੇ। ਮੁਫਤੀ ਟੁੱਕਰ ਜਾ ਕੇ ਚੈੱਕ ਕਰ ਲਓ। ਮੁਫਤੀ ਗਟਾ ਗਟਾ ਕਿੰਨੇ ਪੈਸੇ ਲੈਣਾ? ਝੂਠ ਬੋਲ ਰਿਹਾ ਇੱਥੇ ਤੁਹਾਡੇ ਸਾਹਿਬ ਦੇ ਸਾਹਮਣੇ ਉਹਨੂੰ ਕਿੰਨੀ ਵਾਰੀ ਮੁਰਤਾਦ ਤੇ ਜ਼ੰਦੀਕ ਆਖਿਆ ਗਿਆ। ਮੈਂ ਕਹਿੰਦਾ ਵਾ ਬਰੇਲਵੀ ਕਹਿੰਦੇ ਕਿ ਨਹੀਂ? ਸੱਚ ਮੁਫਤੀ ਸੱਚ ਬੋਲ। ਅੱਜ ਤੱਕ ਵਕਤ ਤਿਆਰ ਮੁਫਤੀ ਕਰ ਸ਼ਕਲ ਦੇ ਤੈਨੂੰ ਵਾਰ ਕਰ। ਚੱਲ ਉਹ ਮਰਜ਼ਾਈਓ ਤੁਹਾਡੇ 'ਚ ਗੈਰਤ ਕਿਸੇ 'ਚ ਵੀ ਨਹੀਂ ਹੈ। ਤਿਆਰ ਕਰ। ਅਲੈਸਾ ਮਿਨਕੁਮ ਰਜੁਲੁਨ ਰਸ਼ੀਦ, ਨੇਕਬਾਨ ਸਾਰੇ ਬੇਗੈਰਤ ਹੋ। ਨੇਕੀ ਨੂਨ ਕੱਢ ਕੇ, ਨੇਕੀ ਨੂਨ ਕੱਢ, ਸਾਰੇ ਬੇਗੈਰਤ ਨੇ। ਨੇਕੀ ਬੇਗੈਰਤ ਕੋਈ ਨਹੀਂ ਬੇਗੈਰਤਾਂ ਦੀ। ਨੇਕੀ ਨੂਨ ਕੱਢ ਕੇ। ਅੱਛਾ ਵੈਸੇ ਮੈਂ ਅੱਜ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਦੱਸਾਂ ਇੰਨਾ ਸਾਲਾ ਮੇਰਾ ਤਜਰਬਾ ਹੈ, ਮੈਂ ਐਡੀ ਬਗੈਰਤ ਚੀਜ਼ ਨਹੀਂ ਮਰਜ਼ਾਈਆਂ ਦੀ ਵੇਖੀ, ਬਹੁਤੀ ਬਗੈਰਤ ਹੋ ਗਈ। ਮੈਂ ਕਹਿੰਦਾ ਵਾ ਸੱਚ, ਅੱਲਾ ਦੀ ਕਸਮ ਹੈ, ਮੈਂ ਅੱਜ ਤੁਹਾਡੇ ਸਾਹਮਣੇ ਜਿਹੜਾ ਨਜ਼ਾਰਾ ਵੇਖਿਆ ਬੇਗੈਰਤਾਂ ਹਰ ਉਹਦੇ ਸਿਰ 'ਚ ਜੁੱਤੀਆਂ ਮਰਵਾਉਂਦੇ ਉੱਤੇ। ਜਿਸ ਤਰ੍ਹਾਂ ਤੁਸੀਂ ਦਲੇਰੀ ਨਾਲ ਸਾਹਮਣੇ ਬਹਿ ਕੇ ਆਪਣੇ ਮੂੰਹ ਬੋਲੇ ਨਬੀ ਦੇ ਸਿਰ 'ਚ ਜੁੱਤੀਆਂ ਮਰਵਾਈਆਂ ਨੇ, ਮਿਰਜ਼ਾ ਕਾਦੀਆਨੀ ਕਜ਼ਾਬ ਦਜਾਲ ਦੇ ਸਿਰ 'ਚ ਜੁੱਤੀਆਂ ਮਰਵਾਈਆਂ ਜੇ ਨਾ, ਇੰਜ ਦਾ ਨਜ਼ਾਰਾ ਅੱਗੇ ਮੈਂ ਨਹੀਂ ਕਦੇ ਵੇਖਿਆ। ਪੂਰੇ ਦਾ ਢੇਰ ਅੱਗੇ ਦੌੜੀ ਜਾਂਦਾ ਕੋਈ ਨਾ ਕੋਈ ਮਰਜ਼ੀ ਜੁੱਤੀਆਂ ਪੈਂਦੀਆਂ ਵੇਖ ਕੇ ਨਿਕਲ ਜਾਂਦਾ। ਬਹੁਤ ਗਲਤ ਗੱਲ ਹੈ। ਅੱਜ ਤਾਂ ਤੁਸੀਂ ਬੇਹੀ ਦੀਆਂ ਸਾਰੀਆਂ ਹੱਦਾਂ ਕ੍ਰਾਸ ਕਰ ਗਏ। ਉਹ ਲਾਨਤ ਤੇਰੇ ਤੇ ਨਸੀਰ, ਤੇਰੇ ਤੇ ਲਾਨਤ ਸਾਰੇ
ਕਿੰਨੀ ਗਲਤ ਗੱਲ ਹੈ। ਤੈਨੂੰ ਹਜੇ ਵੀ ਸ਼ਰਮ ਨਹੀਂ ਆ ਰਹੀ ਇੱਥੇ ਸੁਣਨਾ ਪਿਆ ਲਾਂਤੀ ਨਜ਼ੀਰੇ ਕਾਫਰ ਮੁਰਤਾਦ ਕਹਿੰਦੇ। ਹੈਲੋ ਓਏ ਮਿਰਜ਼ੇ ਕਾਦੀਆਨੀ ਨੂੰ ਰਾਮੀ ਸਾਬਤ ਕਰਵਾ ਲਿਆ ਜੀ, ਕੰਜਰ ਸਾਬਤ ਕਰਵਾ ਲਿਆ ਜੀ, ਗਾਲੀਬਾਜ਼ ਸਾਬਤ ਕਰਵਾ ਲਿਆ ਜੀ, ਉਹਨੂੰ ਟੱਪੀ ਮੁੱਤਰ ਸਾਬਤ ਕਰਵਾ ਲਿਆ ਜੀ। ਇਹ ਬੈਠੇ ਹੋ ਬੇਸ਼ਰਮਾਰ, ਵੇਖਿਆ ਮੁਫਤੀ ਟੁੱਟ ਜਾਂਦਾ ਦੰਦ ਕੱਢਦੇ ਜੇ ਉਹ ਲਾਨਤ ਤੇ ਨਜ਼ੀਰਾ ਜੋ ਹਰਾਮੀ ਸਾਬਤ ਹੁੰਦਾ ਹੈ, ਬਗੈਰਤ ਸਾਬਤ ਹੁੰਦਾ ਹੈ, ਦੰਦ ਕੱਢਦੇ ਜੇ ਪਏ ਹੋਰ ਦੰਦ। ਹੈਲੋ ਉਹ ਨਜ਼ੀਰੇ ਹਰਾਮੀ ਸਾਬਤ ਹੋ ਗਿਆ, ਮਿਰਜ਼ਾ ਕੰਜਰ ਸਾਬਤ ਹੋ ਗਿਆ। ਉਹ ਨਜ਼ੀਰੇ ਐਸੇ ਬੇਗੈਰਤ ਹੈ ਤੈਨੂੰ ਜਿਹਨੇ ਪੈਦਾ ਕੀਤਾ ਹੈ। ਮਿਰਜ਼ਾਈਅਤ ਇਹ ਨਾਂ ਨਹੀਂ ਬਗੈਰਤੀ ਦਾ। ਮਿਰਜ਼ਾਈ ਹੋਣ ਵਾਸਤੇ ਬਗੈਰਤ ਹੋਣਾ ਪਹਿਲੀ ਅਵਲੀਨ ਸ਼ਰਤ ਹੈ। ਜਿਹੜਾ ਬੰਦਾ ਮਿਰਜ਼ਾਈ ਹੈ ਨਾ ਉਹਨੂੰ ਪਹਿਲਾਂ ਬਗੈਰਤ ਹੋਣਾ ਪੈਂਦਾ। ਗੈਰਤਮੰਦ ਬੰਦਾ ਮਿਰਜ਼ਾਈ ਨਹੀਂ ਹੋ ਸਕਦਾ। ਇਹਦਾ ਸੱਚ ਨਾਲ ਤਾਲੁਕ ਹੈ ਪਾਗਲ। ਮਿਰਜ਼ਾਈ ਦੇ ਵਿੱਚ ਗੈਰਤ ਲਫ਼ਜ਼ ਉਹਨਾਂ ਦੀ ਡਿਕਸ਼ਨਰੀ 'ਚ ਕੋਈ ਨਹੀਂ ਹੈ। ਨਜ਼ੀਰੇ ਜਿੰਨੀ ਤੇਰੀ ਕੁੱਤੇ ਖਾਣੀ ਹੋ ਗਈ ਮਿਰਜ਼ਾਈ ਹੋਣ ਵਾਸਤੇ ਬੁਨਿਆਦੀ ਸ਼ਰਤ ਇਹ ਹੈ ਕਿ ਮਿਰਜ਼ਾਈ ਨੂੰ ਬਗੈਰਤ ਹੋਣਾ ਪੈਂਦਾ ਹੈ। ਸਾਰੀ ਕੁਝ ਬੇਗੈਰਤ ਕੇ ਗਾਲਾਂ ਸੁਣਦਾ ਪਿਆ ਲਾਨਤ ਤੇਰੇ। ਤੁਹਾਨੂੰ ਗੱਲ ਸੁਣੋ, ਪ੍ਰਾਈਵੇਟ 'ਚ ਕੋਈ ਨਹੀਂ ਮੈਸੇਜ ਪਿਆ ਕਰਦਾ। ਟਰੱਕ ਡਰਾਈਵਰ ਉਹ ਲਾਨਤ ਤੇਰੇ ਤੇ ਨਜ਼ੀਰੇ ਤੁਹਾਨੂੰ ਪ੍ਰਾਈਵੇਟ ਵੀ ਕੋਈ ਨਹੀਂ ਮਿਲਦਾ। ਬੇਗੈਰਤ ਤਿੰਨ ਜਗ੍ਹਾ ਤੇ ਸੀਐਮ ਦੇ ਸਿਰ ਤੇ ਜੁੱਤੀਆਂ ਵੱਜ ਗਈਆਂ। ਤਿੰਨ ਜਗ੍ਹਾ ਤੇ ਬਰਾੜ ਚਲਾਈ ਜਾ ਰਹੀ ਹੈ। ਇਹ ਬਰਾੜ ਹੋਰ 3 ਜਗ੍ਹਾ ਤੇ ਚਲਾਈ ਜਾ ਰਹੀ ਹੈ। ਸੁਭਾਨ ਅੱਲਾਹ, ਬੋਲੋ ਸੁਭਾਨ ਅੱਲਾਹ। ਬਰਾੜਾ ਆਇਓ ਉਹ ਮਿਰਜ਼ੇ ਕਾਦੀਆਨੀ ਦੇ ਸਿਰ 'ਚ ਛਿੱਤਰ ਹੈ ਬੰਦੇ ਨੂੰ ਬੋਲਦੇ ਜੇ। ਤੇਰੇ ਤੇ ਨਜ਼ੀਰ ਮਰੱਬੀ ਦਾ ਪੁੱਤਰ ਜੇ, ਇਹਦਾ ਪਿਓ ਮਰੱਬੀ ਸੀ, ਇਹ ਪਿਓ ਮਰੱਬੀ ਦੇ ਪੁੱਤਰ ਨੇ ਸਿਰ 'ਚ ਛਿੱਤਰ ਪਵਾਏ ਜੇ। ਲਾਨਤ ਤੇਰੇ ਤੇ ਮਿਰਜ਼ੇ ਕਾਦੀਆਨੀ ਦੇ ਸਿਰ 'ਚ ਜੁੱਤੀਆਂ ਪਾਉਣ ਵਾਲਾ ਤੁਹਾਡਾ ਮਰੱਬੀ ਦਾ ਬੇਟਾ ਹੈ। ਤੇਰੇ ਤੇ ਰਹੀਲ ਇੱਕ ਮਰੱਬੀ ਦਾ ਬੇਟਾ ਹੈ। ਨਜ਼ੀਰ ਇਹ ਮਿਰਜ਼ੇ ਕਾਦੀਆਨੀ ਨੂੰ ਕੰਜਰੇ ਨੇ ਸਾਬਤ ਕਰਵਾਇਆ ਮੁਫਤੀ ਸਾਹਿਬ ਕੋਲੋਂ। ਲਾਨਤ ਤੇਰੇ ਤੇ ਮੁਫਤੀ ਸਾਹਿਬ ਨੇ ਹਰਾਮੀ ਸਾਬਤ ਕੀਤਾ ਇਹਦੇ ਕਹਿਣ ਤੇ। ਲਾਨਤ ਤੇਰੇ ਤੇ ਮਿਰਜ਼ੇ ਕਾਦੀਆਨੀ ਨੂੰ ਮੁਫਤੀ ਸਾਹਿਬ ਨੇ ਹਰਾਮੀ ਸਾਬਤ ਕੀਤਾ ਇਹਦੇ ਕਹਿਣ ਤੇ। ਲਾਨਤ ਤੇਰੇ ਇਹਨਾਂ ਦੀਆਂ ਗਾਲਾਂ ਦੀ ਵਜ੍ਹਾ ਤੋਂ ਔਰ ਦੂਜੀਆਂ ਬਰਾਤਾਂ ਨੇ ਸੁਣ ਲਓ, ਮਿਰਜ਼ੇ ਕਾਦੀਆਨੀ ਦੇ ਸਿਰ 'ਚ ਜੁੱਤੀਆਂ ਮਰਵਾਉਣ ਵਾਲੇ ਸਾਰੇ ਮਰਬੀਆਂ ਦੇ ਬੱਚੇ ਜੇ। ਇਹ ਮਰਬੀਆਂ ਦੇ ਮੁੰਡੇ ਜੇ। ਉਹ ਤੁਹਾਡਾ ਵੀ ਪਿਓ ਮਰਬੀ ਹੈ, ਇਹ ਜਿਸ ਤਰ੍ਹਾਂ ਰਹੀਲ ਦਾ ਪਿਓ ਮਰਬੀ ਹੈ, ਤੁਹਾਡਾ ਵੀ ਪਿਓ ਮਰਬੀ ਹੈ। ਮੌਲਵੀ ਸੀ, ਸਾਰੇ ਮਰਬੀਆਂ ਦੇ ਮੁੰਡੇ ਹੋ। ਲਾਨਤ ਤੇਰੇ ਮੌਲਵੀ ਤੇ। ਓਏ ਸਾਰੇ ਮਰਬੀਆਂ ਦੇ ਮੁੰਡੇ ਹੋ। ਉਹ ਲਾਨਤ ਮੌਲਵੀ ਤੇਰੇ ਤੇ। ਗੈਰਤ ਨਹੀਂ ਜਾਗਦੀ ਪਈ ਤੁਹਾਡੀ, ਗੈਰਤ ਨਹੀਂ ਜਾਗਦੀ ਪਈ। ਇੰਨੀ ਉਹਨੇ ਜੁੱਤੀਆਂ ਵੱਜਣ ਲੱਗੀਆਂ ਮਿਰਜ਼ੇ ਕਾਦੀਆਨੀ ਨੂੰ। ਯਾਰ ਕਿਸੇ ਮੌਲਵੀ ਤੇ ਐਸਾ ਤਰ੍ਹਾਂ ਦੇ ਤੁਸੀਂ ਬਗੈਰਤ ਹੋ। ਕਹਿੰਦੇ ਪਏ ਨੇ ਦੂਸਰੀ ਲਾਨਤ ਜਿਸ ਤਰ੍ਹਾਂ ਦਾ ਉਹ ਬਗੈਰਤ ਸੀ ਇਹ ਤਾਂ ਤੇਰਾ ਪੈਦਾ ਕਰਨ ਨਾਲ ਮੌਲਵੀ ਤੁਸੀਂ ਬੈਠੋ। 54 ਸਾਲ ਦੀ ਉਮਰ 'ਚ ਗਾਲਾਂ ਸੁਣਨਾ ਪਿਆ, ਤੈਨੂੰ ਸ਼ਰਮ ਆਣੀ ਚਾਹੀਦੀ ਹੈ। ਨੈਕਸਟ ਟਾਈਮ ਕਦੀ ਬਰੋਡ ਹੀ ਨਾ ਤੇਰੀ ਸਿਰ ਤੇ ਗੈਰਤ ਹੋਈ ਨਹੀਂ ਗਾਲਾਂ। ਤੁਸੀਂ ਜੁੱਤੀਆਂ ਖਾ ਕੇ ਦੌੜੇ ਨਹੀਂ ਹੈ। ਅੱਛਾ ਉਹਦੇ ਸਿਰ 'ਚ ਜੁੱਤੀਆਂ ਮਰਵਾ ਕੇ ਵੀ ਤੁਸੀਂ ਦੌੜੇ ਨਹੀਂ ਹੈ। ਤੁਸੀਂ ਉਹਦੇ ਨਾਲ ਜ਼ਿਆਦਾ ਦਲੇਰ ਹੋ। ਤੁਸੀਂ ਉਹਦੇ ਨਾਲ ਅੱਠੇ ਬਗੈਰਤ ਹੋ। ਉਹ ਐਡਾ ਬਗੈਰਤ ਨਹੀਂ ਸੀ, ਉਹ ਦੌੜ ਗਿਆ ਸੀ। ਤੁਸੀਂ ਦੌੜਦੇ ਵੀ ਨਹੀਂ ਪਏ, ਤੁਸੀਂ ਉਹਦੇ ਨਾਲ ਵੱਡੇ ਬਗੈਰਤ ਹੋ। ਅੱਲਾਹ ਦਾ ਮੁੰਡਾ ਐਮਦੀ ਹੋ ਗਿਆ। ਜੇ ਮਿਰਜ਼ਾ ਕਾਦੀਆਨੀ ਦੇ ਸਿਰ 'ਚ ਜੁੱਤੀਆਂ ਵੇਖ ਕੇ, ਜੁੱਤੀਆਂ ਵੱਜਦੀਆਂ ਵੇਖ ਕੇ ਤੁਸੀਂ ਦੌੜਦੇ ਨਹੀਂ ਨਾ ਪਏ ਤੇ ਤੁਸੀਂ ਉਹਦੇ ਨਾਲ ਵੱਡੇ ਬਗੈਰਤ ਹੋ। ਉਹ ਨਿੱਕਾ ਬਗੈਰਤ ਸੀ, ਉਹ ਦੌੜ ਗਿਆ ਸੀ। ਜਦੋਂ ਅੰਮ੍ਰਿਤਸਰ ਉਹਨੂੰ ਜੁੱਤੀਆਂ ਵੱਜੀਆਂ ਨੇ ਨਾ ਤੇ ਦੌੜ ਗਿਆ ਸੀ ਤੇ ਜਾ ਕੇ ਉਹਨੇ ਮਿਰਜ਼ੇ ਕਾਦੀਆਨੀ ਦਜਾਲ ਨੇ ਖਾਬ ਕਰ ਲਿਆ। ਓਏ ਗੱਲ ਸੁਣ, ਕਹਿੰਦਾ ਮੈਂ ਰਾਤੀ ਖਾਬ 'ਚ ਗੰਨੇ ਵੇਖੇ ਨੇ। ਓਏ ਗੱਲ ਤਾਂ ਸੁਣੋ, ਖਾਬ 'ਚ ਗੰਨੇ ਵੇਖੀਏ ਤੇ ਸਿਰ ਜੁੱਤੀਆਂ ਵੱਜਦੀਆਂ ਨੇ। ਕਹਿੰਦਾ ਮੈਂ ਖਾਬ 'ਚ ਗੰਨੇ ਵੇਖੇ ਨੇ। ਡਾਇਰੈਕਟ ਗਾਲਾਂ ਸੁਣਦਾ ਪਿਆ ਤੈਨੂੰ। ਉਹ ਗੱਲ ਤਾਂ ਦੱਸ, ਉਹ ਮਿਰਜ਼ੇ ਕਾਦੀਆਨੀ ਨੂੰ ਜੁੱਤੀਆਂ ਵੱਜੀਆਂ, ਕਹਿੰਦਾ ਮੈਂ ਖਾਬ 'ਚ ਰਾਤੀ ਗੰਨੇ ਵੇਖੇ ਸਨ, ਜੁੱਤੀਆਂ ਵੱਜਣੀਆਂ ਸਨ। ਇਹ ਕਿਹੜੀ ਖਬਰ ਦੀ ਤਮੀਜ਼ ਦੀ ਲਿਖੀ ਗੱਲ ਕਿ ਜੁੱਤੀਆਂ ਵੱਜੀਆਂ ਨੇ ਤੇ ਇਹਦੀ ਵਜ੍ਹਾ ਇਹ ਕਿ ਰਾਤੀ ਖਾਬ 'ਚ ਗੰਨੇ ਵੇਖੇ ਕੋਈ ਬੰਦਾ ਨਹੀਂ ਹੈਗਾ। ਮੈਂ ਕਿਹਾ ਤੇਰੇ ਤੋਂ ਨਸੀਬ ਬਗੈਰਤ ਕੋਈ ਬੰਦਾ। ਖਾਬਾਂ ਦੀ ਤਬੀਰ 'ਚ, ਖਾਬਾਂ ਦੀ ਕਿਤਾਬ 'ਚ ਇਹ ਗੱਲ ਲਿਖੀ ਹੈ। ਦੂਸਰੀ ਇਹ ਕਿਹੜੀ ਤਬੀਰ ਹੈ ਕਿ ਰਾਤੀ ਮੈਂ ਖਾਬ 'ਚ ਗੰਨੇ ਵੇਖੇ ਨੇ ਤੇ ਸਵੇਰੇ ਮੈਨੂੰ ਅੰਮ੍ਰਿਤਸਰ ਜੁੱਤੀਆਂ ਵੱਜੀਆਂ ਨੇ। ਯਾਰ ਤੂੰ ਮੁਰਤਾਦਾਂ ਪਹਿਲਾਂ ਬਰੇਲਵੀ ਦੇ ਨਜ਼ਦੀਕ ਤੂੰ ਮੁਰਤਾਦਾਂ। ਮੈਂ ਕਿਹਾ ਇਹ ਕਿਹੜਾ ਖਾਬ ਹੈ? ਰਾਤੀ ਖਾਬ 'ਚ ਗੰਨੇ ਵੇਖੇ ਨੇ, ਸਵੇਰੇ ਜੁੱਤੀਆਂ ਵੱਜੀਆਂ ਨੇ ਅੰਮ੍ਰਿਤਸਰ 'ਚ। ਉਹ ਤੂੰ ਗੰਨਾ ਲੈਣਾ, ਗੰਨਿਆਂ ਦੀ ਵਜ੍ਹਾ ਤੋਂ ਜੁੱਤੀਆਂ ਵੱਜੀਆਂ ਨੇ। ਇਹਨੇ ਰਾਤੀ ਖਾਬ 'ਚ ਗੰਨੇ ਵੇਖੇ ਤਾਂ ਜੁੱਤੀਆਂ ਵੱਜੀਆਂ ਨੇ। ਮੈਂ ਕਹਿਣ ਡਿਆ ਬਰੇਲਵੀ ਤੈਨੂੰ ਕਾਫਰ ਮੁਤਾਦ। ਪਰ ਮੈਂ ਕਹਿੰਦਾ ਫੇਰ ਵੀ ਥੋੜਾ ਤੁਹਾਨੂੰ ਜ਼ਿਆਦਾ ਗੈਰਤਮੰਦ ਸੀ, ਦੌੜ ਗਿਆ ਸੀ। ਤੁਸੀਂ ਤੇ ਐਸੇ ਬਗੈਰ, ਪੂਰੀ ਕੌਮ ਹੀ ਐਸੀ ਬਗੈਰਤਾਂ ਦੀ ਹੈ। ਜੁੱਤੀਆਂ ਉਹਦੇ ਸਿਰ 'ਚ ਪਈਆਂ ਵੱਜਦੀਆਂ ਨੇ, ਬੈਠੇ ਨੇ ਢੀਠਾ। 50 ਸਾਲ ਦੀ ਉਮਰ 'ਚ ਬੇਗੈਰਤਾਂ ਫਿਰ ਉਹਦੇ ਸਿਰ 'ਚ ਜੁੱਤੀਆਂ ਵੱਜਣ ਲੱਗੀਆਂ ਨੇ। ਮੁਫਤੀ ਸਾਹਿਬ ਨੇ ਉਹਨੂੰ ਹਰਾਮੀ ਸਾਬਤ ਕਰ ਦਿੱਤਾ, ਕੰਜਰ ਸਾਬਤ ਕਰ ਦਿੱਤਾ, ਟੱਟੀ ਮੂਤਰ ਵਹਾ ਦਿੱਤਾ, ਸਾਰਾ ਕੁਝ ਉਹਦਾ ਅੰਦਰ ਪੇਟਾ ਬਾਹਰ ਕੱਢ ਕੇ ਰੱਖ ਦਿੱਤਾ। ਤੁਸੀਂ ਐਸੇ ਬੇਗੈਰਤ ਹੋਈਏ ਵੀ ਬੈਠੇ ਹੋ। ਬੋਲੇਗਾ ਉਹਨੇ ਹੀ ਨਜ਼ੀਰ ਤੂੰ ਕਿਸੇ ਗੈਰਤ ਥੋੜੀ ਜਿਹੀ ਵੀ ਹੁੰਦੀ ਨਾ, ਗੈਰਤ ਹੈ ਬੜੀ ਚੀਜ਼ जहाने तगो दो में और बेगैरत कौम है। मिर्जाई एक ऐसी बेगैरत कौम है, इन्हां दी डिक्शनरी च गैरत लफ्ज़ ही कोई नहीं।
अल्लाह दी कसम इन्हां दी डिक्शनरी च लफ्ज बेगैरत है ही नहीं। ये ऐसी बेगैरत कौम है, इन्हां दा मुंह बोलिया नबी भी बेगैरत सी, जुतियां खा के तू दौड़िया सी अमृतसर चों ते आके कहण लगा मैं राती ख्वाब च किन्ने वेखे ने। ए ओदे नाल वड्डे बेगैरत ने, वेख लो एनी देर दियां सिर च जुतियां, ओए ओदे सिर च जुतियां पे मरवांदे ने जिन्हों नबी आंदे ने, फिर भी बेगैरत नहीं पे दौड़दे। ओए आहो जी कोई बेगैरत कौम देखनी जे ते लोको वेख लो इन्हां नूं बेगैरत आंदे। तुसीं पुछदे हो बेगैरत किन्नू आंदे ने, आओ मैं तुहानूं दस्सां बेगैरत किन्नू आंदे ने। मिर्जाई दुनिया दी बेगैरत तीन कौम है, बेगैरत वेखना मिर्जाई वेख लो, बेगैरत कौम वेखनी मिर्जाइयां दी कौम वेख लो। ऐडी बेगैरत कौम अल्लाह दी कसम दुनिया ते नजर नहीं आंदी। और लोकी अपने नबी दे बारे एक लफ्ज नहीं सुनदे। ए ऐसी बेगैरत कौम है, इन्हां अपने सामने बैठ के अपने मुंह बोले नबी नूं हरामी साबित करवाया है, टट्टी मूत्र साबित करवाया है, कंजर साबित करवाया है, मिर्ज़ा कादियानी नूं कुत्ती दा बच्चा साबित करवाया है, ज़ुरिया कोई बगाया साबित करवाया है। लेकिन ऐसी बेगैरत कौम है, कसम चका लो ए नहीं जानते छड़ के बरात, ऐसे बेगैरत ने बरात छड़ के जान दा ना ही नहीं लांदे। ऐसी इन्हां थले अल्फी लगी है क्योंकि बेगैरत ने परले दर्जे दे बाहर मिर्ज़ाई बह के सुनदे ने पे। ओ सुनने वाले बाहर बह के सुनने वाले मिर्ज़ाईओ, और तुसीं इन्हां लाशां नूं, और तुसीं इन्हां लाशां नूं की समझदे हो? इन्हां च गैरत जागेगी? इन्हां च की गैरत जागनी है? इन्हां दे मुंह बोले नबी च गैरत नहीं जागी। ओ जुतियां खा के उत्थे दौड़िया सी, फिर आंदा सी मैं अमृतसर नहीं जाना, हुण मैं अमृतसर नहीं जाना। मैं उत्थे ख्वाब च गन्ने वेखे सी, मैनूं जुतियां वजियां सी, हुण मैं अमृतसर नहीं जाना। ऐसा वो बेगैरत सी। देख लो इन्हां बेगैरतां ने ओदी याद ताज़ा करवा दित्ती है। अज मिर्ज़ाइयां ने ओदी याद ताज़ा करवा दित्ती है। ओदे सिर ते इन्नियां जुतियां मरवाइयां ने, इन्नियां ते ओनूं अमृतसरों नहीं सनपियां जिन्नियां मिर्ज़ाइयां ने पवा दित्तियां ने। ऐसी बेगैरत कौम देखनी जे, ऐ मिर्ज़ाई कौम बेगैरत पागल हो गया, फिर उतर आया है जहान मिर्ज़ा फिर उतर आया शान में। एक मुर्ताद जिसने हो रहा है देखना हो एक मुर्ताद इब्लीस हो अल्ट्रा रहा प्रो है मैक्स एक मुर्ताद मिर्जे हो को रहा है देखे का ध्यान में। ਇਹ ਜਿਹੜਾ ਬੰਦਾ ਵਾ ਇਹ ਅਮਨ ਨਜ਼ੀਰ ਨੂੰ ਮੁਰਤਾਦ ਕਹਿਣ ਡਿਆ ਸੀ ਇੱਕ ਦਿਨ, ਕਸਮਿਆ ਬੰਦਾ ਉਹਦੀ ਔਲਾਦ ਹੈਗੀ ਅਮਨ ਨਜ਼ੀਰ। मिर्ज़ा कादियानी नूं मुर्ताद कहण वाले ਲੱਖਾਂ ਕਰੋੜਾਂ ਲੋਕ। ਇਹ ਜਿਹੜਾ ਥੱਲੇ ਆਇਆ भाई ਨਾ मिर्जे गुलाम कादियानी का जवाब दे होए मरजोटिया ਕਾਫਰ ਜ਼ੰਦੀ ਕਹਿੰਦਾ ਰਿਹਾ मिर्जा गुलाम कादियानी ਜਦੋਂ ਜਲਾਸ਼ ਕੋਲੋਂ ਰਜੂਲੀਅਤ ਕਰਵਾਉਂਦਾ ਸੀ ਤੇ ਕਿਹੜੇ ਪਾਸਿਓਂ ਕਰਵਾਉਂਦਾ ਸੀ? ਕਿਉਂਕਿ ਮਿर्जा गुलाम कादियानी ਕਹਿੰਦਾ ਅੱਛਾ ਇੱਕ ਦੂਸਰੇ ਨੂੰ ਕਾਫਰ ਕਹਿੰਦੇ ਰਹੇ ਨੇ ਕਿ ਅੱਜ ਇਕੱਠੇ ਨੇ। बाबू इलाही बख्श चाहता है कि तेरा देख लो, है अंदाजा देखे कर लो। मगर है नहीं। और मतलब कि हर गंदे काम च इकट्ठे हो जाते हैं। जिन्होंने गालां किहड़े पासियों करवाई सी, अगले कसम पासियों खुदा करवाई दी सी है कि बंदा पिछले जेड़ा वा पासियों अमन करवाई सी। नज़ीर नु देवबंद क्योंकि नु मिर्जा काफर गुलाम मुर्ताद कादियानी कह अपने रहा निशान है। बोलने ना पाऊं रहा निशान नंबर 185 ਦੇ ਵਿੱਚ ਬਿਆਨ चलो जी हम फरमांदा सरकारी है। मुसलमानों ने आंदा है 16 दिन ਅਸੀਂ तक ਹੁਣ मेरे इस्लाम ਦੀ पिछवाड़े इशाअत चों वास्ते खून वगदा रहा, चंदे देने ने तो इस्लाम की इशाअत करनी ਇੰਨੀ है। ਸ਼ਦੀਦ चलो ना ਦਰਦ ਸੀ ਜਿਹੜੇ ਬਿਆਨ ਕੁੱਤਿਆਂ ਨੂੰ ਭੌਂਕਣ ਦੇ ਰਹੇ ਚਲੀਏ क्योंकि इनको ਇੰਨੀ ਸ਼ਦੀਦ ਦਰਦ ਤੇ ਕਿਸੇ ਇਨਸਾਨ ਦੇ ਕੋਲੋਂ ਨਹੀਂ ਹੋ ਸਕਦੀ। ਯਕੀਨਨ ਇਹ ਲਾਸ਼ ਨੇ ਜਦੋਂ ਫੇਰਾ ਪਾਇਆ ਸੀ ਜਿਹਨੂੰ ਕਾਜ਼ੀ ਜ਼ਹੂਰ ਅਕਮਲ ਨੇ ਉਹ ਕਾਜ਼ੀ ਜ਼ਹੂਰ ਅਕਮਲ ਆ ਗਿਆ ਕਾਜ਼ੀ ਯਾਰ ਮੁਹੰਮਦ ਨੇ ਆਪਣੀ ਕਿਤਾਬ ਵਿੱਚ ਬੜੀ ਖੂਬਸੂਰਤੀ ਨਾਲ ਬਿਆਨ ਫਰਮਾਇਆ। ਫਰਮਾਉਂਦੇ ਨੇ ਹਜ਼ਰਤ ਮਸੀਹ ਸਾਹਬ ਨੇ ਇੱਕ ਵਾਰੀ ਆਪਣੀ ਹਾਲਤ ਇਹ ਜ਼ਾਹਰ ਫਰਮਾਈ ਕਿ ਮੈਂ ਔਰਤ ਬਣ ਗਿਆ, ਮੈਂ ਬੁੱਢੇ ਬਣ ਗਿਆ ਤੇ ਮੇਰੇ ਖੁਦਾ ਇਹ ਲਾਸ਼ ਨੇ ਮੇਰਾ ਯਬਨ ਕਤੀਤਾ ਕੀਤਾ ਉਧਰ ਗਿਆ। और दौड़ के तो कहते ने अब गालियां देने लगे हैं। ले गालियां केड़ियां सच्चियां रवायतां पढ़ रहे हैं। कहता अब गालियां देंगे भागो यहाँ से। बगैरत कौम अल्लाह दी कसम है खुद बह के अपने जल्ली उस मसीह टट्टी मूत्र नु लितर पवान यार एडी बगैरत कौम अल्लाह दी घंटे ते बह के ते अंब चूप दे दो होना ने गालियां देने पे आ गए भागो यहाँ से। लेकिन चार बंदियां ਦੇ ਮੱਥੇ ਲੱਗਣਾ ਬੜਾ ਮੁਸ਼ਕਲ ਹੋ ਜਾਂਦਾ ਹੈ। आमिर भाई ने किसी आवाज ही नहीं आमिर नज़ीर साहब माशाल्लाह बुजुर्ग हो के वो सारे नु घेरा पा लिया है बंदे ने 4-5 ਫਰਜ਼ੋਟੇ ਉੱਤੇ। ਅੱਛਾ ਉਹ ਦੂਜਾ ਬਰਾੜਾ ਤੇ ਸੁਣਾ ਰਹੇ ਨੇ ਇਸ ਨੂੰ, ਇਹ ਸਾਡੀ ਬਰਾੜ ਨੂੰ। ਹਾਂ ਕਾਦੀਆਨੀਆਂ ਨੇ ਲਾਈ ਹੈ। ਹਾਂ ਦੇਖੋ ਇਹ ਦੇਖੇ ਜੀ ਕਦੇ ਸੈਣੀ ਸਾਹਿਬ ਦੀ ਬਰਾੜ ਤੇ ਕਦੇ ਕਿਧਰੇ ਹੋਰ ਕਦੇ ਕਿਧਰੇ ਸਾਰਿਆਂ ਨੂੰ ਸੁਣਾ ਰਹੇ ਨੇ। ਸੈਣੀ ਸਾਹਿਬ ਨੂੰ ਸੁਣਾ ਰਹੇ ਨੇ। ਹਾਂ ਉੱਥੇ ਵੀ ਉਹ ਬੈਠਾ ਦਾ ਸੀ ਨਾ, ਉੱਥੋਂ ਗਿਆ ਬੰਦਾ ਜਿਹੜਾ। ਅੱਛਾ 3 ਘੰਟੇ ਕੁੱਤੇ ਵਾਲੀ ਕਰਾ ਕੇ ਕਹਿੰਦੇ ਸੁਣਾਈ ਜਾਂਦੇ ਨੇ ਤੇ ਮਿਰਜ਼ੇ ਦੀ ਤਬਲੀਗ ਕਿਨਾਰਿਆਂ ਤੇ ਪਹੁੰਚਣੀ ਚਾਹੀਦੀ ਹੈ।
ਉਹਦਾ ਯਬਨ ਕਤੀਤਾ ਵੀ ਕਿਨਾਰਿਆਂ ਤੇ ਪਹੁੰਚਣਾ ਚਾਹੀਦਾ ਹੈ। अच्छा भाई खबर सुनो भाई, खबर सुनो भाई, एक नवा रसाला अपलोड हो गया भाई, मिर्जा कादियानी ठरकी अपलोड हो गया भाई, मिर्जा ठरकी भी अपलोड हो गया भाई। ते ए सारे लिंक जेडे ने ना असल च पता की रोला हो रहा है मेरे नाल, कई किताबां दी PDF जेडी है ना ओ लेंथी है, ओ ना हुण ज़िया ने भी मंगी, कई मुंडियां ने किताबां कई मंग रहे ते ओ ना WhatsApp ਦੇ ਉੱਤੇ ਅਪਲੋਡ ਨਹੀਂ ਹੋ ਰਹੀ। ਉਹ ਫਿਰ ਮੈਂ ਉਹਦਾ ਤਰੀਕਾ ਕੱਢਿਆ ਕਿ ਇਹਨੂੰ ਆਰਕਾਈਵ ਤੇ ਅਪਲੋਡ ਕੀਤਾ ਜਾਏ, ਉਹਦੇ ਫਿਰ ਲਿੰਕ ਮੈਂ ਤੁਹਾਨੂੰ ਭੇਜ ਦਿਆਂਗਾ, ਉਹ ਤੂੰ ਆਪੇ ਹੀ ਡਾਊਨਲੋਡ ਕਰ ਲਿਓ, ਠੀਕ ਹੈ ਨਾ ਜੀ। ਤੇ ਉਹਦਾ ਅਸਲ ਚ ਮਸਲਾ ਇਹ ਬਣੇ टेलीग्राम कर दो जी, काम कर दो। अच्छा ये दर्द दिल यूज ही नहीं की टेलीग्राम। दर्द दिल साहब कौन है जी? दर्द दिल दर्द जिगर, बोलो जी दर्द दिल। ਮੈਨੂੰ ਤਾਂ ਲੱਗਦਾ ਹੈ ਮਿਰਜ਼ਾ ਠਰਕੀ ਦੇ ਉੱਤੇ ਕੋਈ ਗੱਲ ਕਰਨਗੇ। ਅੱਗੇ ਕੀ ਹੈ ਮੌਲਵੀ? दर्द दिल दर्द जिगर, दिल में जगाया आपने, दिल में जगाया आपने। अच्छा यार ਜਿਹੜੀ ਬਰਾੜ ਜਿਹੜੀ ਜਗ੍ਹਾ ਤੇ ਲੱਗੀ ਜੇ ਮੁਬਾਰਕ ਹੋਏ ਕਾਦੀਆਨੀਓ, ਇਹ ਅੱਜ ਦੀ ਬਰਾੜ ਦਾ ਨਤੀਜਾ ਇਹ ਨਿਕਲਿਆ ਵੇ ਕਿ ਮੈਂ ਇੱਕ ਹੋਰ ਜਿਹੜਾ ਵੇ ਕਿਤਾਬ ਦਾ ਐਲਾਨ ਕਰ ਦਿੱਤਾ ਹੈ, ਮਿਰਜ਼ਾ ਕਾਦੀਆਨੀ ਕੰਜਰ। ਓਏ ਹੋਏ ਮਾਸ਼ਾਅੱਲਾ, ਉਹ ਕੰਜਰ ਜਿਹੜਾ ਨਾ ਆਇਆ ਹੁਣ ਅੱਜ ਦੇ ਕਾਦੀਆਨੀ ਮੁਰੱਬੀਆਂ ਨੇ ਮੈਨੂੰ ਇਹਦੇ ਉੱਤੇ ਜਨਾਬ ਸ਼ੌਕ ਦਵਾਇਆ ਤੇ ਮੈਨੂੰ ਤਹਿਰੀਕ ਕੀਤੀ, ਦਵਾਇਆ, ਤਹਿਰੀਕ ਕੀਤੀ, तहरीक साहब अपना आमर साहब अस्सलाम वालेकुम। वालेकुम अस्सलाम रहमतुल्लाह। आज मान गया ਤੁਹਾਨੂੰ ਮੈਂ ਦਫ਼ਤਰ ਹੀ ਬੈਠਿਆ ਤਾਂ ਸੁਣਦਾ ਸੀ ਮੈਂ ਮੁਫਤੀ ਸਾਹਿਬ ਦੇ ਚਲੋ ਧੂੜ ਪੱਟੀ ਉਹਨਾਂ ਦੀ ਤੁਸੀਂ ਘਲਿਆ ਤਿੰਨਾਂ ਨੂੰ, ਤਿੰਨੇ ਹੱਫ ਕੇ ਸਨ। ਹਾਂ ਠੀਕ ਹੈ ਉਹ ਮਰਜ਼ੇ ਇਹੋ ਹੀ ਤਰੀਕਾ ਹੁੰਦਾ ਵੇ ਕਿ ਪਤਾ ਕੀ ਹੈ, ਇਹ ਚਾਰ ਸਣ ਬਦਲਦੇ ਰਹਿੰਦੇ ਫਿਰ ਸਾਡੇ ਕੋਲ ਅੱਗੇ ਆ ਜਾਂਦਾ ਹੈ ਤੇ ਉਹ ਫਿਰ ਨੱਪ ਦਿੰਦਾ ਹੈ। ਫਿਰ ਮੁਫਤੀ ਸਾਹਿਬ ਨੂੰ ਕਹਿੰਦੇ ਨੇ ਕਿ ਸਾਹਮਣੇ ਉਹ ਪਤਾ ਕਿ ਉਹ ਸਕਰੀਨਸ਼ਾਟ ਲੈਂਦੇ ਨੇ ਨਾ, ਤੇ ਫਿਰ ਤੁਸੀਂ ਨਹੀਂ ਸਾਨੂੰ ਇਹਨਾਂ ਚੀਜ਼ਾਂ ਦੀ NB ਭਾਈ ਪਰਵਾਹ ਹੀ ਕੋਈ ਨਹੀਂ, ਪਰਵਾਹ ਹੀ ਕੋਈ ਨਹੀਂ, ਉਹ ਕੋਈ ਅਸੀਂ ਮੁਸਲਮਾਨ ਸਾਨੂੰ ਕੀ ਪਰਵਾਹ, ਟੈਨਸ਼ਨ ਹੀ ਕੋਈ ਨਹੀਂ, ਨੋ ਟੈਨਸ਼ਨ ਨਹੀਂ ਹੈ। ਅੱਲਾਹ ਤਾਲਾ ਦਾ ਬਰਾਬਰ ਨਹੀਂ ਟੈਨਸ਼ਨ, ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਦੇਵੇ। ਤੁਹਾਨੂੰ ਪਤਾ ਹੈ ਤੁਹਾਨੂੰ ਕਈਆਂ ਨੂੰ ਸ਼ਾਇਦ ਨਹੀਂ ਪਤਾ ਹੈਗਾ, ਐਜ਼ਿਆਰ ਰਸੂਲ ਨੂੰ ਤਾਂ ਪਤਾ ਹੈ। ਮੈਂ ਪਹਿਲੇ ਮੇਰੀ ਆਈਡੀ ਪੁਰਾਣੀ ਜਿਹੜੀ ਆਈਡੀ ਸੀ ਨਾ ਉਹ ਸੀ ਸੱਚੀ ਬਾਤ। ਅੱਛਾ, ਸਾਰੇ ਲੋਕ ਮੈਨੂੰ ਸੱਚੀ ਬਾਤ ਭਾਈ ਕਹਿੰਦੇ ਸਨ, ਮੇਰੇ ਓਰੀਜਨਲ ਨਾਮ ਦਾ ਨਹੀਂ ਸੀ ਕਿਸੇ ਨੂੰ ਪਤਾ, ਮੇਰੀ ਸ਼ਕਲ ਦਾ ਨਹੀਂ ਸੀ ਪਤਾ, ਇਹ ਨਹੀਂ ਸੀ ਪਤਾ ਇਹ ਬੰਦਾ ਕੋਈ ਆਲਿਮ ਹੈ, ਮੁਫਤੀ ਹੈ, ਕੌਣ ਹੈ, ਤੇ ਸੱਚੀ ਬਾਤ ਭਾਈ ਕਹਿੰਦੇ ਹੁੰਦੇ ਸਨ। ਇਹ ਕੋਈ 18-15 ਸਾਲ ਪੁਰਾਣੀ ਗੱਲ ਦੱਸ ਰਹੇ ਫੇਸਬੁੱਕ ਦੀ ਆਈਡੀ ਸੀ। ਇਹ ਫਿਰ ਕਾਦੀਆਨੀਆਂ ਨੇ ਮੇਰਾ ਡਾਟਾ, ਇਹ ਹੈ ਤੇ ਚੋਰ ਨੇ ਨਾ, ਹੈ ਤੇ ਇੰਜ ਦੇ ਨਾ, ਇਹਨਾਂ ਨੇ ਮੇਰਾ ਲੀਕ ਕੀਤਾ, ਮੇਰੀ ਓਰੀਜਨਲ ਤਸਵੀਰ, ਮੇਰਾ ਸ਼ਨਾਖਤੀ ਕਾਰਡ ਨੰਬਰ, ਮੇਰੇ ਘਰ ਦਾ ਐਡਰੈਸ, ਸਭ ਕੁਝ ਜੋ ਵੀ ਹੈ। ਲੋ ਜੀ ਉਹ ਦਿਨ ਸੀ, ਆਖਰੀ ਦਿਨ ਸੀ। ਮੈਂ ਕਿਹਾ ਚੱਲ ਫਿਰ ਪੁੱਤਰ ਜੋ ਮੈਂ ਹੈ ਵਾਂ ਨਾ, ਹੁਣ ਮੈਂ ਫਿਰ ਓਰੀਜਨਲ ਹੋ ਕੇ ਸਾਹਮਣੇ ਆਣਾ। ਨਹੀਂ ਕੀ ਕਰ ਲੈਣਾ ਮੈਂ ਆਪਣੇ ਓਰੀਜਨਲ ਨਾਮ ਤੋਂ ਆਪਣੀ ਤਸਵੀਰ ਵੀਡੀਓ ਤੋਂ ਉਦੋਂ ਮੈਂ ਲਾਂਚ ਹੋਇਆ ਸੀ। ਅੱਲਾਹ ਤਾਲਾ ਦੀ ਮਰਜ਼ੀ ਹੋ, ਤੈਨੂੰ ਪਛਤਾ ਰਹੇ ਨੇ ਵੀ ਉਹ ਸੱਚੀ ਬਾਤ ਵਾਲਾ ਕੰਮ ਹੀ ਠੀਕ ਸੀ। ਉਹੀ ਚੱਕਰ ਕੁੱਤਿਆ ਤੇ ਮਿਰਜ਼ੇ ਦੀ ਕਰਦੇ ਸੀ, ਪਰ ਜਿਹੜੇ ਮੂੰਹ ਨਾਲ ਸਟਾਈਲ ਬਣਾ ਕੇ ਮਾਈਂਡ ਰੋਸਟਰ ਦਾ ਜਿਹੜਾ ਤੁਸੀਂ ਵੇਖਦੇ ਹੋ ਨਾ ਲੋਗੋ, ਉਹ ਮੇਰੀ ਸੱਚੀ ਬਾਤ ਵਾਲਾ ਲੋਗੋ ਅਸਲ ਉਹ ਸੀ। ਉਹਨੂੰ ਵਿਗਾੜ ਕੇ ਉਹਨੇ ਉਹ ਵਿੱਚ ਇੱਕ ਬੰਦੇ ਦੀ ਮਾਈਂਡ ਰੋਸਟਰ ਕੀਤੀ ਹੈ ਤੇ ਉਹਦੇ ਤੋਂ ਉਹਨੇ ਬਣਾਇਆ ਸੀ। ਤੇ ਮਾਈਂਡ ਰੋਸਟਰ ਨੇ ਸ਼ਾਹ ਸਾਹਿਬ ਦੇ ਨਕਲ ਮਾਰੀ, ਵਜ੍ਹਾ ਮੇਰਾ ਲੋਗੋ ਸੀ ਅਸਲ। ਅੱਛਾ ਚਲੋ ਜੋ ਕੁਝ ਵੀ ਹੈ, ਲੇਕਿਨ ਉਹ ਗੱਲ ਵੀ ਨਹੀਂ ਕਰ ਸਕਦਾ ਨਾ। ਆਮਰ ਸਾਹਿਬ ਕਿਤਨੀ ਦਫਾ ਉਹਨਾਂ ਨਾਲ ਸਹੀ ਬੈਠ ਕੇ ਗੁਫ਼ਤਗੂ ਤੁਸੀਂ ਮੁਸਲਾ ਕੀਤੀ, ਲੇਕਿਨ ਉਹ ਨਹੀਂ ਗੁਫ਼ਤਗੂ ਕਰ ਸਕਦੇ ਨਾ ਉਹਨਾਂ ਨਾਲ। ਅਗਰ ਤੁਸੀਂ ਕੁਝ ਵੀ ਨਹੀਂ ਜੀ, ਇਹਨਾਂ ਨੂੰ ਤੇ ਅਸੀਂ ਅੱਗੇ ਲਾਇਆ ਹੋਇਆ ਹੈ ਤੇ ਇਹਨਾਂ ਦੇ ਪਿਓਾਂ ਨੂੰ ਨਸਾਇਆ ਹੋਇਆ ਤੇ ਸ਼ੈ ਹੀ ਕੋਈ ਨਹੀਂ। ਉਹ ਅੱਗੇ ਮੁਫਤੀ ਮੁਬਸ਼ਰ ਕਾਲੂ ਔਰ ਨਸਿਆ ਇਹਨਾਂ ਦੇ ਬੜੇ ਮੁਰੱਬੀ ਅਨਸਰ ਰਜ਼ਾ, ਉਹਨੂੰ ਉਹ ਲਿੱਤਰ ਮਾਰੇ ਹੋਏ ਨੇ, ਤਰੀਖੀ ਲਿੱਤਰ, ਉਹ ਸਾਡੇ ਸਾਹਮਣੇ ਠਹਿਰ ਨਹੀਂ ਸਕਦਾ ਅੱਲਾ ਦੇ ਹੁਕਮ ਨਾਲ। ਨਾਰਮਲ ਜਿਹੜੇ ਸਾਡੇ ਸ਼ੈ ਹੀ ਕੋਈ ਨਹੀਂ ਅੱਜ ਕੱਲ ਦੇ ਕਾਦੀਆਨੀ ਜਿਹੜੀ ਉਹ ਗੱਲ ਉਠਾ ਸਾਨੂੰ ਆਪਸ ਵਿੱਚ ਕਿ ਬਰੇਲਵੀ ਆਇਆ ਕਰਨ, ਉਹ ਛੱਡੋ, ਤੁਸੀਂ ਆਖੋ ਸਾਡਾ ਆਪਸ ਦਾ ਮਸਲਾ ਹੈ। ਤੁਸੀਂ ਜਿਹੜਾ ਨਵਾਂ ਨਬੀ ਲੈ ਕੇ ਆਏ ਉਹਦੇ ਬਾਰੇ ਚ ਗੱਲ ਕਰੋ, ਉਹ ਛੱਡੋ ਤੁਸੀਂ ਵੀ ਅਸੀਂ ਕੀ ਕਹਿੰਦੇ ਆ, ਦੋ ਬੰਦੀ ਕੀ ਕਹਿੰਦੇ ਤੇ ਅਹਿਲ ਹਦੀਸ ਕੀ ਕਹਿੰਦੇ।
ਉਹ ਛੱਡ ਦਿਓ ਤੁਸੀਂ ਦੱਸੋ ਵੀ मामला ऐसी ये रियल टाइगर साहब कौन है, अपना तारुफ करा दें भाई। अपने मुसलमान भाई। अच्छा, दर्द दिल और जट, मैं ये कह रहा हूँ ना कि जी इन लोगों के वालिद साहब हैं हम लोग। ये जो कुत्ते बिल्ले इकट्ठे हुए होते हैं ना, नॉन मुस्लिम जितने भी हैं, इन लोगों के हम लोग वालिद साहब हैं। इतना तारुफ काफी है, और भी बता दें। बहुत अच्छी बात है। और ये जट साहब कौन, जट 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 साहब, वाह साहब। अच्छा देखो भाई जी, मेरा सुनो भाई, इतना ही है कि ਸਾਡਾ ਤਰੀਕਾਕਾਰ ਕੋਈ ਇੰਜ ਦਾ ਹੁੰਦਾ ਕਿ ਅਸੀਂ ਅੱਜ ਖੁਦ ਗਾਲੀ ਨਹੀਂ ਕੱਢਦੇ, ਠੀਕ ਹੈ, ਅੱਜ ਖੁਦ ਗਾਲੀ ਨਹੀਂ ਕੱਢਣੀ। ਹਾਂ, ਮਿਰਜ਼ੇ ਕਾਦੀਆਨੀ ਨੂੰ ਜ਼ਾਨੀ ਕਹੋ, ਰੱਜ ਕੇ ਕਹੋ, ਲੇਕਿਨ ਦਲੀਲ ਦੇ ਨਾਲ। ਮਿਰਜ਼ੇ ਨੂੰ ਹਰਾਮੀ ਕਹੋ, ਰੱਜ ਕੇ ਕਹੋ, ਲੇਕਿਨ ਦਲੀਲ ਦੇ ਨਾਲ। ਦਲੀਲਾਂ ਜਿਹੜੀਆਂ ਨੇ ਉਹ ਆਜਜ਼ ਨੇ ਆਪਣੇ ਰਸਾਲਿਆਂ ਦੇ ਵਿੱਚ ਜਿਹੜੀਆਂ ਨੇ ਉਹ ਦੇ ਚੁੱਕੇ, ਸਮਝੇ ਕਿ ਨਹੀਂ। ਜੋ ਵੀ ਕਹਿਣਾ ਮਿਰਜ਼ੇ ਨੂੰ ਕੁੱਤੀ ਦਾ ਬੱਚਾ ਵੀ ਕਹੋ, ਰੱਜ ਕੇ ਕਹੋ, ਲੇਕਿਨ ਦਲੀਲ ਦੇ ਨਾਲ ਕਹੋ, ਸਮਝੇ ਕਿ ਨਹੀਂ, ਸਮਝੇ ਕਿ ਨਹੀਂ। ਤੇ ਦਲੀਲ ਨਾਲ ਕਹਿਣਾ ਅੱਜ ਖੁਦ ਕੋਈ ਉਹ ਤੇਰੀ ਭੈਣ ਦੀ ਤੇਰੀ ਇਹ ਨਹੀਂ, ਇਹ ਸਾਡਾ ਮਜ਼ਾਜ ਮਜ਼ਾਜ, ਸਮਝੇ ਕਿ ਨਹੀਂ। ਹਾਂ, ਮਿਰਜ਼ੇ ਨੂੰ ਹਰਾਮੀ ਕਹੋਗੇ ਤੇ ਉਹ ਅੱਗੂ ਕਹੇਗਾ ਕਿ ਤੂੰ ਗਾਲ ਕੱਢੀ ਏ, ਉਹਨੂੰ ਸਾਡਾ ਕਿਤਾਬ ਚ ਵਹਾ ਦਿਓ, ਸਾਡੀਆਂ ਅਸੀਂ ਜਿਹੜੀਆਂ ਦਲੀਲਾਂ ਦੀਆਂ ਦਲੀਲਾਂ ਵਹਾ ਦਿਓ। ਅਸੀਂ ਮੈਂ ਕਿਦੋਂ ਗਾਲ ਕੱਢੀ ਹੈ ਬਾਈ, ਤੁਹਾਡੀ ਕਿਤਾਬ ਦੇ ਵਿੱਚ ਲਿਖੇ। ਕੁੱਤੀ ਦਾ ਬੱਚਾ ਕਹੋ, ਰੱਜ ਕੇ ਕਹੋ। ਕਾਦੀਆਨੀ ਜਦੋਂ ਕਹੇਗਾ ਤੂੰ ਗਾਲ ਕੱਢੀ ਹੈ, ਕਹੋ ਕਿ ਨਾ ਬਾਈ ਨਾ, ਇੰਝ ਨਹੀਂ, ਤੁਹਾਡੀ ਕਿਤਾਬ 'ਚ ਲਿਖੇ। ਮਿਰਜ਼ੇ ਨੇ ਖੁਦ ਕਲੇਮ ਕੀਤਾ, ਉਹਨੇ ਕਿਹਾ ਮੈਂ ਕੁੱਤਾ ਵਾਂ, ਕੁੱਤੇ ਦਾ ਬੱਚਾ ਵਾਂ, ਸਮਝ ਆਈ ਕਿ ਨਹੀਂ। ਤੇ ਜਿਹੜੀ ਵੀ ਗੱਲ ਕਰਾਂਗੇ ਅਸੀਂ ਫਿਰ ਦਲੀਲ ਨਾਲ ਹੀ ਕਰਾਂਗੇ। ਹਾਂ, ਇੱਧਰ ਉੱਧਰ ਦੀ ਗੱਲ ਕੋਈ ਨਹੀਂ, ਗੱਲ ਕੋਈ ਨਹੀਂ, ਗੱਲ ਦਲੀਲ ਦੇ ਨਾਲ। ਇਹ ਰਸਾਲੇ ਲਿਖਣ ਦਾ ਇੱਕ ਮਕਸਦ ਮੇਰਾ ਇਹ ਵੀ ਸੀ ਕਿ ਆਪਣੇ ਮੁੰਡਿਆਂ ਨੂੰ ਕਮ ਸੇ ਕਮ 4 ਦਲੀਲਾਂ ਦਈਏ ਅਸੀਂ, ਤੇ ਇਹਨਾਂ ਦੇ ਹੱਥਾਂ ਦੇ ਵਿੱਚ ਦਲੀਲਾਂ ਟੁਰ ਜਾਣ ਤੇ ਆਪੇ ਹੀ ਫਿਰ ਮੁੰਡੇ ਆਪੇ ਹੀ ਨਿਬੇੜ ਲੈਣਗੇ। ਹਾਂ, ਇਹ ਸੀ ਅਸਲ ਮਕਸਦ। अस्सलाम वालेकुम शाह जी। शाह जी मेरा ख्याल है ना ये रिसाले है ते छोटे छोटे ने इथे बराडा ते भी बह के पढ़ के सुनाने चाहिए ने सारे। 16 ਸਫ਼ੇ ਤਾਂ ਹੀ ਇਹ ਜ਼ਿਆਦਾ ਲਿਖੇ ਸਨ ਕਿ ਭਈਆ ਮੁੰਡੇ ਇੰਨੀਆਂ ਵੱਡੀਆਂ ਕਿਤਾਬਾਂ ਨਹੀਂ ਪੜ੍ਹ ਸਕਦੇ। 16 ਸਫ਼ੇ ਦਾ ਰਸਾਲਾ ਹੈ, 5 ਮਿੰਟ ਲੱਗਣੇ ਕੋਈ ਨਹੀਂ, ਤੇ ਹਰ ਰਸਾਲੇ ਚ 4-5-6 ਦਲੀਲਾਂ ਨੇ ਤੇ ਅਸਲ ਕਿਤਾਬਾਂ ਦੇ ਸਕੈਨ ਨੇ। ਅੱਛਾ, ਇਹ ਵੀ ਤੁਹਾਨੂੰ ਦੱਸ ਦਿਆਂ ਕਿ ਮੇਰੇ ਕੋਲੋਂ ਬੰਦੇ ਆ ਕੇ ਮੰਗਦੇ ਸਨ ਦਲੀਲਾਂ, ਯਾਨੀ ਕਿ ਹਵਾਲੇ ਸੈਂਡ ਕਰੋ। ਜਿਵੇਂ ਇਹ ਵੇਖੋ ਰੀਅਲ ਟਾਈਗਰ ਹੀ ਬੈਠਾ ਹੈ, ਇਹਨੇ ਕਈ ਵਾਰੀ ਕਿਹਾ ਕਿ ਉਹ ਜਰਾ ਹਵਾਲੇ ਸੈਂਡ ਕਰਿਆ ਜੀ। ਇੰਜ ਮੇਰੇ ਕੋਲੋਂ ਮੁੰਡੇ ਅਕਸਰ ਮੰਗਦੇ ਸਨ ਦਲੀਲਾਂ, ਉਹਨਾਂ ਵਾਸਤੇ ਫਿਰ ਇਹ ਕੀਤਾ ਗਿਆ ਕਿ ਕਮ ਸੇ ਕਮ ਇਹ ਗੱਲ ਸਮਝਾਈ ਵੀ ਜਾਏ। ਇੰਜ ਮੈਂ ਸਕੈਨ ਸੈਂਡ ਕਰ ਦਿਆਂਗਾ, ਕਿਸੇ ਨੂੰ ਸਮਝ ਹੀ ਕੋਈ ਨਹੀਂ ਆਣੀ ਕਿ ਸਕੈਨ ਦੇ ਵਿੱਚੋਂ ਅਖਜ਼ ਕੀ ਹੋ ਰਿਹਾ, ਲਿਖਿਆ ਕੀ ਹੈ। ਉਹ ਮੈਂ ਕਿਹਾ ਇਹਨੂੰ ਕਿਉਂ, ਇਹਦਾ ਸਿਆਕੋ ਸਬਾਕ ਵੀ ਬਿਆਨ ਕੀਤਾ ਜਾਏ, ਸਾਬਕਾ ਲਾਹਕਾ ਵੀ ਬਿਆਨ ਕੀਤਾ ਜਾਏ, ਇਹਦਾ ਇੱਕ ਨਤੀਜਾ ਕੱਢ ਕੇ ਦਿੱਤਾ ਜਾਏ। ਤੇ ਉਹ ਫਿਰ ਛੋਟੇ ਛੋਟੇ ਰਸਾਇਲ ਤਰਤੀਬ ਪਾਉਣ ਦੀ ਅਸਲ ਵਜ੍ਹਾ ਹੈ। ਸਮਝ ਆਈ ਕਿ ਨਹੀਂ। ਹੈ ਅੱਲਾਹੁ ਅਕਬਰ, ਅੱਲਾਹੁ ਅਕਬਰ। ਅੱਛਾ ਭਾਈ ਮੁੰਡਿਓ ਬਵੋ ਭਾਈ ਫਿਰ। ਜੀ ਲੈਣਾ ਤਾਂ ਕਿ ਕਿਸ ਹਵਾਲੇ ਨਾਲ ਜਨਾਬ? ਇਹ ਜਿਹੜੇ ਕਿਤਾਬਚੇ ਤੁਸੀਂ ਲਿਖੇ ਨੇ ਨਾ, ਜਿਸ ਤਰ੍ਹਾਂ ਬਾਬਾ ਜੀ ਕਿਤਾਬਾਂ ਲਵੋ ਨਾ, ਮੇਰੇ WhatsApp ਤੇ ਮੈਸੇਜ ਕਰੋ ਨਾ ਯਾਰ। ਅੱਛਾ, ਉਹ ਤੇ ਬਿਲਕੁਲ ਮੇਰਾ WhatsApp ਹੈ ਜੇ ਕਿ ਨਹੀਂ? ਨਹੀਂ, ਤੁਹਾਡਾ WhatsApp ਨਹੀਂ। ਤੁਸੀਂ ਮੇਰੀ ਫਿਰ ਪ੍ਰੋਫਾਈਲ ਵੀ ਚੈੱਕ ਨਹੀਂ ਕੀਤੀ ਹੋਣੀ। ਮੈਂ ਫਸਟ ਟਾਈਮ ਆਇਆ ਸਰ, ਮੈਨੂੰ ਸਿਰਫ ਸ਼ਾਹ ਸਾਹਿਬ ਨੇ ਮੇਰੀ ਪ੍ਰੋਫਾਈਲ ਦੇ ਉੱਤੇ ਮੇਰਾ WhatsApp ਨੰਬਰ ਲਿਖਿਆ ਹੈ। ਅੱਛਾ, ਹੋਇਆ ਹੈ ਵਾ ਕਿ ਮੈਂ ਜਲਦੀ ਜਲਦੀ ਮੈਂ ਚੱਲਾ ਜੇ, ਮੈਨੂੰ ਫਾਲੋ ਕਰ ਲਓ, ਜਲਦੀ ਜਲਦੀ ਕਰ ਲਓ ਸਰ। ਫਾਲੋ ਕਰ ਲੋਗੇ ਤੇ ਮੇਰੀ ਪ੍ਰੋਫਾਈਲ ਤੇ ਮੇਰਾ WhatsApp ਨੰਬਰ ਲਿਖਿਆ, WhatsApp ਤੇ ਮੈਸੇਜ ਕਰੋ ਜੀ, ਆਪਣੀਆਂ ਕਿਤਾਬਾਂ ਭੇਜੋ। ਮੈਂ ਇੰਜ ਹਾਰਡ ਕਾਪੀਆਂ ਚਾਹੀਦੀਆਂ ਹੋਣਗੀਆਂ, ਹਾਰਡ ਕਾਪੀਆਂ ਵੀ ਮਿਲ ਜਾਣਗੀਆਂ ਅਗਰ ਤੁਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਹੋ। ਤੇ ਜੇ PDF ਚਾਹੀਦੀ ਤੇ PDF ਮਿਲ ਜਾਏਗੀ, ਕੋਈ ਮਸਲਾ ਨਹੀਂ। ਤੇ ਅੱਛਾ, ਐਲਾਨ ਵੀ ਸੁਣ ਲਓ ਤੇ ਫਿਰ ਮੈਂ ਚੱਲਾਂ ਬਾਈ। ਤੇ ਨਵੀਂ ਕਿਤਾਬ ਜਿਹੜੀ ਅੱਜ ਆਈ ਹੈ ਇਹ ਕਾਦੀਆਨੀ ਤੌਹੀਦ ਆਈ ਹੈ, ਠੀਕ ਹੈ। ਕਾਦੀਆ ਇਸ ਤੋਂ ਪਹਿਲੇ ਜਿਹੜੀ ਆਈ ਸੀ ਅਲਹਮਦੁਲਿਲਾ ਅਕੀਦਾ ਖਤਮ ਨਬੂਵਤ, ਠੀਕ ਹੈ। ਤੇ ਕਿਤਾਬਾਂ ਤੇ ਹੋਰ ਵੀ ਬੜੀਆਂ ਨੇ,
ਲੇਕਿਨ ਇਹ ਵੇ ਕਿ ਮੈਂ ਐਲਾਨ ਕੀਤਾ ਵੀ ਆਪਣੀ ਆਈਡੀ ਦੇ ਉੱਤੇ ਕਿ ਜਿਹਨੂੰ ਕਿਤਾਬ ਚਾਹੀਦੀ ਹੋਏ ਉਹ ਰਾਬਤਾ ਕਰੇ ਤੇ ਉਹਨੂੰ ਮੈਂ ਭੇਜ ਦਿਆਂਗਾ। ਲੇਕਿਨ ਮੈਂ ਸੋਚਿਆ ਵੇ ਕਿ ਇੱਕ ਮੇਰੀ ਕਿਤਾਬ ਹਜੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਪਈ, ਉਹ ਤਕਰੀਬਨ ਉਹਨੇ 10 ਦਿਨ ਮੰਗੇ ਨੇ ਕਿ 10 ਕੁ ਦਿਨ ਮੈਨੂੰ ਦਿਓ, ਮੈਂ ਕੱਢ ਦੇਣਾ। ਤੇ ਹਜੇ ਨਾ ਫਿਰ ਮੈਨੂੰ ਕੋਈ ਮੈਸੇਜ ਕਰੇ ਹਾਰਡ ਕਾਪੀਆਂ ਹਜੇ ਨਾ ਮੰਗਵਾਓ, ਜਦੋਂ ਉਹ ਵੀ ਛਪ ਕੇ ਆ ਜਾਏਗੀ ਨਾ ਤੇ ਮੈਂ 3-4 ਇਕੱਠੀਆਂ ਮੈਂ ਭੇਜ ਦਿਆਂਗਾ ਤੁਹਾਨੂੰ, ਸਹੀ ਹੈ। ਉਦੋਂ ਮੈਸੇਜ ਕਰੇ, ਮੈਂ ਐਲਾਨ ਕਰ ਦਿਆਂਗਾ, ਉਦੋਂ ਫਿਰ ਜਿਹਨੂੰ ਹਾਰਡ ਕਾਪੀਆਂ ਚਾਹੀਦੀਆਂ ਹੋਣਗੀਆਂ। ਇਹ ਕਿਤਾਬਾਂ ਸਾਡੀਆਂ ਫ੍ਰੀ ਨੇ ਬਾਈ, ਫ੍ਰੀ ਨੇ, ਅਸੀਂ ਪੈਸੇ ਨਹੀਂ ਲੈਂਦੇ, ਠੀਕ ਹੈ। ਇਹ ਫ੍ਰੀ ਨੇ। ਇੰਜ ਤੁਹਾਡੇ ਵਰਗੇ ਪਿਆਰ ਮੁਹੱਬਤ ਵਾਲੇ ਸਾਨੂੰ ਡੋਨੇਟ ਕਰਦੇ ਨੇ ਤੇ ਕਹਿੰਦੇ ਨੇ ਕਿ ਬਈ ਕਿਤਾਬਾਂ ਸਾਡੀ ਤਰਫੋਂ ਕੋਈ 100, 50, 1000, 2000 ਛਾਪ ਕੇ ਤਕਸੀਮ ਕਰ ਦਿਓ, ਤੇ ਅਸੀਂ ਫਿਰ ਇਹਨਾਂ ਨੂੰ ਫ੍ਰੀ ਤਕਸੀਮ ਕਰਨੇ, ਅਸੀਂ ਸੇਲ ਨਹੀਂ ਕਰਦੇ। ਲੇਕਿਨ ਡਾਕ ਖਰਚ ਤੁਹਾਡੇ ਜ਼ਿੰਮੇ ਹੋਏਗਾ। ਉਹ ਡਾਕ ਖਰਚ 200 ਰੁਪਇਆ ਖਰਚਾ ਹੈ, 500 ਰੁਪਇਆ ਖਰਚਾ ਹੈ, ਜਿੰਨਾ ਵੀ ਹੈ, ਤੇ ਡਾਕ ਖਰਚ ਤੁਹਾਡੇ ਜ਼ਿੰਮੇ ਹੋਏਗਾ। ਸਾਡੀ ਤਰਫੋਂ ਕਿਤਾਬਾਂ ਫ੍ਰੀ ਹੋਣਗੀਆਂ। ਤੇ ਮੈਨੂੰ ਇਜਾਜ਼ਤ ਦਿਓ, ਮੈਂ ਜਾਵਾਂਗਾ। ਤੇ ਬਸ ਐਲਾਨ ਵੀ ਸੀ। अस्सलाम वालेकुम व रहमतुल्लाह। जिंदाबाद जिंदाबाद, जबरदस्त जी। इफ्तिखार साहब जी, बड़ी जबरदस्त सर की थी कल, इन्होंने बड़ा अगे लाया सी, मैं सुनता रहा। इन्होंने कादियानी बैठे सन जेड़े आमिर नज़ीर भाई, तुहाडी एनर्जी ते अज सारी लवा दी असी। हाँ, इन्होंने बड़ा जबरदस्त सुनिया जी। 4 बंदे खुदा दी जिंदाबाद जी, अमर भाई जिंदाबाद जिंदाबाद। 4 बंदे। मैं बंदे नू कॉल कीती, मैं कहा ज़िया भाई नू भी कॉल कर लो। ते प्रोफेसर साहब हुण के ने प्रोफेसर साहब नंबर ले गया। ਇਹ प्रोफेसर साहब ने बड़ा तंग कीता जी ਅੱਜ ਸਾਨੂੰ ज़िया भाई। नहीं यार, मैं तो उस बंदे, मैं तो मुफ्ती वास्ते आना वा, ते इतना तो मेरी पहली दफा हुई है टकरार। ज़िया भाई बड़े आमिर भाई नाल पहली बारी होई मुलाकात। नज़ीर साहब नु की कहना? नज़ीर ना, हाँ जी, आमिर नज़ीर साहब ने साहब सूत कोई नहीं लगदा कोलों। ਇਹ ਤਾਂ ਪੁੱਛਿਆ ਨਾ ਆਪਣੇ ਮਰਜ਼ੀਆਂ ਕੋਲ ਬਸਾਬ ਲੱਗਦਾ ਜਾਂ ਨਹੀਂ। ਤੁਸੀਂ ਮੇਰਾ ਖਿਆਲ ਨਵੇਂ ਟਿਕਟਾਕ ਤੇ ਆਏ ਹੋ। ਜਿਹੜਾ ਬੰਦਾ ਅਮਰ ਨਜ਼ੀਰ ਨੂੰ ਨਹੀਂ ਜਾਣਦਾ ਉਹ ਸਮਝ ਲਓ ਕੁਝ ਵੀ ਨਹੀਂ ਜਾਣਦਾ। ਉਹ ਮੈਂ ਕਹਿੰਦਾ ਨया ਬੰਦਾ ਆਇਆ ਟਿਕਟਾਕ। नहीं, मैं देखो मेरा कोरे आदमियां ना कोई ताल्लुक ही नहीं है। ਇਹ ਪੁੱਛਿਆ ਵੈਸੇ ਆਪਣੀ ਜਮਾਤ ਕੋਲ ਪੁੱਛਿਆ ਤੇ ਉਹਨਾਂ ਵੀ ਕੂੜਾ ਹੀ ਕਹਿਣਾ। ਜੇ ਮੈਂ ਪੁੱਛ ਵੀ ਲਿਆ ਤੇ ਪੁੱਛ ਲੈ, ਤੁਸੀਂ ਤੁਹਾਨੂੰ ਪਤਾ ਲੱਗੇਗਾ। ਫਰਕ ਕੀ ਪੈਣਾ ਯਾਰ। ਮੈਂ ਉਹਨਾਂ ਵੀ ਕਹਿਣਾ ਕਿ ਪਾਗਲ ਆਦਮੀ ਹੈ, ਸੰਕੀ ਹੈ, ਫਰਕ ਆਦਮੀ ਕੂੜੇ ਦਾ ਢੇਰ ਹੈ, ਹੋਰ ਕੀ ਨਾ ਕਹਿਣਾ। ਤੇ ਫਿਰ ਇਹਨੂੰ ਮਸੀਹ ਮੌਤ ਮੰਨ ਲਓ ਯਾਰ। ਲਓ ਤੁਸੀਂ ਮੰਨ ਲਓ, ਤੁਹਾਡਾ ਧਿਆਨ ਆ ਹਲੇ, ਸਾਡਾ ਤੇ ਆ ਗਿਆ, ਤੁਹਾਡਾ ਆਣਾ ਤੁਸੀਂ ਮੰਨ ਲਓ। ਉਹ ਨਹੀਂ, ਜੇ ਇੱਕ ਪਾਗਲ ਨੂੰ ਮੰਨ ਲਿਆ ਜੀ ਤੁਸੀਂ, ਇਹ ਅਸੂਲ ਦੀ ਗੱਲ ਕੀਤੀ ਜਾਏ ਨਾ, ਇਹਨੂੰ ਮਸੀਹ ਮੌਤ ਮੰਨ ਲਓ। ਮੁਫਤੀ ਟੁੱਟ ਗਿਆ, ਮੈਨੂੰ ਤਾਂ ਮੁਫਤੀ ਨਾਲ ਜ਼ਰਾ ਮਜ਼ਾ ਆਉਂਦਾ। ਮੁਫਤੀ ਟੁੱਟ ਗਿਆ। ਸ਼ਮਸ਼ੇਰ ਸਾਹਿਬ, ਮੈਂ ਸਿਰਫ ਇੱਕ ਗੱਲ ਕਰਨਾ ਚਾਹਨਾ। ਕੱਲ ਇਹਨਾਂ ਦੇ ਨਾਲ ਮੇਰੀ ਬਹਿਸ ਹੋ ਰਹੀ ਸੀ ਮਸਲੀਆਂ ਨਾਲ, ਤੇ ਉਹ ਐਂਡ ਤੇ ਨਾ ਜਦੋਂ ਫਸਦੇ, ਤੁਹਾਨੂੰ ਪਤਾ ਹੈ ਇੱਧਰ ਉੱਧਰ ਗਾਵ ਪੇ ਸ਼ੁਰੂ ਹੋ ਜਾਂਦੇ ਨੇ ਇੱਧਰ। ਮੈਂ ਸਿਰਫ ਇੱਕ ਗੱਲ ਉਹਨਾਂ ਨੂੰ ਕਹੀ, ਮੈਂ ਕਿਹਾ ਯਾਰ ਮੈਨੂੰ ਤੇ ਅੱਜ ਨਾ ਯਜ਼ੀਦ ਤੇ ਬੜਾ ਤਰਸ ਆ ਰਿਹਾ। ਉਹ ਕਹਿੰਦੇ ਉਹ ਕਿਉਂ ਜੀ? ਮੈਂ ਕਿਹਾ ਉਹ ਬੜਾ ਬਗੈਰਤ ਸੀਗਾ, ਜ਼ਾਲਮ ਸੀਗਾ, ਢੀਠ ਕਿਸਮ ਦਾ ਗੰਦਾ ਇਨਸਾਨ ਸੀ, ਲੇਕਿਨ ਯਕੀਨ ਕਰੋ ਨਬੂਵਤ ਦਾ ਦਾਅਵਾ ਤੇ ਉਹਨੇ ਵੀ ਨਹੀਂ ਕੀਤਾ। ਸਹੀ, ਠੀਕ ਹੈ ਸਰ ਜੀ। ਚਲੋ ਸਹੀ ਹੈ, ਕਰੋ ਤੁਸੀਂ ਆਪਸ ਚ ਲੜੋ। ਚਲੋ ਸਹੀ, ਓਕੇ। ਆਮਿਰ ਭਾਈ ਜਿਹੜੇ ਨੇ ਨਾ ਸਾਡੇ ਤਬਲੀਗ ਨਹੀਂ ਕਰਨੀ ਹੈ, ਤਬਲੀਗ ਨਹੀਂ ਕਰਨੀ। ਤਬਲੀਗ ਤਾਂ ਵੇਖੋ ਨਾ, ਹਜ਼ਰਤ ਸੱਲਮ ਨੇ ਸਾਰੀ ਉਮਰ ਕੀਤੀ ਸੀ, ਲੇਕਿਨ ਨਹੀਂ ਸਮਝ ਆਈ ਉਹਨਾਂ ਨੂੰ। ਉਹ ਮਿਰਜ਼ਾ ਜਿਹੜਾ ਮਿਰਜ਼ਾ ਸਮਝਾਉਣ ਵਾਸਤੇ ਆਇਆ ਸੀ, ਉਹ ਵੀ ਤਾਂ ਕਰੋ ਨਾ। ਅਬੂ ਜਹਲ ਨੂੰ ਨਹੀਂ ਆਈ, ਉਹਦੇ ਪੈਰੋਕਾਰ ਹੋ ਤੁਸੀਂ, ਯਹੂਦੀਆਂ ਦੇ ਪੈਰੋਕਾਰ ਹੋ। ਚਲੋ ਤੁਹਾਨੂੰ ਕੀ, ਤੇ ਤੁਹਾਨੂੰ ਆ ਗਈ, ਤੁਸੀਂ ਵੀ ਅਬੂ ਜਹਲ ਹੋ, ਤੁਹਾਨੂੰ ਆਈ ਕਿ ਨਹੀਂ? ਯਾਰ ਪੈਰੋਕਾਰ ਹੋ ਤੇ ਯਹੂਦੀਆਂ ਦੇ, ਠੀਕ ਹੈ। ਤੁਹਾਨੂੰ ਕੀ ਤਬਲੀਗ ਨਹੀਂ, ਤੁਹਾਨੂੰ ਆਈ ਕਿ ਨਹੀਂ? ਜੇ ਤੁਸੀਂ ਵੀ ਅਬੂ ਜਹਲ ਹੋ। ਨਹੀਂ, ਦੇਖੋ ਨਾ, ਅਸੀਂ ਤਾਂ ਮੰਨਣ ਵਾਲੇ ਜੋ ਹੈ ਨਾ, ਜੰਜ ਹਜ਼ੂਰ ਪਾਕ ਨੂੰ ਕੀ ਮੰਨਦੇ ਹੋ ਮਿਰਜ਼ਾ ਸਾਹਿਬ? ਕੀ ਮੰਨਦੇ ਹੋ? ਹਜ਼ੂਰ ਪਾਕ ਨੂੰ ਮੰਨ ਲਿਆ ਲੋਕਾਂ ਨੇ, ਜਮਾਨ। ਹੈਲੋ 1 to 1 ਕਰ ਲਓ। ਕੀ ਮੰਨਦੇ ਹੋ ਮਿਰਜ਼ਾ ਸਾਹਿਬ ਨੂੰ? ਕੀ ਮੰਨਦੇ ਹੋ? ਠੀਕ ਹੈ। ਬਾਕੀ ਕਿ ਮੈਂ ਕਿਹਾ ਮਿਰਜ਼ਾ ਸਾਹਿਬ ਨੂੰ ਕੀ ਮੰਨਦੇ ਹੋ? ਸਹੀ ਗੱਲ ਦੱਸਾਂ, honest ਗੱਲ ਦੱਸਾਂ, ਫਾਰਗ ਆਦਮੀ ਟੋਟਲੀ ਤੁਸੀਂ ਨਾ, ਤੁਹਾਡੀਆਂ ਵੇਖੋ ਨਾ, ਵੇਖੋ ਮੇਰੀ ਗੱਲ ਕੰਪਲੀਟ ਹੁੰਦਾ ਨਾ, ਕੰਪਲੀਟ ਹੁੰਦਾ। ਟੋਟਲੀ ਫਾਰਗ ਆ ਨਾ, ਤੁਹਾਨੂੰ ਚਾਹੀਦਾ 2-3 ਬੰਦੇ ਬੈਠੇ ਨੇ, ਤਰਿਆਂ ਨੂੰ ਮਸੀਹ ਮੌਤ ਮੰਨ ਲਓ ਜੇ ਅਸੀਂ ਫਾਰਗ ਹੈ ਤੇ। ਵੇਖੋ ਜੀ, ਇਹ ਤਾਂ ਦੱਸ ਦਿਓ ਮਿਰਜ਼ਾ ਨੂੰ ਮੰਨਿਆ ਕੀ ਜੇ?
ਵੇਖੋ ਜੀ, ਤੁਹਾਡਾ ਲੱਕੜ ਦਾਦਾ ਫੌਤ ਹੋ ਗਿਆ, ਦਾਦਾ ਫੌਤ ਹੋ ਗਿਆ, ਪਰਦਾਦਾ ਫੌਤ ਹੋ ਗਿਆ, ਅੱਬਾ ਜੀ ਤੁਹਾਡੇ ਨਜ਼ਦੀਕ ਬਾਹਰ ਮੰਜੇ ਲਾ ਕੇ ਬੈਠਾ ਨਾ, ਉਹ ਨਹੀਂ ਮਰਿਆ? ਨਹੀਂ, ਫੌਤ ਹੋ ਗਏ ਨੇ, ਮਿਰਜ਼ਾ ਵੀ ਮਰ ਗਿਆ, ਮਿਰਜ਼ਾ ਮਹਿਮੂਦ ਵੀ ਮਰ ਗਿਆ, ਹਕੀਮ ਨੂਰਦੀਨ ਵੀ ਮਰ ਗਿਆ, ਮਿਰਜ਼ਾ ਤਾਹਰ ਵੀ ਮਰ ਗਿਆ, ਮਿਰਜ਼ਾ ਨਾਸਰ ਵੀ ਮਰ ਗਿਆ। ਵੇਖੋ ਨਾ, ਸਾਬਤ ਕੁਛ ਨਹੀਂ ਕਰ ਸਕਦਾ। ਅੱਗੋਂ ਤੁਹਾਡੀਆਂ ਔਲਾਦਾਂ ਨੇ, ਉਹ ਕੋਈ ਸ਼ਰਾਬ ਪੀਣ ਡਈ ਹੈ, ਕੋਈ ਨਸ਼ੇ ਤੇ ਲੱਗਾ ਹੈ, ਮਿਰਜ਼ੇ ਗੁਲਾਮ ਕਾਦੀਆਨੀ ਦੀ ਵੀ ਇੱਕ ਔਲਾਦ ਹੈ ਸੀ। ਤੁਹਾਡੀ ਕੋਈ ਕਹਾਣੀ ਕੋਈ ਨਹੀਂ, ਮਿਰਜ਼ੇ ਗੁਲਾਮ ਕਾਦੀਆਨੀ ਦੀ ਵੀ ਬੇਯਾਰੋ ਮਦਦਗਾਰ ਬੈਠੇ ਹੋ, ਬੇਯਾਰੋ ਮਦਦਗਾਰ ਬੈਠੇ ਹੋ, ਕੋਈ ਹਿਸਾਬ ਨਹੀਂ, ਕੋਈ ਦੁਨੀਆ ਦਾ ਪਤਾ ਨਹੀਂ, ਕੋਈ ਆਖਰਤ ਦਾ ਪਤਾ ਨਹੀਂ। ਉਹ ਰਮਜ਼ਾਨ ਦੇ ਮਹੀਨੇ ਚ ਉੱਥੇ ਗਿਆ ਅੰਮ੍ਰਿਤਸਰ, ਤੇ ਰਮਜ਼ਾਨ ਦੇ ਮਹੀਨੇ ਚਾਹ ਪੀਣ ਲੱਗ ਪਿਆ ਸਰੇਆਮ ਹੀ, ਤੇ ਲੋਕਾਂ ਨੇ ਉਹ ਲਿੱਤਰ ਪੌਲਾ ਕੀਤਾ, ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ। ਕ੍ਰਿਸਚੀਅਨ ਯਹੂਦੀ ਵੀ ਅੱਜ ਤੱਕ ਕੋਈ ਹਜ਼ੂਰ ਪਾਕ ਨੂੰ ਕੀ ਕਹਿੰਦੇ ਨੇ? ਤੁਸੀਂ ਕਹ ਲਓ, ਤੁਸੀਂ ਉਹਨਾਂ ਦੇ ਪੈਰੋਕਾਰ ਹੀ ਹੋ, ਕਹ ਲਓ। ਠੀਕ, ਅੱਛਾ ਤੁਸੀਂ ਕਿਤੇ ਪੈਰੋਕਾਰ ਹੋ? ਮਿਰਜ਼ਾ ਗੁਲਾਮ ਕਾਦੀਆਨੀ ਦੇ ਯਹੂਦੀਆਂ ਦੇ ਤੁਸੀਂ ਪੈਰੋਕਾਰ ਹੋ, ਠੀਕ ਹੋ। ਤੁਹਾਡਾ ਕੀ, ਤੁਹਾਡੇ ਨਾਲ ਐਵੇਂ ਦਿਮਾਗ ਪਾਣਾ, ਮੈਨੂੰ ਤੇ ਮੌਲਵੀ ਦਾ ਤੰਗ ਕਰਨ ਦਾ ਮਜ਼ਾ ਆਉਂਦਾ। ਦੱਸ ਦਿਓ ਹੁਣ, ਸ਼ਰਮ ਕਿਉਂ ਆ ਰਹੀ ਵੀ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਮੈਨੂੰ ਕਾਹਦੀ ਸ਼ਰਮ ਆਉਣੀ ਹੈ? ਵੇਖੋ ਯਹੂਦੀਆਂ ਨੂੰ ਮੈਂ ਕੀ ਦੱਸ ਦਿਓ ਕੀ ਮੰਨਿਆ ਜੀ? ਹੁਣ ਤੁਹਾਨੂੰ ਮੈਂ 10 ਵਾਰੀ ਪੁੱਛਿਆ ਵੀ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਕੀ ਮੰਨਦੇ ਹੋ ਤੁਸੀਂ? ਯਾਰ ਦੇਖੋ ਨਾ, ਦੇਖੋ ਪਤਾ ਕੀ ਹੁੰਦਾ, ਕੀ ਮਸੀਹ ਮੰਨਦੇ ਹੋ, ਮਸੀਹ ਮੌਦ ਮੰਨਦੇ ਹੋ, ਨਬੀ ਮੰਨਦੇ ਹੋ, ਮਹਿਦੀ ਮੰਨਦੇ ਹੋ, ਕੀ ਮੰਨਦੇ ਹੋ? ਯਾਰ ਵੇਖੋ ਨਾ, ਪਤਾ ਕੀ ਗੱਲ ਹੁੰਦੀ ਹੈ ਕਿ ਤੁਹਾਨੂੰ ਦੱਸਣ ਦਾ ਕੋਈ ਫਾਇਦਾ ਹੀ ਨਹੀਂ, ਕੋਈ ਫਾਇਦਾ ਮੈਨੂੰ ਦੱਸ ਦਿਓ। ਚਲੋ ਤਬਲੀਗ ਕਿਨਾਰਿਆਂ ਤੱਕ ਨਹੀਂ ਪਹੁੰਚਾਣੀ। ਤਬਲੀਗ ਦੇਖੋ ਨਾ, ਤੁਹਾਡੇ ਲੱਕੜ ਦਾਦਾ ਮਰ ਗਏ, ਤੁਸੀਂ ਮਰ ਜਾਣਾ, ਤਾਂ ਕੀ ਸਾਬਤ ਤੁਸੀਂ ਕਰ ਲਿਆ? ਤੁਹਾਡਾ ਜਿਹੜਾ ਸਾਬਤ ਕਰ ਲਿਆ ਸੀਗਾ, ਉਹ ਸਾਬਤ ਕੀ ਕਰ ਲਿਆ? ਵੇਖੋ ਮਿਰਜ਼ਾ ਕਿੱਥੇ ਵੇ, ਤੁਸੀਂ ਇੰਨੀ ਦੇਰ ਤੇ ਲੱਗੇ ਹੋ ਨਾ, ਉਹ ਵੀ ਸਾਰੇ ਮਰ ਗਏ, ਸਾਰੇ ਮਰ ਜਾਣਾ ਵਾ। ਕਰ ਕੀ ਲਿਆ ਦੱਸੋ ਵੀ ਮਿਰਜ਼ੇ ਦਾ ਦਾਵਾ ਕੀ ਸੀ? ਮੇਰਾ ਇੱਕ ਕੁਐਸਚਨ ਹੈ, ਦੇਖੋ ਕਿ ਯਾਰ ਤੂੰ ਕੀ ਕਰ ਲਿਆ? ਚੱਲ ਇਹ ਦੱਸ ਦੇ, ਤੂੰ ਕਰ ਲਾ ਕੁਐਸਚਨ। ਮੈਂ ਦੱਸਾਂ ਮੈਂ ਕੀ ਕੀਤਾ? ਕੀ ਕਰ ਲਿਆ ਦੱਸ, ਮੈਂ ਦੱਸਾਂ ਫਿਰ। ਮੈਂ ਇਹ ਕੀਤਾ ਕਿ ਮਿਰਜ਼ਾ ਗੁਲਾਮ ਕਾਦੀਆਨੀ ਨੇ अपनी किताब 'ਚ ਲਿਖਿਆ ਹੋਇਆ ਵਾ कि वो कंजर जो वल्दो ज़िना कहलाते हैं वो भी झूठ बोलते हुए शर्माते हैं। मैं मिर्ज़ा गुलाम कादियानी ਦੇ ਸੈਂਕੜੋਂ ਝੂਠ ਜਿਹੜੇ ਨੇ ਉਹ ਲੋਕਾਂ ਨੂੰ ਵਿਖਾਏ ਨੇ, ਕਿਸੇ ਨੇ ਵੀ ਨਹੀਂ ਦੱਸਿਆ ਵੀ ਭਾਈ ਇਹ ਝੂਠ ਨਹੀਂ, ਤੂੰ ਝੂਠ ਬੋਲ ਰਿਹਾ। ਕਿਸੇ ਨੇ ਇੱਕ ਝੂਠ ਦਾ ਵੀ ਕੋਈ ਸਬੂਤ ਨਹੀਂ ਸਾਨੂੰ ਦਿੱਤਾ। ਤੇ ਉਤੋਂ ਭਲਾ ਕੀ ਸਾਬਤ ਹੋਇਆ? ਉਤੋਂ ਇਹ ਸਾਬਤ ਹੋਇਆ ਜੋ ਮਿਰਜ਼ੇ ਨੇ ਕਿਹਾ ਸੀ ਕਿ वो कंजर जो वल्दो ज़िना कहलाते हैं वो भी झूठ बोलते हुए शर्माते हैं। ਹੁਣ ਤੈਨੂੰ ਮੈਂ ਇੱਕ ਝੂਠ ਵਿਖਾਵਾਂ, ਜੇ ਤੂੰ ਮੈਨੂੰ ਉਹਦਾ ਨਹੀਂ, ਮੇਰੀ ਗੱਲ ਸੁਣ, ਤੈਨੂੰ ਇਹਦਾ ਤੂੰ ਵੇਖ ਨਾ, ਤੇਰੇ ਦਾਦਾ ਲੱਗਾ ਸੀ, ਤੇਰਾ ਪਰਦਾਦਾ ਲੱਗਾ ਸੀ, ਤੇਰੀ ਦਾਦੀ ਲੱਗੀ ਸੀ, ਨਾਨੀ ਲੱਗੀ ਸੀ, ਠੀਕ ਕੀ ਨਹੀਂ? ਉਹ ਤੁਹਾਡੀ ਦਾਦੀ ਲੱਗੀ ਹੋਈ ਸੀ ਹਕੀਮ ਨੂਰਦੀਨ ਨਾਲ। ਉਹ ਕਹਿੰਦੀ ਮੈਂ ਹਕੀਮ ਨੂਰਦੀਨ ਨੂੰ ਕਹਿੰਦੀ ਸੀ ਮੈਂ ਆਪਕੀ ਲੌਂਡੀ ਹੂੰ। ਮੈਂ ਤੇ ਮੌਲਵੀ ਨੂੰ ਸ਼ੇਰਾਂ ਨਾਮ ਦਾ ਹਕੀਮ ਨੂਰਦੀਨ ਨੂੰ ਕਹਿੰਦੀ ਸੀ ਮੈਂ ਆਪਕੀ ਲੌਂਡੀ ਹੂੰ। ਆਪ ਲਿਖਿਆ ਹੋਇਆ ਤੁਹਾਡੀ ਕਿਤਾਬਾਂ 'ਚ। ਮੈਂ ਤੇ ਮੌਲਵੀ ਜਿਹੜਾ ਨਾ, ਮੇਰਾ ਤੇ ਤੁਹਾਡੇ ਲੋਕਾਂ ਨੂੰ ਉਂਝ ਮੂੰਹ ਲਾਉਣ ਦਿਲ ਨਹੀਂ ਕਰਦਾ। ਐ ਨਹੀਂ, ਇਹ ਨੁਸਰਤ ਜਹਾਂ ਬੇਗਮ ਨੇ ਨਹੀਂ ਕਿਹਾ, ਇਹ ਚੈਲੰਜ ਕਰ ਕੇ ਨਹੀਂ ਕਿਹਾ ਝੂਠ ਬੋਲ ਰਿਹਾ ਤੂੰ। ਯਾਰ ਮੇਰਾ ਤੁਹਾਡੇ ਲੋਕਾਂ ਨਾਲ ਦਿਲ ਹੀ ਨਹੀਂ ਕਰਦਾ। ਤੁਸੀਂ ਸੰਕੀ ਲੋਕ, ਲੌਂਡੀਆਂ ਦੇ ਮੁੰਡੇ ਹੋ ਤੁਸੀਂ, ਫਾਰਗ ਲੋਕ। ਹਾਂਜੀ, ਤੁਹਾਡੀ ਦਾਦੀ ਪੜਦਾਦੀ ਜਿਹੜੀ ਲੱਗਦੀ ਸੀ ਉਹ ਲੌਂਡੀ ਸੀ ਹਕੀਮ ਨੂਰਦੀਨ ਦੀ। ਤੁਸੀਂ ਅਗ ਲੋਕਾਂ ਨੂੰ ਗੱਲਾਂ ਕਰਦੇ ਹੋ। ਪੂਰੇ ਦਾ ਢੇਰ ਤੁਸੀਂ, ਤੁਹਾਡੇ ਨਾਲ ਕੀ ਸਾਬ? ਇਹ ਜਿਹੜੀ ਤੁਹਾਡੀ ਹੈਗੀ ਸੀ ਚੌਥੇ ਖਲੀਫੇ ਦੀ ਕੁੜੀ, ਉਹਦੀ ਦਾਦੀ ਜਿਹੜੀ ਉਹਨੇ ਤੁਹਾਡੇ ਕਰਤੂਤ ਦੱਸੇ ਨੇ ਆਖੇ ਸਾਬਤ ਕੁਝ ਨਹੀਂ ਕਰ ਸਕਦੀ। ਇਹ ਜਿਹੜੇ ਮਰਦਈ ਨੇ ਨਾ, ਇਹਨਾਂ ਨੇ ਜਿਹੜਾ ਕੰਜਰਖਾਨਾ ਖੋਲਿਆ ਨਾ ਇੱਥੇ, ਇਹ ਨਿਦਾ ਨਸਰ ਨੇ ਦੱਸਿਆ। ਠੀਕ ਹੈ, ਉਹ ਨਿਦਾ ਦੀ ਮਾਂ ਜਿਹੜੀ ਵੇਖੋ ਨਾ, ਮੈਂ ਤੇ ਮੁਫਤੀ ਨੂੰ ਚਿਹਰਾ ਨਾ ਮੁਫਤੀ ਨੂੰ ਪੁੱਛ ਰਹਾ ਕਿ ਭਾਜੀ ਕੀ ਅੱਜ ਕੱਲ ਗੁਰੂ 302 ਦਾ ਕੀ, ਗੁਰੂ 302 ਦਾ ਕੀ ਰੇਟ ਹੈ? ਸੀ ਕਿ ਐਡਾ ਗੰਦ ਜਿੰਨਾ ਕੱਢਣ ਦੇ ਕਿੰਨੇ ਪੈਸੇ ਲੈਣਾ ਭਾਈ? ਖਾਨਦਾਨੇ ਖਿਲਾਫਤ ਚ ਘਰ ਵਾਲੀ ਬੋਕਰ ਕਿੰਨੇ ਦੀ ਹੈ? ਤੇ ਮੌਲਵੀਆਂ ਚ ਵੀ ਨਹੀਂ ਹੈ ਜਿਨ੍ਹਾਂ ਨੂੰ ਗਾਲਾਂ ਕੱਢਦੇ ਹੋ। ਗੋਏ ਦਾ ਕੀ ਰੇਟ ਹੈ? ਮੈਂ ਤੈਨੂੰ ਇਹ ਪੁੱਛਣਾ। ਠੀਕ ਹੈ, ਗੋਏ ਦਾ ਕੀ ਰੇਟ ਹੈ? ਅੱਗੋਂ ਜਾ ਕੇ ਤੁਸੀਂ ਮੁਸਲਮਾਨਾਂ ਨੂੰ ਗਾਲਾਂ ਕਰਦੇ ਹੋ। ਜਾਂਦੇ ਤੁਸੀਂ ਲੋਕ, ਤੁਹਾਡੇ ਨਾਲ ਉਂਝ ਕੁਐਸਚਨ ਕਰਦੇ ਨਾ, ਜਾਂਦੇ ਤੁਸੀਂ ਲੋਕ। ਅੱਛਾ ਚੱਲ ਹੁਣ ਦੱਸ ਦੇ ਨਾ, ਸ਼ਰਮ ਕਾਹਦੀ ਗੱਲ ਦੀ ਆਂਦੀ? ਮਿਰਜ਼ੇ ਨੂੰ ਕੀ ਮੰਨਿਆ ਤੁਸੀਂ? ਨਬੀ, ਮਸੀਹ, ਮਹਿਦੀ ਕੀ? ਇਹ ਤੇ ਨਜ਼ੀਰ ਫਾਰਗ ਆਦਮੀ ਹੈ, ਇਹਦੀ ਬੁੱਢੀ ਲੱਤਾਂ ਮਾਰ ਕਰ ਕੱਢਿਆ ਸਰਕਾਰ ਸੰਦਾ ਫਾਰਗ ਆਦਮੀ, ਬਿਲਕੁਲ ਨਲਾਇਕ ਆਦਮੀ। ਅੱਛਾ ਮਿਰਜ਼ੇ ਨੂੰ ਤਾਂ ਦੱਸ ਦੇ ਕੀ ਮੰਨਿਆ ਜੇ। ਯਾਰ ਮੈਂ ਵੇਖ ਨਾ, ਮੈਂ ਤੈਨੂੰ ਕੀ ਦੱਸਣਾ, ਤੂੰ ਪਾਗਲ ਆਦਮੀ ਹੈ। ਠੀਕ ਹੈ, ਅੱਛਾ ਵੈਸੇ ਪਾਗਲ ਪਤਾ ਕਿੱਦਾਂ ਦੇ ਹੁੰਦੇ ਆ? ਪਾਗਲ ਉਹ ਹੁੰਦੇ ਆ ਜਿਹੜੇ ਨਾ ਇੱਕ ਕਿਤਾਬ 'ਚ ਇੱਕ ਜਗ੍ਹਾ ਤੇ ਲਿਖਦੇ ਆ। ਕੀ ਲਿਖਦੇ ਨੇ? ਕੀ ਲਿਖਦੇ ਨੇ? ਮਾਂ ਸ਼ਕਰੇ ਜਾਏ, ਤੂੰ ਤਾਂ ਥੱਥਾ ਹੀ ਹੋ ਗਿਆ। ਗੱਲ ਸੁਣ ਸਿੱਧਾ। ਨਹੀਂ ਮੈਂ ਥੱਥਾ ਨਹੀਂ ਹੁੰਦਾ, ਮੈਂ ਤੈਨੂੰ ਦੱਸ ਰਿਹਾ, ਤੂੰ ਸੁਣੇਗਾ ਤਾਂ ਫੇਰ ਹੀ ਹੈ ਨਾ। ਵੇਖ ਨਾ, ਮੇਰਾ ਤੁਹਾਡੇ ਲੋਕਾਂ ਨੂੰ ਨਾ, ਤੁਸੀਂ ਫਾਰਗ ਆਦਮੀ ਆ, ਸਾਡੇ ਬੁੱਕਾਂ ਦੇ ਵਿੱਚ ਨਾ
ਤੁਸੀਂ ਖੁਸ਼ਾਮਦੀ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਭਟਕੇ ਹੋਏ ਲੋਕ ਅੱਲਾ ਦੀ ਮਾਰ ਪੈਣ ਡਈ ਤੁਹਾਨੂੰ ਬੇਯਾਰੋ ਮਦਦਗਾਰ ਇੱਕ ਜਗ੍ਹਾ ਤੇ ਕਹਿੰਦੇ ਆ ਕਿ ਮੈਂ ਕੁਰਾਨ ਬੇਯਾਰੋ ਮਦਦਗਾਰ ਬੈਠੇ ਹੋ, ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹਨੂੰ ਮੰਨਣਾ। ਉਸ ਈਸਾ ਨੂੰ ਆਸਮਾਨ ਦੇ ਚੜਾ ਕੇ ਬੈਠੇ ਹੋ। ਉਹ ਯਾਰ ਖੁਦਾ ਦਾ ਕੋਈ ਖੌਫ ਹੋਏ, ਖੁਦਾ ਦੇ ਨਿਜ਼ਾਮ ਦੇ ਖਿਲਾਫ ਜਾਣ ਦੇ ਮੁਨਾਫਿਕ ਮਜਨੂਨ ਝੂਠੇ ਖੁਦਾ ਦੇ ਨਿਜ਼ਾਮ ਦੇ ਖਿਲਾਫ ਜਾਣ ਦੇ ਪਾਗਲ ਉਹ ਹੁੰਦੇ ਆ ਜਿਹੜੇ ਲੋਕਾਂ ਕੋਲ ਪੈਸੇ ਲੈ ਲੈਂਦੇ ਆ 50 ਕਿਤਾਬਾਂ ਦੇ 50 ਜਿਲਦਾਂ ਦੇ ਖਾ ਪੀ ਜਾਂਦੇ ਆ। ਕੋਈ ਅਫੀਮ ਲੈ ਲਈ, ਹਜ਼ਰਤ ਈਸਾ ਨੂੰ ਆਸਮਾਨ ਤੇ ਚੜਾ ਛੜਿਆ। ਖੁਦਾ ਦਾ ਕੋਈ ਖੌਫ ਕਰੋ ਭਾਈ। ਅੱਲਾ ਤੁਹਾਨੂੰ ਅੱਲਾ ਨੇ ਤੁਹਾਡੇ ਤੇ ਲਾਨਤ ਪਾਣ ਦਿਆ ਦਿਨ ਰਾਤ। ਪੈਸੇ ਲੈ ਸੀ ਨਾ ਦਿਨ ਰਾਤ ਤੁਹਾਡਾ ਸਕੂਨ ਖਰਾਬ ਹੋਇਆ। ਪੂਰੇ ਹੋ ਗਏ। ਤੁਹਾਡਾ ਸਕੂਨ ਖਰਾਬ ਹੋਇਆ। ਵੇਖੋ ਇਹਨਾਂ ਨੂੰ ਕਹਿੰਦੇ ਨੇ ਪਾਗਲ। ਤੁਹਾਡਾ ਸਕੂਨ ਖਰਾਬ ਹੋਇਆ ਤੇ ਮਿਰਜ਼ੇ ਦਾ ਖੂਨ ਖਰਾਬਾ ਹੋਇਆ ਸੀਗਾ ਤੇ ਉਹਦੇ ਤੇ ਤੁਹਾਡਾ ਸਕੂਨ ਤੇ ਸਾਡੇ ਸਕੂਨ ਨਾਲ ਤੁਹਾਨੂੰ ਤੁਹਾਡਾ ਸਕੂਨ ਅੱਲਾ ਨੇ ਖਰਾਬ ਕੀਤਾ ਹੈ। ਮੌਜਜ਼ਾ ਲਿਖਿਆ ਨਾ 85 ਮੌਜਜ਼ਾ ਨੰਬਰ। ਅੱਛਾ ਚੱਲ ਦੱਸ ਈਸਾ ਨੂੰ ਕਿਉਂ ਚੜਾਇਆ ਆਸਮਾਨ ਤੇ? ਈਸਾ ਨੂੰ ਕਿਉਂ ਆਸਮਾਨ ਤੇ ਚੜਾਇਆ? ਕਹਿੰਦਾ ਮੇਰਾ ਈਸਾ ਨੂੰ ਕਿਉਂ ਆਸਮਾਨ ਤੇ ਚੜਾਇਆ? 16 ਦਿਨ ਤੱਕ ਓ ਯਾਰ ਹਜ਼ਰਤ ਈਸਾ ਨੂੰ ਕਿਉਂ ਆਸਮਾਨ ਤੇ ਚੜਾਇਆ? ਖਾਨਾ ਕੀ ਰਾਹ ਸੇ ਖੂਨ ਆਤਾ ਰਹਾ। ਯਾਰ ਹਜ਼ਰਤ ਈਸਾ ਨੂੰ ਕਿਉਂ ਆਸਮਾਨ ਤੇ ਚੜਾਇਆ? ਤੁਹਾਨੂੰ ਕੁਝ ਨਹੀਂ ਕਹਿੰਦਾ ਤੇ ਸਾਡੇ ਸਕੂਨ ਦੀ ਟੈਨਸ਼ਨ ਬਣੀ ਤੁਹਾਨੂੰ। ਨਹੀਂ ਉਹ ਤਾਂ ਤੁਹਾਡਾ ਅੱਲਾ ਨੇ ਖਰਾਬ ਕੀਤਾ ਹੈ। ਤੇ ਕੁਝ ਨਹੀਂ ਹੋਇਆ, ਅੱਲਾ ਨੇ ਖਰਾਬ ਕੀਤਾ। ਅੱਛਾ ਇੱਕ ਗੱਲ ਤਾਂ ਦੱਸੋ ਪ੍ਰੋਫੈਸਰ ਸਾਹਿਬ। ਓਏ ਫੇਰ ਆ ਗਿਆ। ਰਾਮ ਨਾਲ ਗੱਲ ਕਰ ਮਰਜ਼ੋਟੇ। ਕਰੋ ਜੁੱਤੀਆਂ ਪਈਆਂ ਨਹੀਂ। ਫੇਰ ਆ ਨਾਲ ਗੱਲ ਕਰ ਮਰਜ਼ੋਟੇ। ਪ੍ਰੋਫੈਸਰ ਸਾਹਿਬ ਗੱਲ ਤਾਂ ਦੱਸੋ। ਕਬਰ ਪੁੱਜੇ ਗੱਲ ਸੁਣ ਯਾਰ, ਕਬਰ ਪੁੱਜੇ ਗੱਲ ਸੁਣ। ਓਏ ਇਨਸਾਨ ਦੇ ਪੁੱਤਰ ਨਾਲ ਗੱਲ ਕਰਨਾ। ਉਹ ਵੇਖ ਨਾ ਮੈਂ ਅੱਗੇ ਤੂੰ ਜਿੰਨੀਆਂ ਕੁੱਤਿਆਂ ਨਾਲ ਗੱਲ ਕਰਦਿਆਂ ਮੈਂ ਕੀ ਕਰਾਂ? ਤੂੰ ਹੀ ਕਰਨਾ। ਜੁੱਤੀਆਂ ਮਰਵਾ ਕੇ ਤੂੰ ਅੱਗੇ ਗਿਆ ਯਾਰ ਗੈਰਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਗੱਲ ਸੁਣ ਈਸਾ ਨੂੰ ਕਿਉਂ ਆਸਮਾਨ ਤੇ ਚੜਾਇਆ? ਈਸਾ ਨੂੰ ਕਿਉਂ ਆਸਮਾਨ ਤੇ? ਕੋਈ ਸਵਾਲ ਦਾ ਜਵਾਬ ਹੀ ਨਹੀਂ ਹੈ। ਹਾਂ ਇੰਜ ਸਵਾਲ ਕਰ ਮੈਂ ਤੈਨੂੰ ਜਵਾਬ ਦਿਆਂ। ਕੀ ਕਿਉਂ ਚੜਾਇਆ? ਪਹਿਲਾਂ ਤੇ ਗੱਲ ਇਹ ਵੀ ਕਿ ਇਨਸਾਨ ਦੇ ਪੁੱਤਰਾਂ ਨਾਲ ਗੱਲ ਕਰ। ਈਸਾ ਅਲੈਹਿਸਲਾਮ ਆਖ, ਹਜ਼ਰਤ ਈਸਾ ਆਖ। ਮੇਰੀ ਗੱਲ ਸੁਣ ਲੈ ਪਹਿਲਾਂ। ਨਹੀਂ ਮੇਰੀ ਗੱਲ ਸੁਣ। ਜੇ ਤੂੰ ਓਏ ਗੱਲ ਸੁਣ ਮੇਰੀ ਗੱਲ। ਮੈਂ ਕੁਐਸਚਨ ਦੁਬਾਰਾ ਕਰ ਲੈਣਾ। ਤੂੰ ਕੁਐਸਚਨ ਦੁਬਾਰਾ ਕਰ। ਹਜ਼ਰਤ ਈਸਾ ਨੂੰ ਆਸਮਾਨ ਤੇ ਕਿਉਂ ਚੜਾਇਆ? ਹਾਂ ਇਹ ਜਵਾਬ। ਹਾਂ ਇਹਦਾ ਜਵਾਬ ਇਹ ਵੇ ਕਿ ਹਜ਼ਰਤ ਈਸਾ ਅਲੈਹਿਸਲਾਮ ਨੂੰ ਆਸਮਾਨ ਤੇ ਮੰਨ ਕੇ ਅਗਰ ਅਸਾਂ ਗਲਤੀ ਕੀਤੀ ਹੈ ਤੇ ਕਿਆ ਮਿਰਜ਼ਾ ਕਾਦੀਆਨੀ 10 ਮਹੀਨੇ ਦੇ ਅਮਲ ਦੇ ਜ਼ਰੀਏ ਈਸਾ ਬਣ ਸਕਦਾ ਹੈ? ਮੇਰੀ ਗੱਲ ਸੁਣੋ। ਮੇਰੀ ਗੱਲ ਇਹ ਆਖਿਆ ਇੱਕ ਮੈਨੂੰ ਮੇਰੀ ਗੱਲ ਪੂਰੀ ਕਰ ਲੈ। ਮੇਰਾ ਮਤਲਬ ਸਵਾਲ ਤੂੰ ਕਰਨਾ ਹੈ, ਜਵਾਬ ਵੀ ਤੂੰ ਦੇਣਾ ਮੇਰੀ ਤਰਫੋਂ। ਨਹੀਂ ਮੇਰੀ ਗੱਲ ਸੁਣ। ਕੁਐਸਚਨ ਮੈਂ ਤੈਨੂੰ ਕੀਤਾ ਸਿੱਧਾ ਸਿੱਧਾ ਦੱਸ। ਕੁਐਸਚਨ ਤੂੰ ਕੀਤਾ ਈਸਾ ਅਲੈਹਿਸਲਾਮ ਦੇ ਬਾਰੇ। ਤੂੰ ਗਲਤੀ ਤੇ ਮੰਨਦਾ? ਤੂੰ ਗਲਤੀ ਤੇ ਹੈ? ਤੂੰ ਗਲਤੀ ਤੇ ਮੰਨਦਾ? ਕਿਉਂ ਮੈਂ ਗਲਤੀ ਤੇ ਹਾਂ? ਤੂੰ ਆਖਿਆ ਮੈਂ ਤਾਂ ਗਲਤੀ ਹੋ ਗਈ ਸਾਡੇ ਕੋ। ਮੈਂ ਕਿਹਾ ਵੀ ਅਗਰ ਈਸਾ ਨਹੀਂ ਅਗਰ ਨਹੀਂ ਵੇ ਤੂੰ ਹਜ਼ਰਤ ਈਸਾ ਨੂੰ ਤੂੰ ਸਹੀ ਕਰਾਇਆ। ਹਜ਼ਰਤ ਈਸਾ ਨੂੰ ਤੂੰ ਸਹੀ ਆਸਮਾਨ ਤੇ ਚੜਾਇਆ। ਮੇਰੀ ਗੱਲ ਸੁਣ। ਇਹ ਜਿਹੜਾ ਵਿੱਚ ਓਵਰਲੈਪਿੰਗ ਦਾ ਤਰੀਕਾ ਹੈ ਨਾ, ਇਹਦੀ ਵਜ੍ਹਾ ਤੂੰ ਅੱਗੇ ਤੂੰ ਮਿਰਜ਼ੇ ਕਾਦੀਆਨੀ ਦੇ ਸਿਰ 'ਚ ਜੁੱਤੀਆਂ ਮਰਵਾ ਕੇ ਗਿਆ। ਬਾਰੀ ਨਾਲ ਗੱਲ ਯਾਰ ਤੇਰੀਆਂ 7 ਨਸਲਾਂ ਨਹੀਂ ਮਾਰ ਸਕੀਆਂ। ਠੀਕ ਹੈ ਅੰਮ੍ਰਿਤਸਰ ਜੁੱਤੀਆਂ ਮਾਰ ਕੇ ਟੋਏ ਅੱਲਾ ਦੀ ਕਸਮ 7 ਨਸਲਾਂ ਨਹੀਂ ਮਾਰ ਸਕੀਆਂ। ਤੂੰ ਜੁੱਤੀਆਂ ਮਾਰ ਕੇ ਮਿਰਜ਼ੇ ਕਾਦੀਆਨੀ ਨੂੰ ਇਸ ਚੀਜ਼ ਦਾ ਸਵਾਲ ਦਾ ਜਵਾਬ ਨਹੀਂ ਹੈ। ਤੈਨੂੰ ਜਵਾਬ ਅਗਰ ਚਾਹੀਦਾ ਹੈ ਤੂੰ ਸਵਾਲ ਕਰਕੇ ਤੇ ਖਾਮੋਸ਼ ਹੋ ਨਾ, ਮੈਂ ਤੈਨੂੰ ਜਵਾਬ ਦੇਵਾਂ। ਤੂੰ ਗੱਲ ਸੁਣ। ਤੈਨੂੰ ਮੈਂ ਪੁੱਛਿਆ ਕਿ ਤੂੰ ਹਜ਼ਰਤ ਈਸਾ ਨੂੰ ਆਸਮਾਨ ਤੇ ਕਿਉਂ ਚੜਾਇਆ? ਤੂੰ ਆਖਿਆ ਠੀਕ ਹੈ ਸਾਡੇ ਗਲਤੀ ਹੋ ਗਈ। ਠੀਕ ਹੈ ਓਏ ਗੱਲ ਸੁਣ। ਇਹ ਮਿਰਜ਼ੇ ਕਾਦੀਆਨੀ ਵਾਲਾ ਦਜਲ ਨਾ ਕਰ ਕਿ ਮੈਂ ਇੰਜ ਆਖਿਆ। ਮੈਂ ਜੋ ਆਖਿਆ ਮੇਰੇ ਕੋ ਪੁੱਛ ਮੈਂ ਕੀ ਆਖਿਆ? ਮੈਂ ਆਖਿਆ ਈਸਾ ਅਲੈਹਿਸਲਾਮ ਨੂੰ ਅੱਲਾਹ ਤਾਲਾ ਨੇ ਉਦੋਂ ਉਠਾ ਲਿਆ ਜਦੋਂ ਯਹੂਦੀ ਉਹਨਾਂ ਨੂੰ ਕਤਲ ਕਰਨਾ ਹੈ। ਹੁਣ ਅੱਲਾਹ ਦੇ ਨਬੀ ਨੇ ਫਰਮਾਇਆ ਕਿ ਉਹ ਕੁਰਬੇ ਕਿਆਮਤ 'ਚ ਨਾਜ਼ਿਲ ਹੋਣਗੇ। ਲੇਕਿਨ ਇੱਕ ਬੰਦਾ ਫਰਾਡੀ ਨੌਸਰਬਾਜ਼ ਝੂਠਾ ਮੈਨੂੰ ਗੱਲ ਕਰਨ ਦੇ ਗੱਲ ਦੇ ਵਿੱਚ ਨਾ ਮੇਰੀ ਗੱਲ ਦੇ ਵਿੱਚ ਮੇਰੀ ਗੱਲ ਸੁਣ। ਉਹ ਮੇਰਾ ਜਵਾਬ ਤੇ ਮੁਕੰਮਲ ਹੋ ਲੈਂਦੇ ਨਹੀਂ ਵੇ ਉਹ ਮੇਰੀ ਗੱਲ ਸੁਣ। ਮੇਰਾ ਜਵਾਬ ਤੇ ਮੁਕੰਮਲ ਹੋ ਲੈਂਦੇ। ਤੂੰ ਅੱਗੇ ਬਕਵਾਸ ਮੇਰੀ ਗੱਲ ਦੇ ਵਿੱਚ ਨਾ ਬੋਲ। ਤੂੰ ਬਕਵਾਸ ਕਰਨੀ। ਉਹ ਮੈਂ ਕਿਹੜੀ ਬਕਵਾਸ ਕਰਨ ਲੱਗਿਆ ਨਾ? ਤੂੰ ਅੱਗੇ ਬਕਵਾਸ ਮੈਂ ਨਾਮ ਹੀ ਨਹੀਂ ਲੈਣ ਲੱਗਾ ਤੇਰੇ ਮਿਰਜ਼ੇ ਕਾਦੀਆਨੀ ਦਾ। ਤੇਰਾ ਦਜਾਲ ਦਾ ਮੈਂ ਨਾਮ ਹੀ ਨਹੀਂ ਲੈਣ ਲੱਗਾ। ਮੈਨੂੰ ਗੱਲ ਪੂਰੀ ਕਰਨ ਦੇ। ਓ ਯਾਰ ਮੇਰੀ ਗੱਲ ਸੁਣ। ਮੈਂ ਉਹਦਾ ਨਾਮ ਹੀ ਨਹੀਂ ਲੈਣ ਲੱਗਾ। ਮੈਨੂੰ ਗੱਲ ਕਰਨ ਦੇ। ਇੱਕ ਹਦੀਸ ਹੈ ਕਿ ਹਜ਼ਰਤ ਸਲਮ ਦੀ ਹਦੀਸ ਹੈ ਕਿ ਇੱਕ ਇਮਾਮ ਆਏ ਨਾ ਉਹਦਾ ਤੁਸੀਂ ਹੱਕ ਅਦਾ ਕਰਨਾ, ਉਹਨੂੰ ਤੁਸੀਂ ਮੰਨ ਲੈਣਾ, ਦੂਜਾ ਹੈ ਤੁਹਾਨੂੰ ਕਤਲ ਕਰ ਦੇਣਾ। ਠੀਕ ਹੈ ਠੀਕ ਹੈ। ਤੂੰ ਹਜ਼ਰਤ ਈਸਾ ਹੈ, ਹਜ਼ਰਤ ਈਸਾ ਦਾ ਤੇ ਗਾਟਾ ਹੀ ਲੱਥਣਾ। ਫਿਰ ਹਜ਼ਰਤ ਈਸਾ ਆਣ ਇੱਥੇ ਥੱਲੇ ਉਹਨਾਂ ਦਾ ਫਿਰ ਤੁਸੀਂ ਗਾਟਾ ਲਾ ਦੋ। ਹਰਾਮਜ਼ਾਦਗੀ ਹੁਣ ਨਾ ਕਰੀ। ਮੈਂ ਤੈਨੂੰ ਮਿਰਜ਼ੇ ਖਨਜ਼ੀਰ ਦੇ ਪੈਰੋਕਾਰਾ ਮਿਰਜ਼ੇ ਕੁੱਤੇ ਖਨਜ਼ੀਰ ਦੇ ਪੈਰੋਕਾਰਾ ਹਜ਼ਰਤ ਈਸਾ ਦੀ ਗਰਦਨ ਨੂੰ ਉਹ ਜਿਹੜਾ ਜਲਾਜ ਦੀ ਔਰਤ ਬਣਿਆ ਹੋਇਆ ਸੀ ਤੇ 16 ਦਿਨ ਤੱਕ ਕਹਿੰਦਾ ਮੇਰੇ ਪਿਛਵਾੜਾ ਪਾਟ ਗਿਆ ਤੇ 16 ਦਿਨ ਖੂਨ ਨਿਕਲਦਾ ਰਿਹਾ। ਓਏ ਬਗੈਰਤਾ, ਓਏ ਉਸ ਬਗੈਰਤ ਦੇ ਪੈਰੋਕਾਰਾ, ਉਸ ਕਜ਼ਾਰ ਤੇ ਦਜਾਲ ਦੇ ਪੈਰੋਕਾਰਾ ਭੌਂਕੀ ਨਾ ਹੁਣ। ਮਿਰਜ਼ੇ ਦਾ ਅਸੀਂ ਫੜ ਕੇ ਪੁੱਠੀ ਚਮੜੀ ਲਾਣੀ ਮਿਰਜ਼ੇ ਦੀ। ਫਿਰ ਨਾ ਕੀ ਦੱਸਿਆ ਨਹੀਂ ਸੀ।
ਨਹੀਂ ਤੇ ਤੈਨੂੰ ਨਹੀਂ ਨਜ਼ਰ ਪਿਆ ਆਉਂਦਾ ਵੀ ਈਸਾ ਅਲੈਹਿਸਲਾਮ ਦੇ ਬਾਰੇ ਕੀ ਬਕਵਾਸ ਕੀ ਕਰ ਰਿਹਾ? ਉਹ ਖੰਜ਼ੀਰ ਦੇ ਜਾਲ ਜਿਹੜਾ ਕੁੱਤੇ ਦੀ ਲਿੱਦ ਨਾਲ ਵੀ ਭੈੜਾ ਸਾਡੀਆਂ ਨਜ਼ਰਾਂ 'ਚ, ਉਹਦੇ ਦਿਫਾਅ ਤੇ ਅੱਲਾਹ ਦੇ ਪੈਗੰਬਰ ਭੌਂਕ ਰਿਹਾ ਕੁੱਤੇ ਦਾ ਬੱਚਾ। ਉਹ ਤੇ ਜਿਹੜੀ ਕੁੱਤੇ ਦੀ ਕੁੱਤਾ ਜਿਹੜਾ ਟੱਟੀ ਕਰਦਾ ਨਾ, ਉਹ ਵੀ ਅਸੀਂ ਬਹੁਤੀ ਚੰਗੀ ਸਮਝਦੇ ਆ ਮਿਰਜ਼ੇ ਨਾਲੋਂ। ਆਈ ਸਮਝ? ਗਾਲੀ ਉਹਨੇ ਦਿੱਤੀ ਪਹਿਲੇ ਈਸਾ ਅਲੈਹਿਸਲਾਮ ਨੂੰ, ਗਾਲੀ ਉਹਨੇ, ਬਕਵਾਸ ਉਹਨੇ ਕੀਤਾ ਹੈ। ਮਿਰਜ਼ੇ ਦਾ ਗਾਟਾ ਲੈਣਾ ਚਾਹੀਦਾ ਕਿ ਸੱਚੇ ਨਬੀਆਂ ਦੇ ਬਾਰੇ ਭੌਂਕਣ ਮਿਰਜ਼ੋਟੇ, ਤੇ ਅਸੀਂ ਚੁੱਪ ਕਰਕੇ ਸੁਣੀਏ ਨਾ ਹਰਾਮੀਆਂ ਭਾਈ ਜੀ। ਉਹਦੇ ਨਾਲ ਸਟੈਪ ਬਾਈ ਸਟੈਪ ਗੱਲ ਕਰੋ। ਦੇਖੋ ਕਿ ਤੁਹਾਨੂੰ ਕਹਿ ਰਿਹਾ ਤੁਹਾਡੇ ਦਾਦੇ ਪੜਦਾਦੇ ਲੱਕੜ ਦਾਦੇ ਸਭ ਮਰ ਗਏ ਮੁਖਾਲਫਤ ਕਰਦੇ, ਤੇ ਮਿਰਜ਼ਾ ਜਿਉਂਦਾ? ਉਹ ਨਹੀਂ ਮਰ ਗਿਆ, ਉਹ ਨਹੀਂ ਮਰ ਗਿਆ, ਮਿਰਜ਼ਾ ਨਹੀਂ ਮਰਿਆ, ਹਕੀਮ ਨੂਰਦੀਨ ਨਹੀਂ ਮਰ ਗਿਆ, ਤੇਰਾ 2 ਨੰਬਰ ਖਲੀਫਾ ਨਹੀਂ ਮਰਿਆ, ਤੇਰਾ 3 ਨੰਬਰ ਖਲੀਫਾ ਨਹੀਂ ਮਰਿਆ, 4 ਨੰਬਰ ਨਹੀਂ ਉਤਰ ਨਖੱਤਰ ਮਰਿਆ। ਇਹ ਜਿਉਂਦੇ ਨੇ। ਵਜ਼ਨ ਹੈਗਾ ਵੇਖੋ ਤੁਹਾਡਾ। ਮੇਰੀ ਗੱਲ ਸੁਣਨਾ, ਮੇਰੀ ਗੱਲ ਸੁਣ ਅਹਿਮਦ ਜੱਟ, ਮੇਰੀ ਗੱਲ ਸੁਣਨਾ, ਇਹਦਾ ਜਵਾਬ ਲੈ ਲੈ ਨਾ, ਇਹਦਾ ਜਵਾਬ ਲੈ ਲੈ। ਸਾਡੇ ਦਾਦੇ ਪੜਦਾਦੇ ਲਗੜ ਦਾਦੇ ਮਰ ਗਏ ਤੇ ਮਿਰਜ਼ਾ ਜਿਉਂਦਾ ਪਿਆ, ਹਕੀਮ ਨੂਰਦੀਨ ਜਿਉਂਦਾ ਪਿਆ, ਉਹ ਤੇਰਾ 2 ਨੰਬਰ ਖਲੀਫਾ ਜਿਉਂਦਾ ਪਿਆ, 3 ਨੰਬਰ ਖਲੀਫਾ ਜਿਉਂਦਾ ਪਿਆ, ਇਹ 4 ਨੰਬਰ ਜਿਹੜਾ ਉਤਰ ਨਖੱਤਰ ਮਰਿਆ, ਇਹ 4 ਨੰਬਰ ਜਿਹੜਾ ਉਤਰ ਨਖੱਤਰ ਮਰਿਆ ਜਿਉਂਦਾ ਪਿਆ। ਔਰ ਤੇਰੀ ਦਾਦੀ ਦੀ ਵਿਆਹ ਸੀ, ਮੇਰੇ ਦਾਦੇ ਦੀ ਵਿਆਹ ਸੀ। ਵੇਖ ਲੋਕਾਂ ਦੀਆਂ ਦਾਦੀਆਂ ਦੇ ਬਕਵਾਸ ਕਰਦਾ ਪਿਆ। ਮੇਰੀ ਗੱਲ ਸੁਣ, ਤੂੰ ਹਜ਼ਰਤ ਈਸਾ ਨੂੰ ਓਏ ਜ਼ਬਾਨ ਨੂੰ ਲਗਾਮ ਦੇ, ਓਏ ਮਿਰਜ਼ਾ ਉੱਤੇ ਜ਼ਬਾਨ ਨੂੰ ਲਗਾਮ ਦੇ। ਤੇਰੇ ਮਿਰਜ਼ੇ ਕਾਦੀਆਨੀ ਦੀ ਐਸੀ ਗੰਦੀ ਤਲੀਮ ਹੈ। ਤੂੰ ਕਹਿਣ ਡਿਆ ਕਿ ਹਜ਼ਰਤ ਓਏ ਤੂੰ ਬਕਵਾਸ ਬੰਦ ਕਰ। ਤੈਨੂੰ ਅੱਗੇ ਤੈਨੂੰ ਦੱਸਿਆ, ਤੈਨੂੰ ਮੇਰਾ ਮਾਈਕਰੋਫੋਨ ਬੰਦ ਕਰ। ਤੈਨੂੰ ਨਬੀਆਂ ਦਾ ਨਾਮ ਲੈਣ ਦੀ ਤਮੀਜ਼ ਨਹੀਂ। ਇਹਨੂੰ ਅਹਿਮਦ ਜੱਟ ਰਿਸ਼ਤਾ ਨਾ ਪੇਸ਼ ਕਰੋ ਮੈਨੂੰ। ਮੇਰਾ ਅਹਿਮਦ ਜੱਟ ਸੁਣਨਾ ਪਿਆ, ਫਿਰ ਤੂੰ ਇਹਨਾਂ ਅਸੀਂ ਗਾਲਾਂ ਕੱਢਨੇ ਆ। ਇਹ ਸੁਣਨਾ ਪਿਆ ਉਹਦੇ ਬਕਵਾਸ। ਮਾਈਕਰੋਫੋਨ ਕਿਉਂ ਬੰਦ ਕਰਨਾ? ਤੇਰੀ ਮੁਬਾਰਕਾ ਬੇਗਮ ਦਾ ਸਾਹ ਕਿੱਥੇ ਕੋਈ ਮੰਗਣ ਲੱਗੇ ਹੈ? ਬੰਦ ਕਰਨਾ। ਤੂੰ ਕਿਉਂ ਲੋਕਾਂ ਦੀ ਇਹ ਬਕਵਾਸ ਇਹੋ ਜਿਹੇ ਕਰਨਾ, ਲੋਕਾਂ ਦੀ ਧੀਆਂ ਦੇ ਬਾਰੇ? ਕੌਣ ਕਰਨ ਡਿਆ? ਦਫਾ ਜਦ ਮਿਰਜ਼ੇ ਕਾਦੀਆਨੀ ਕਜ਼ਾਬ ਦਜਾਲ ਦਿਆ ਪੈਰੋਕਾਰ, ਲਾਂਤੀ ਦਿਆ ਪੈਰੋਕਾਰ। ਅਹਿਮਦ ਜੱਟ ਸਾਹਿਬ ਤੁਸੀਂ ਗੱਲ ਕਰੋ ਡਾਕਟਰ ਡੇਰਿੰਗ ਨਾਲ, ਲੇਕਿਨ ਤਮੀਜ਼ ਨਾਲ, ਆਰਾਮ ਨਾਲ, ਸਕੂਨ ਨਾਲ। ਜੇ ਗਾਲ ਕੱਢੋਗੇ ਤੇ ਗਾਲ ਦਾ ਜਵਾਬ ਜੋ ਗਾਲੀ ਤੂੰ ਦੇਗਾ ਵਹੀ ਮੁਝਸੇ ਸੁਨੇਗਾ। ਰੂਹਾਨੀ ਖਜ਼ਾਇਨ ਜਿਲਦ 12 ਸਫਾ 225 ਸਾਹਿਬ, ਤੁਸੀਂ ਉਹਨੂੰ ਉੱਪਰ ਲਵੋ, ਮੇਰੀ ਗੱਲ ਸੁਣੋ, ਗੱਲ ਕਰ ਰਿਹਾ। ਉਹ ਲੋਕਾਂ ਦੀਆਂ ਧੀਆਂ ਭੈਣਾਂ ਪੁਣਦਾ ਪਿਆ ਤੇ ਉਹਨੂੰ ਉੱਤੇ ਲੈ ਕੇ ਤੇ ਪੁਣਾਈ ਉਹਦੇ ਕੋਲ। ਈਸਾ ਅਲੈਹਿਸਲਾਮ ਨੂੰ ਗਾਲਾਂ ਕੱਢਦਾ ਪਿਆ ਤੇ ਉਹਦੇ ਕੋਲ ਗਾਲਾਂ ਸੁਣੀਏ। ਨਹੀਂ ਗਾਲਾਂ ਨਹੀਂ ਕੱਢਦਾ ਪਿਆ, ਤੁਸੀਂ ਉਹਦੀ ਤੁਸੀਂ। ਅੱਛਾ, ਜੇ ਮੈਂ ਆਖਾਂ ਮਿਰਜ਼ੇ ਕਾਦੀਆਨੀ ਦਾ ਗਾਟਾ ਲਵੇਗਾ, ਗਾਲ ਤੇ ਨਹੀਂ ਹੈ? ਓਹੋ ਮੇਰੀ ਗੱਲ ਤੇ ਨਹੀਂ ਹੈ। ਜੇ ਮੈਂ ਆਖਾਂ ਮਿਰਜ਼ੇ ਕਾਦੀਆਨੀ ਦਾ ਗਾਟਾ ਲੈ ਜਾਣਾ ਚਾਹੀਦਾ ਸੀ। ਦੇਖੋ ਜੀ ਬੜੇ ਤੁਹਾਡਾ ਤੇ ਦੇਖੋ ਦੱਸਦਾ ਪਿਆ ਸੀ, ਤੁਸੀਂ ਉਹਨੂੰ ਥੱਲੇ ਲਾਤਾ। ਜਿਸ ਬੰਦੇ ਕੋਲ ਕੋਈ ਇਲਮ ਹੁੰਦਾ ਤੁਸੀਂ ਉਹਨੂੰ ਥੱਲੇ ਲਾ ਦਿੰਦੇ। ਕਿਹੜਾ ਉਹਦੇ ਕੋਈ ਇਲਮ ਹੈ? ਕਿਹੜਾ ਉਹਨੂੰ ਤਮੀਜ਼ ਹੀ ਨਹੀਂ ਹੈ ਬੋਲਣ ਦੀ। ਉਹ ਨਬੀਆਂ ਦੇ ਬਾਰੇ ਵੇਖ ਕਿਸ ਤਰ੍ਹਾਂ ਦੀ ਗੰਦੀ ਗੁਫ਼ਤਗੂ ਤੇ ਗੰਦੇ ਤਰੀਕੇ ਨਾਲ ਉਹਨਾਂ ਨੂੰ ਮੁਖਾਤਬ ਕਰਦਾ। ਚਲੋ ਸ਼ਹਿਨਸ਼ਾਹ ਭਾਈ ਉਹਨੂੰ ਉੱਪਰ ਲਵੋਗਾ, ਉਹਦੀ ਗੱਲ ਸੁਣੋ ਕੀ ਕਹਿੰਦਾ ਵੇ। ਦੇਖੋ ਜੀ ਭਾਈ ਉਹ ਅੱਲਾਹ ਦੇ ਸੱਚੇ ਨਬੀਆਂ ਦੇ ਬਾਰੇ ਇਹੋ ਜਿਹੀ ਜ਼ੁਬਾਨ ਇਸਤੇਮਾਲ ਕਰੇਗਾ, ਅਸੀਂ ਨਹੀਂ ਸੁਣਾਂਗੇ ਭਾਈ ਸਾਹਿਬ, ਕਰੇਗਾ, ਅਸੀਂ ਨਹੀਂ ਸੁਣਾਂਗੇ ਭਾਈ ਸਾਹਿਬ। ਜੱਟ ਸਾਹਿਬ ਤੁਸੀਂ ਗੱਲ ਕਰੋ, ਲੇਕਿਨ ਤਮੀਜ਼ ਔਰ ਤਹਿਜ਼ੀਬ ਨਾਲ। ਤੁਸੀਂ ਨਬੀਆਂ ਦੇ ਬਾਰੇ ਬੇਹੂਦਾ ਬਕਵਾਸ ਕਰੋ, ਅਸੀਂ ਚੁੱਪ ਕਰਕੇ ਸੁਣਨਾ। ਅਸਤਗਫੁਰullah, ਤੋਂ ਨਬੀਆਂ ਦੇ ਬਾਰੇ ਕੋਈ ਵੀ ਨਹੀਂ ਕਹਿ ਗੁਸਤਾਖੀ ਕਰ। ਜੋ ਕੋਈ ਨੇ ਈਸਾ ਅਲੈਹਿਸਲਾਮ ਦੇ ਬਾਰੇ ਬਕਵਾਸ ਕੀਤੀ ਤੁਸੀਂ ਨਹੀਂ ਸੁਣੀ? ਕਿਉਂ ਤੁਸੀਂ ਝੂਠ ਬੋਲਦੇ ਹੋ ਸਾਰੇ? ਨਹੀਂ ਕੋਈ ਗੱਲ ਨਹੀਂ ਕੱਢੀ, ਨਹੀਂ ਕੋਈ ਸ਼ਾਤਮੀਅਤ ਨਹੀਂ ਕੀਤੀ, ਨਹੀਂ ਕੋਈ ਤੋਹੀਨ ਨਹੀਂ ਕੀਤੀ। ਤੁਸੀਂ ਮਰਨਾ ਨਹੀਂ ਹੈ। ਅਮਨ ਜੀ ਸਾਹਿਬ ਹੁਣ ਦੇਖੋ ਤੁਸੀਂ ਉਹ ਵੀ ਥੱਲੇ ਬਿਠਾ ਕੇ ਤੇ ਇਲਜ਼ਾਮ ਲਾਈ ਜਾ ਰਹੇ ਉਹਨੂੰ ਉੱਪਰ ਲੈ ਕੇ ਯਾਰ। ਇੱਥੇ ਰਿਕਾਰਡਿੰਗ ਹੋਈ ਹੈ, ਉਹ ਰਿਕਾਰਡਿੰਗ ਹੋਈ ਹੈ। ਜੋ ਕੋ ਨੇ ਬਕਵਾਸ ਹੋਈ ਹੈ, ਉਹ ਰਿਕਾਰਡਿੰਗ ਹੋਈ ਹੈ। ਜੋ ਕੋ ਨੇ ਬਕਵਾਸ ਕੀਤਾ ਹੈ ਸਭ ਨੇ ਸੁਣਿਆ। ਮੈਂ ਇਲਜ਼ਾਮ ਲਾਉਣ ਲੱਗਿਆ, ਚਲੋ ਉਹਨੂੰ ਉੱਪਰ ਲਓ, ਉਹਦੇ ਨਾਲ ਗੱਲ ਕਰੋ, ਦਲੀਲ ਨਾਲ ਗੱਲ ਕਰੋ। ਤੇ ਜੇ ਉਹਨੇ ਫਿਰ ਬਕਵਾਸ ਕੋਈ ਕੀਤੀ ਤੇ ਦੇਖੋ ਜੀ ਆਮਰ ਸਾਹਿਬ ਤੇ ਤਾਰਾ ਡੇਰੀ ਡਾਕਟਰ ਕਿਹੜਾ ਕੋਈ ਫੁੱਲ ਘੇਰਦਾ ਪਿਆ ਸੀ, ਉਹ ਵੀ ਤੇ ਇਹੀ ਬਕਵਾਸ ਕਰਨ ਡਿਆ ਸੀ। ਕੀ ਕਰਦਾ ਪਿਆ ਸੀ? ਇਹ ਪਹਿਲ ਉਹਨੇ ਕੀਤੀ ਹੈ, ਮੈਂ ਸੁਣਨਾ ਪਿਆ। ਮੈਂ ਵੀ ਸੁਣਨਾ ਪਿਆ ਵਾਂ। ਮੈਂ ਸਿਰਫ ਤੁਹਾਡੀ ਗੱਲਬਾਤ ਸੁਣਨ ਵਾਸਤੇ ਉੱਤੇ ਆਇਆ ਸੀ। ਅਸੀਂ ਤੇ ਜਿਹਨੂੰ ਝੂਠਾ ਸਮਝਨੇ ਆ, ਕਜ਼ਾਬ ਦਜਾਲ ਸਮਝਨੇ ਆ, ਅਸੀਂ ਤਾਂ ਉਹਦੇ ਬਾਰੇ ਗੱਲ ਕਰਨੇ ਆ। ਤੇ ਈਸਾ ਅਲੈਹਿਸਲਾਮ ਤੇ ਅੱਲਾਹ ਦੇ ਸੱਚੇ ਨਬੀ ਨੇ। ਵੀ ਦੇਖੋ ਗੱਲ ਹੈ ਕਿ ਤੁਹਾਡੇ ਝੂਠ ਕਹਿਣ ਨਾਲ ਕੋਈ ਝੂਠਾ ਤੇ ਨਹੀਂ ਹੋ ਜਾਣਾ ਨਾ। ਨਹੀਂ ਸਾਡੇ ਕਹਿਣ ਨਾਲ ਨਹੀਂ, ਉਹ ਤੇ ਅੱਲਾਹ ਦੇ ਨਬੀ ਨੇ ਕਿਹਾ ਨਾ ਕਜ਼ਾਬ ਤੇ ਦਜਾਲ ਹੈ। ਅੱਲਾਹ ਦੇ ਨਬੀ ਨੇ ਕਿਹਾ ਕਿ ਝੂਠੇ ਮੁਦਈਆ ਨੇ ਨਬੂਵਤ ਮੇਰੇ ਬਾਅਦ ਆਉਣਗੇ, ਨਬੂਵਤ ਦਾ ਦਾਵਾ ਕਰਨਗੇ, ਕਜ਼ਾਬ ਨੇ ਲੇਕਿਨ ਆਮਰ ਸਾਹਿਬ ਇੱਕ ਸੱਚੇ ਦਾ ਵੀ ਤੇ ਕਿਹਾ ਹੈ ਨਾ। ਕਿਹੜੇ ਸੱਚੇ ਦਾ ਕਿਹਾ? ਨਹੀਂ ਕਿਹਾ ਕਿਸੇ ਨੇ ਨਹੀਂ ਆਣਾ। ਨਹੀਂ ਕਿਸੇ ਨੇ ਨਹੀਂ ਆਣਾ, ਕਿਸੇ ਨੇ ਵੀ ਨਹੀਂ ਆਣਾ। ਨਹੀਂ ਦੇਖ ਲਓ, ਸੋਚ ਲਓ ਕਿੰਨੇ ਆਉਣਾ ਦੱਸੋ ਨਾ। ਵੀ ਇੱਕ ਦੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਪੇਸ਼ ਉਹ ਕਿਹੜੇ ਇੱਕ ਦੀ ਪੇਸ਼ ਗਈ? ਕਿੱਥੇ ਉਹ ਪੇਸ਼ ਗਈ? ਇੱਕ ਦੀ ਈਸਾ ਅਲੈਹਿਸਲਾਮ ਨੇ ਨਹੀਂ ਆਣਾ। ਈਸਾ ਅਲੈਹਿਸਲਾਮ ਦੀ ਪੇਸ਼ ਗਈ ਹੈ। ਇਹ ਮਸੀਹ ਮੌਤ ਦੀ ਇਧਰ। ਉਹ ਮਸੀਹ ਮੌਤ ਕੀ ਹੁੰਦਾ? ਮਸੀਹ ਮੌਤ ਤੇ ਨਬੀ ਪਾਕ ਨੇ ਜ਼ਿੰਦਗੀ 'ਚ ਲਫ਼ਜ਼ ਹੀ ਨਹੀਂ ਬੋਲਿਆ। ਅੱਛਾ, ਤੇ ਜਿਹੜੇ ਬਰਾੜਾ ਦੇ ਉੱਤੇ ਬਹਿ ਕੇ ਤਲਤ ਤੇ ਦੇਖੋ ਹਦੀਸਾਂ ਦੇ ਵਿੱਚ ਲਿਖਿਆ ਹੋਇਆ ਵੇ
ਕੋਈ ਲਫ਼ਜ਼ ਕਿਸੇ ਦੀ ਇਸ ਵਿੱਚ ਮਸੀਹ ਮੌਦ ਨਹੀਂ ਹੈ, ਕਿਸੇ ਦੀ ਇਸ ਵਿੱਚ ਕੁਰਾਨ ਦੀ ਕਿਸੇ ਆਇਤ ਵਿੱਚ ਮਸੀਹ ਮੌਦ ਦਾ ਲਫ਼ਜ਼ ਹੀ ਨਹੀਂ ਹੈ। ਈਸਾ अलैहिस्सलाम ਦੇ ਬਾਰੇ ਨਬੀ ਪਾਕ ਨੇ ਫਰਮਾਇਆ ਕਿ ਕਿਆਮਤ ਤੋਂ ਪਹਿਲੇ ਉਹ ਨਾਜ਼ਿਲ ਹੋਣਗੇ, ਫਰਮਾਇਆ। ਹਾਂ ਕਰੋ ਗੱਲ, ਬਸ ਗੱਲ ਮੁੱਕੀ। ਈਸਾ अलैहिस्सलाम ਜਦੋਂ ਆ ਜਾਣਗੇ ਸਾਨੂੰ ਕੀ ਪਰੇਸ਼ਾਨੀ ਹੈ? ਲੇਕਿਨ ਇੱਕ ਨਬੀ ਦਾ ਫਿਰ ਤੁਸੀਂ ਤੇ ਇੰਤਜ਼ਾਰ ਕਰ ਰਹੇ ਜੇ ਨਾ। ਅਸੀਂ ਤੇ ਨਹੀਂ ਇੰਤਜ਼ਾਰ ਕਰ ਰਹੇ, ਅਸੀਂ ਕਿਆਮਤ ਦਾ ਵੀ ਅੱਲਾਹ ਦੇ ਨਬੀ ਨੇ ਵਾਅਦਾ ਕੀਤਾ ਕਿਆਮਤ ਆਏਗੀ ਤੇ ਅਸੀਂ ਇੰਤਜ਼ਾਰ ਪੇ ਕਰਨੇ ਆ। ਓਹੋ ਫਿਰ ਇਹ ਤੇ ਨਾ ਕਹੋ ਕਿ ਨਬੀ ਦੀ ਆਣਾ, ਇੱਕ ਪਾਸੇ ਕਹਿ ਰਹੇ ਨਬੀ ਨਹੀਂ ਆ ਰਹੇ, ਇੱਕ ਪਾਸੇ ਉਹ ਭਾਈ ਇਹ ਗੱਲਾਂ ਰੋਜ਼ ਇੱਥੇ ਹੁੰਦੀਆਂ ਨੇ ਜੱਟ ਸਾਹਿਬ ਟਿਕਟਾਕ ਦੇ ਉੱਤੇ। ਇੱਕ ਨਬੀ ਦਾ ਨਹੀਂ ਅਸੀਂ ਇੰਤਜ਼ਾਰ ਕਰ, ਇੱਕ ਨਬੀ ਦਾ ਇੰਤਜ਼ਾਰ ਕਰ ਰਹੇ, ਇੱਕ ਨਬੀ। ਇਹ ਡਰਾਮਾ ਬੰਦ ਕਰ ਦਿਓ। ਨਹੀਂ ਹੈ ਉਹ ਨਹੀਂ ਤੁਸੀਂ ਕਹੇ ਸਾਨੂੰ ਜੋ ਮੈਨੂੰ ਮੇਰੀ ਗੱਲ ਸੁਣ ਲਓ ਨਾ, ਜੋ ਅੱਲਾਹ ਦੇ ਨਬੀ ਨੇ ਦੱਸਿਆ ਨਾ, ਜਿਹਦਾ ਅੱਲਾਹ ਦੇ ਨਬੀ ਨੇ ਦੱਸਿਆ ਹੈ ਅਸੀਂ ਉਹਦਾ ਹੀ ਈਮਾਨ ਰੱਖਨੇ ਆ ਕਿ ਉਹ ਹੀ ਆਏਗਾ ਬਸ। ਉਹਦੇ ਇਲਾਵਾ ਜਿਹੜਾ ਬੰਦਾ ਡਰਾਮੇਬਾਜ਼ੀ ਕਰੇ, ਹੈਂਕੀ ਫੈਂਕੀ ਕਰੇ, ਫਰਾਡ ਕਰੇ, ਧੋਖਾ ਕਰੇ, ਦਜਲ ਕਰੇ, ਸਾਡੀ ਜੁੱਤੀ ਦਾ ਮਾਰਿਆ ਉਹ ਬੰਦਾ, ਸਾਡੀ ਜੁੱਤੀ ਦਾ ਮਾਰਿਆ ਉਹ ਬੰਦਾ। ਨਹੀਂ ਅਮਰ ਸਾਹਿਬ ਜੀ ਫਿਰ ਤੁਸੀਂ ਵੀ ਧੋਖਾ ਕਰ ਰਹੇ ਜੀ ਨਾ। ਵੇਖੋ ਆਵਾਮ ਨੇ ਇੱਕ ਪਾਸੇ ਕਹਿ ਰਹੇ ਕਿਸੇ ਨਬੀ ਨੇ ਨਹੀਂ ਆਣਾ, ਦੂਜੇ ਪਾਸੇ ਕਹਿ ਰਹੇ ਈਸਾ अलैहिस्सलाम ਨੇ ਆਣਾ। ਜੇ ਨਹੀਂ ਆਣਾ ਤਾਂ ਬਿਲਕੁਲ ਖਤਮ ਕਰੋ। ਹਾਂ ਇੰਤਜ਼ਾਰ ਇਧਰ ਕਿਸ ਚੀਜ਼ ਦਾ ਇੰਤਜ਼ਾਰ ਹੈ? ਈਸਾ अलैहिस्सलाम ਦੇ ਬਾਰੇ ਮੈਂ ਕਿਹਾ ਕਿ ਕਿੰਨੇ ਕਿਹਾ ਅਸੀਂ ਇੰਤਜ਼ਾਰ ਕਰ ਰਹੇ ਹਾਂ। ਇੰਤਜ਼ਾਰ ਹੈ, ਚੰਗੇ ਡਾਇਲੌਗ ਰੱਟੇ ਜੇ ਇੰਤਜ਼ਾਰ ਕਰ। ਕਿਹੜਾ ਬੰਦਾ ਇੰਤਜ਼ਾਰ ਕਰ ਰਿਹਾ? ਇਹਦਾ ਮਤਲਬ ਬਿਲਕੁਲ ਸਾਨੂੰ ਕੀ ਇੰਤਜ਼ਾਰ ਕਰਨ ਦੀ ਜ਼ਰੂਰਤ ਵੀ ਕੀ ਹੈ? ਅੱਲਾਹ ਤਾਲਾ ਦਾ ਇੱਕ ਅਮਰ ਆ, ਜਦੋਂ ਅੱਲਾਹ ਦਾ ਹੁਕਮ ਹੋਏਗਾ, ਅੱਲਾਹ ਦਾ ਇਜ਼ਨ ਹੋਏਗਾ, ਆ ਜਾਣਗੇ। ਅਸੀਂ ਕਿਹੜੀ ਗੱਲ ਦਾ ਇੰਤਜ਼ਾਰ ਕਰਨਾ? ਐਵੇਂ ਟੋਪੀ ਡਰਾਮਾ ਲਾਇਆ ਜੀ ਇੰਤਜ਼ਾਰ ਕਰ ਰਹੇ। ਅਸੀਂ ਕੋਈ ਨਹੀਂ ਭਾਈ ਇੰਤਜ਼ਾਰ ਕਰ ਰਿਹਾ ਕਿਸੇ ਦਾ। ਕਿਸੇ ਨਬੀ ਨੇ ਨਹੀਂ ਆਣਾ, ਪੱਕੀ ਗੱਲ ਹੈ। ਭਾਈ ਕਿਸੇ ਨੂੰ ਨਬੂਵਤ ਨਹੀਂ ਮਿਲਣੀ। ਹੁਣ ਇਹ ਖਤਮੇ ਨਬੂਵਤ ਦਾ ਅਕੀਦਾ ਹੈ ਵੀ ਕਿਸੇ ਨੂੰ ਨਬੂਵਤ ਨਹੀਂ ਮਿਲਣੀ, ਭਾਵੇਂ ਸਾਰੇ ਹੀ ਨਬੀ ਆ ਜਾਣ ਦੁਬਾਰਾ। ਅੱਜ ਤੱਕ ਕਦੇ ਇਨਕਾਰ ਹੀ ਨਹੀਂ ਕੀਤਾ। ਨਬੂਵਤ ਨਹੀਂ ਕਿਸੇ ਨੂੰ ਮਿਲ ਸਕਦੀ। ਹੁਣ ਜੱਟ ਸਾਹਿਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜੇ ਆਖਿਆ ਕਿਸੇ ਨੇ ਨਹੀਂ ਆਵਣਾ ਤੇ ਕੋਈ ਵੀ ਨਹੀਂ ਆਵੇਗਾ। ਜੇ ਉਹਨਾਂ ਆਖਿਆ ਇੱਕ ਨੇ ਆਵਣਾ ਤੇ ਇੱਕ ਆਵੇਗਾ। ਜੇ ਉਹਨਾਂ ਕਿਸੇ ਦਾ ਨਾਂ ਦੱਸਿਆ ਤਾਂ ਉਹੀ ਆਵੇਗਾ। ਜੇ ਨਹੀਂ ਦੱਸਿਆ, ਆਖਿਆ ਕੋਈ ਇੱਕ ਆ ਜਾਏਗਾ ਤੇ ਫਿਰ ਕੋਈ ਇੱਕ ਆ ਜਾਏਗਾ। ਨਬੀ ਪਾਕ ਨੇ ਕੀ ਫਰਮਾਇਆ? ਜਾਂ ਮਸੀਹ ਸਾਹਿਬ ਦੇਖੋ ਇਸ ਚੀਜ਼ ਦਾ ਤੁਸੀਂ ਮੰਨਦੇ ਕਿ ਇੱਕ ਦਾ ਤੁਸੀਂ ਵੀ ਇੰਤਜ਼ਾਰ ਕਰੋ। ਉਹ ਇੱਕ ਦਾ ਨਹੀਂ, ਇੰਜ ਨਾ ਕਰੋ, ਇੰਜ ਨਾ ਕਰੋ। ਸਾਰੀ ਦੁਨੀਆ ਇੰਤਜ਼ਾਰ ਕਰ ਰਹੀ ਹੈ। ਅਸੀਂ ਮੇਰੀ ਗੱਲ ਸੁਣੋ ਨਾ, ਕੋਈ ਨਹੀਂ ਅਸੀਂ ਇੰਤਜ਼ਾਰ ਕਰਦੇ। ਅਸੀਂ ਉਹਦੇ ਤੇ ਈਮਾਨ ਲਿਆਏ ਹਾਂ ਜੋ ਅੱਲਾਹ ਦੇ ਨਬੀ ਨੇ ਫਰਮਾਇਆ। ਅੱਲਾਹ ਦੇ ਨਬੀ ਨੇ ਕੀ ਫਰਮਾਇਆ ਈਸਾ अलैहिस्सलाम ਦੇ ਬਾਰੇ? ਕੋਈ ਜੇ ਆਖਿਆ ਤੇ ਅਸੀਂ ਉਹਦੇ ਤੇ ਈਮਾਨ ਰੱਖਨੇ ਆ, ਤੇ ਜੇ ਨਹੀਂ ਆਖਿਆ ਤੇ ਅਸੀਂ ਨਹੀਂ ਕਿਸੇ ਦਾ ਨਹੀਂ ਹੈ। ਇਹ ਹੁਣ ਇੰਤਜ਼ਾਰ ਦੱਸਣ ਤੇ ਡੇ ਕਿਆਮਤ ਤੋਂ ਪਹਿਲੇ ਆਣਾ ਹੈ। ਇਹ ਹੁਣੀ ਥੋੜੀ ਦੇਰ ਪਹਿਲੇ ਤੁਸੀਂ ਕਿਹਾ ਕੀ ਕਿ ਈਸਾ अलैहिस्सलाम ਨੇ ਕਿਆਮਤ ਤੋਂ ਪਹਿਲੇ ਆਣਾ। ਇਹ ਕਿਹਨੇ ਖਬਰ ਦਿੱਤੀ ਹੈ? ਇਹ ਤੁਸੀਂ ਹੁਣ ਪਹਿਲੇ ਕਹਿ ਰਹੇ ਜੀ। ਮੈਂ ਕਿ ਮੈਂ ਆਪਣੀ ਗੱਲ ਕਰ ਰਿਹਾ। ਨਹੀਂ ਤੁਸੀਂ ਕਹਿ ਰਹੇ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਦੱਸਿਆ ਕਿ ਈਸਾ अलैहिस्सलाम ਨੇ ਆਣਾ ਕਿਆਮਤ ਤੋਂ ਪਹਿਲੇ। ਜੇ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਦੱਸਿਆ ਤੇ ਉਹਦੇ ਤੇ ਈਮਾਨ ਰੱਖਣਾ ਚਾਹੀਦਾ। ਫਿਰ ਈਮਾਨ ਰੱਖਦੇ ਕਿ ਨਬੀ ਕਿਤੇ ਆਣਾ ਹੈ ਨਾ। ਫਿਰ ਉਹ ਇੱਕ ਕੀ ਹੁੰਦਾ ਜਿਹਦੀ ਨਬੀ ਪਾਕ ਨੇ ਗੱਲ ਦੱਸੀ ਹੈ, ਫਿਰ ਇੱਕ ਨਬੀ ਦੇਖੋ ਨਾ ਜਾਣ ਕੇ ਤੇਰਾ ਫੇਰੀਆਂ ਕਰਦੇ ਨੇ। ਜੋ ਨਬੀ ਪਾਕ ਨੇ ਦੱਸਿਆ ਸਾਡਾ ਉਹਦੇ ਤੇ ਈਮਾਨ ਹੈ। ਜਿਹਦਾ ਲੇਕਿਨ ਨਬੀ ਤੇ ਫਿਰ ਆ ਗਏ ਨਾ, ਨਬੀ ਤੇ ਆ ਗਏ ਨਾ। ਗੱਲ ਧਿਆਨ ਦਿਓ ਆਮਦਤ ਪੇ ਇੱਕ ਛੱਡ ਕੇ ਦੱਸਾਂ ਤਾਂ ਦੱਸਿਆ ਮੈਂ। ਫਿਰ ਕੀ ਹੋ ਗਿਆ? ਲੋਕਾਂ ਦੇਖੋ ਆਵਾਮ ਨਾਲ ਦਜਲ ਕਿਉਂ ਕਰਦੇ ਜੇ? ਇੱਕ ਪਾਸੇ ਕਹਿੰਦੇ ਕਿ ਨਹੀਂ ਆਣਾ, ਇੱਕ ਪਾਸੇ ਕਹਿੰਦੇ ਆਣਾ ਵੀ ਹੈ। ਅਸੀਂ ਕਿਦੋਂ ਕਿਹਾ ਕਿ ਨਹੀਂ ਆਣਾ? ਅਸੀਂ ਤਾਂ ਸਾਰਾ ਦਿਨ ਕਹਿੰਦੇ ਹਜ਼ਰਤ ਈਸਾ अलैहिस्सलाम ਨੇ ਆਣਾ। ਕਿਦੋਂ ਕਿਹਾ ਤੁਹਾਨੂੰ ਨਹੀਂ ਆਣਾ? ਇਸ ਤੋਂ ਪਹਿਲੇ ਕਹਿ ਰਹੇ ਸੀ ਨਹੀਂ ਆਣਾ, ਕਦੀ ਕਹਿੰਦੇ ਆਣਾ, ਕਦੀ ਕਹਿੰਦੇ ਨਹੀਂ ਆਣਾ। ਉਹ ਕਿਦੋਂ ਕਿਹਾ ਨਹੀਂ ਆਣਾ? ਕਿਹਨੇ ਤੈਨੂੰ ਕਿਹਾ ਨਹੀਂ ਆਣਾ? ਚਲੋ ਪ੍ਰੋਫੈਸਰ ਸਾਰੀ ਉਮਤ ਮੁਸਲਮਾਨ ਮੰਨਦੀ ਹੈ ਹਜ਼ਰਤ ਈਸਾ अलैहिस्सलाम ਉਠਾਓ ਉਹਨੂੰ ਕਾਲ ਤੇ ਲਵੋ ਸੂ। ਇਹ ਨਬੀਆਂ ਦੇ ਭੌਂਕਣ ਵਾਲੇ ਨੇ। ਕਾਲ ਤੇ ਲੈਣੇ ਉਹਨੂੰ ਤੇ ਉਹ ਇਹ ਬਕਵਾਸ ਨਾ ਕਰੇ, ਇਹਦੀ ਤੁਸੀਂ ਗਰੰਟੀ ਲੈ ਲਓ। ਤੇ ਨਾਲੇ ਉਹਨੂੰ ਇੱਥੇ ਇੱਕ ਸਫਾ ਲਾਣੇ, ਉਹ ਪੜ੍ਹ ਕੇ ਸੁਣਾਉਣਾ ਉਹਨੇ ਸਾਨੂੰ। ਉਹ ਚਲੋ ਸਫਾ ਪੜ੍ਹ ਕੇ ਮਿਰਜ਼ਾ ਸਾਹਿਬ ਦੀ ਤਬਲੀਗ ਕਰਾ ਰਹੇ ਤਾਂ ਪਛਾਣੀ। ਤੁਸੀਂ ਉਹਦਾ ਮੌਕਫ ਤੇ ਸੁਣੋ ਨਾ। ਇਹ ਤੇ ਨਾ ਮੌਕਫ ਉਹ ਕਿਹੜਾ ਲਈ ਬੈਠਾ ਪ੍ਰੋਫੈਸਰ? ਮੌਕਫ ਭਾਈ ਉਹ ਪ੍ਰੋਫੈਸਰ ਹੈ, ਐਵੇਂ ਤੇ ਨਹੀਂ ਆਪਣਾ ਨਾਮ ਲਿਖਿਆ ਪ੍ਰੋਫੈਸਰ। ਆਪਣੇ ਨਾਂ ਨਾਲ ਤੁਸੀਂ ਜੋ ਮਰਜ਼ੀ ਤੁਸੀਂ ਬੱਬਰ ਸ਼ੇਰ ਲੈ ਲਓ। ਲੇਕਿਨ ਉਹ ਇਹ ਇੱਥੇ ਉਹ ਵੀ ਬੰਦੇ ਨੇ ਜਿਹਨਾਂ ਆਪਣੇ ਨਾਂ ਨਾਲ ਬੱਬਰ ਸ਼ੇਰ ਲਿਖਿਆ, ਬੱਬਰ ਸ਼ੇਰ ਕਰੇਗਾ ਪੈਗੰਬਰਾਂ ਦੇ ਲੈ ਰਹੇ ਨੇ। ਉਹਦੀ ਕਾਲ ਹੀ ਹੈ ਨਿਕਲੇ। ਜੇ ਮਲਕ ਸਾਹਿਬ ਨੂੰ ਪਤਾ ਹੋਵੇ ਜੋ ਪ੍ਰਾਈਵੇਟ ਆਈਡੀ ਹੈ, ਮੈਨੂੰ ਨਹੀਂ ਨਜ਼ਰ ਆ ਰਹੀ। ਕੀ ਕਹਿ ਰਹੇ ਹੋ ਆਮਿਰ ਭਾਈ? ਮੈਂ ਕਿਹਾ ਥੱਲੇ ਕੋ ਕਾਲ ਉਹਨੇ ਪਾਈ ਹੈ।
जी ਜੱਟ ਸਾਹਿਬ ਨੂੰ ਸਮਝਾ ਲਿਆ, ਮੈਂ ਰੋਟੀ ਪੇ ਖਾਣਾ ਸੀਗਾ ਭਾਈ, ਤੁਸੀਂ ਗੱਲ ਕਰੋ, ਗੱਲ ਦੇ ਵਿੱਚ ਨਹੀਂ ਬੋਲਣਾ, ਵਾਰੀ ਵਾਰੀ ਗੱਲ ਕਰਨੀ। ਜੱਟ ਸਾਹਿਬ ਨੂੰ ਪਤਾ ਜਿਹੜੇ ਨੇ ਵਾਰੀ ਵਾਰੀ ਬੋਲਣਾ। ਹਾਂਜੀ ਹਾਂਜੀ ਬੋਲਿਆ ਝੂਠ? ਹਾਂਜੀ ਬੋਲੋ, ਕੀ ਮਸਲਾ ਤੁਹਾਡਾ? ਬੋਲਿਆ ਝੂਠ? ਉਮੀਦ ਨਾਲ ਗੱਲ ਕਰਨੀ ਹੈ, ਮਿਰਜ਼ਾ ਨਾਲ ਲਾਲ ਕਰਵਾਈ ਯਾਰ। ਫਿਰ ਉਹ ਮਿਰਜ਼ਾ ਨਾਲ ਹਾਲ ਕਰਾਈ, ਮੈਂ ਤੇ ਉਹੀ ਕਹਾਂਗਾ ਤੇਰਾ ਲੱਕੜ ਦਾਦਾ ਮਰ ਗਿਆ, ਨਹੀਂ ਕਰ ਸਕੇ। ਠੀਕ ਹੈ, ਕੀ ਲਾਲ ਨਹੀਂ ਕਰ ਸਕੇ ਮਿਰਜ਼ਾ? ਗੱਲ ਸੁਣ,